ਸਰਕਾਰਾਂ ਕਿੱਥੇ ਕੰਮ ਕਰ ਰਹੀਆਂ ਨੇ। ਪੰਨੂ ਸਾਹਿਬ, ਜਦੋਂ ਅਖਬਾਰ ਦੇ ਵਿੱਚ ਇਸ਼ਤਿਹਾਰ ਛਪ ਰਿਹਾ ਕਿ ਕੁੜੀ ਦੇ 8 ਬੈਂਡ ਹੈ ਜਾਂ ਮੁੰਡੇ ਦੇ 7 ਬੈਂਡ ਹੈ ਤੇ ਅਸੀਂ ਬਾਹਰ ਜਾਣਾ ਖਰਚਾ ਮੁੰਡੇ ਵਾਲੇ ਕਰਨਗੇ, ਤੇ ਥੱਲੇ ਲਿਖਿਆ ਹੁੰਦਾ ਉਹ ਸਾਈਡ ਦੇ ਕਿ ਵਿਆਹ ਕੱਚਾ। ਅੱਜ ਵੀ ਜਦੋਂ ਕੋਈ ਗੱਲ ਹੁੰਦੀ ਉਹ ਕਹਿੰਦਾ ਅਖਬਾਰ 'ਚ ਪੜ੍ਹਿਆ ਸੀ, ਅਖਬਾਰ 'ਚ ਪੜ੍ਹਿਆ ਸੀ। ਵਿਸ਼ਵਾਸ ਹੈ ਨਾ, ਵਿਸ਼ਵਾਸ ਹੈ। ਇਹ ਅਖਬਾਰਾਂ ਵਿਸ਼ਵਾਸ ਤੋੜ ਰਹੀ, ਪ੍ਰਿੰਟ ਦਾ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਇਹ ਟੁੱਟ ਰਿਹਾ। ਇਹ ਗੱਲ ਠੀਕ ਹੈ ਜੀ। ਥੱਲੇ ਨਾਲ ਉਹ ਵੀ ਲਿਖਿਆ ਹੁੰਦਾ, ਸਿਰਫ ਉਹੀ ਸੰਪਰਕ ਕਰਨ ਜਿਹੜੇ ਉਹਦੇ ਗਾਂ ਭਰਾ ਨੂੰ ਨਾਲ ਲਿਜਾ ਸਕਣ। ਪਰ ਬਿਜਲੀ ਸੰਕਟ ਨੇ ਇੱਕ ਐਸਾ ਕਰੰਟ ਲਾਇਆ ਲੋਕਾਂ ਨੂੰ ਹੁਣ ਕਿ ਜਿਹੜੇ ਸੂਬੇ ਦੇ ਵਿੱਚ ਕਿੰਨੇ ਸਾਲ ਬਿਜਲੀ ਕੱਟ ਨਹੀਂ ਲੱਗਿਆ, ਉੱਥੇ ਅੱਜ ਸੜਕਾਂ ਦੇ ਉੱਤੇ ਕਿਸਾਨ ਬੈਠੇ ਆ। ਪੰਜਾਬ ਬਿਜਲੀ ਪੱਖੋਂ ਸਰਪਲਸ ਬਣਨ ਵਾਲਾ ਪਹਿਲਾ ਸੂਬਾ ਮੁਲਕ ਦਾ ਜੀ। ਔਰ ਉਦੋਂ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਸੀਗੇ ਕਿ ਅਸੀਂ ਛੇਤੀ ਹੁਣ ਪਾਕਿਸਤਾਨ ਨੂੰ ਜਿਹੜੀ ਬਿਜਲੀ ਆ ਉਹ ਵੇਚਣੀ ਸ਼ੁਰੂ ਕਰ ਦੇਣੀ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਟਵੀਟ ਕੀਤੇ ਕੱਲ, ਮੈਂ ਉਹਨਾਂ ਦਾ ਇੱਕ ਟਵੀਟ ਰੀਟਵੀਟ ਕੀਤਾ ਸੀਗਾ। ਉਹਦੇ ਉੱਤੇ ਇਹ ਲਿਖ ਕੇ ਵੀ ਸਿੱਧੂ ਸਾਹਿਬ, ਜੇ ਤੁਹਾਨੂੰ ਇਹ ਅਹੁਦਾ ਆਫਰ ਕੀਤਾ ਜਾ ਰਿਹਾ ਸੀ, ਤੁਸੀਂ ਇਹ ਅਹੁਦਾ ਲੈ ਕੇ ਚੇਂਜਸ ਕਰ ਦਿੰਦੇ ਤੇ ਅੱਜ ਤੁਹਾਨੂੰ ਟਵੀਟ ਕਰਕੇ ਲੋਕਾਂ ਨੂੰ ਆਪਣੇ ਨਾਲ ਨਾ ਜੋੜਨਾ ਪੈਂਦਾ। ਕੇਜਰੀਵਾਲ ਸਾਹਿਬ ਵੀ ਆ ਕੇ ਇੱਕ ਐਲਾਨ ਕਰਕੇ ਲੋਕਾਂ ਨੂੰ ਬੁਰਕੀ ਪਾ ਕੇ ਇੱਕ 300 ਯੂਨਿਟ ਦੇਵਾਂਗੇ ਅਸੀਂ, ਉਹਦੇ ਉੱਤੇ ਬੜਾ ਵਾਵਾ ਵੇਲਾ ਹੋਇਆ। ਉਹ ਕਹਿੰਦੇ ਜੇ 301 ਹੋ ਗਿਆ ਤੇ ਪਿਛਲੇ ਦੇ ਬਿੱਲ ਲੱਗ ਜਾਣਗੇ। ਫਿਰ ਉਹਨਾਂ ਨੂੰ ਜਸਟੀਫਾਈ ਕਰਨਾ ਪਿਆ ਵੀ ਨਹੀਂ, ਜੇ 301 ਹੋ ਗਿਆ ਤੇ 1 ਯੂਨਿਟ ਦਾ ਤੁਸੀਂ ਬਿੱਲ ਦਿਓਗੇ। ਉਹ ਬਾਅਦ ਜਸਟੀਫਾਈ ਤਾਂ ਕਰਨਾ ਪਿਆ ਵੀ ਉਹਦੇ 'ਚ ਫਸ ਗਏ। ਜੇ ਵੇਖਿਆ ਜਾਵੇ ਪੰਨੂ ਸਾਹਿਬ, ਇਸ ਵਕਤ ਲੋਕਾਂ ਨੂੰ ਮੁਫਤ ਬਣਖੋਰੇ ਬਣਾਉਣਾ ਬਿਲਕੁਲ ਗਲਤ ਹੈ, ਕਿਉਂਕਿ ਦੁਨੀਆ ਦੀ ਜਿਹੜੀ ਆਰਥਿਕਤਾ ਉਹ ਇਹ ਚਾਹੁੰਦੀ ਹੈ ਕਿ ਲੋਕ ਕੰਮ ਕਰਨ, ਕੰਮ ਕਰਕੇ ਟੈਕਸ ਭਰਨ, ਉਹਨਾਂ ਦੀ ਆਮਦਨ ਹੋਵੇ, ਸਰਕਾਰ ਉਹਨਾਂ ਨੂੰ ਵਧੀਆ ਸਹੂਲਤਾਂ ਦੇਵੇ। ਇਸ ਵਕਤ ਲੋੜ ਇਹ ਨਹੀਂ ਕਿ ਬਿਜਲੀ ਮੁਫਤ ਦਿੱਤੀ ਜਾਵੇ। ਤੇ 26 ਜੂਨ ਨੂੰ ਜਿਹੜਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਗਵਰਨਰਸ ਨੂੰ ਮੰਗ ਪੱਤਰ ਦੇਣ ਦਾ, ਉਹਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਹਰ ਪੱਧਰ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਕਿਸਾਨ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਆ। ਔਰ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਕੀਤਾ ਜੋ ਹਰਿਆਣੇ ਨੇ ਉਦੋਂ 26-25 ਨਵੰਬਰ ਨੂੰ ਜਾਣ ਵੇਲੇ ਕੀਤਾ। ਮੈਂ ਗਰੇਵਾਲ ਸਾਹਿਬ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿਸਾਨ ਤਾਂ ਹੈ ਹੀ ਨਹੀਂ, ਇਹਨਾਂ ਦੀ ਤਾਂ ਖਤਮ ਹੋ ਗਈ ਸਪੋਰਟ, ਇਹ ਤਾਂ ਚੰਦ ਗੁੰਡੇ ਰਹਿ ਗਏ ਆ। ਬਿਲਕੁਲ, ਮਤਲਬ ਇੱਦਾਂ ਦੇ ਲਫ਼ਜ਼ ਉਹ ਜਿਹੜੇ ਆ ਵਰਤਦੇ ਆ। ਕੁਝ ਆਗੂ ਇੱਥੇ ਗਾਲਾਂ ਖਾਣ ਲਈ ਰੱਖੇ ਆ ਭਾਰਤੀ ਜਨਤਾ ਪਾਰਟੀ ਨੇ। ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਉਹਨਾਂ ਨੂੰ ਫੰਕਸ਼ਨ ਨਹੀਂ ਕਰਨ ਦੇਣਾ ਕਿਸਾਨਾਂ ਨੂੰ। ਉਹ ਰੋਜ਼ ਨਿਕਲਦੇ ਆ। ਕਿਉਂ ਨਿਕਲਦੇ ਆ ਕਿ ਉੱਤੋਂ ਪ੍ਰੈਸ਼ਰ ਆ ਜਿਹੜਾ ਵੀ ਨਹੀਂ ਤੁਸੀਂ ਬਾਹਰ ਨਿਕਲੋ। ਇਹ ਤਾਂ ਚੰਗੀ ਗੱਲ ਇਹ ਆ ਕਿ ਜਥੇਬੰਦੀਆਂ ਇਕਜੁੱਟ ਨੇ ਔਰ ਉਹਨਾਂ ਦੇ ਵਿੱਚ ਇਤਫਾਕ ਨਿਰੰਤਰ ਬਣਿਆ ਹੋਇਆ, ਜਿਹੜਾ ਕਿ ਕਦੀ ਸਿਆਸੀ ਪਾਰਟੀਆਂ 'ਚ ਨਹੀਂ ਬਣਦਾ ਹੁੰਦਾ। ਪਰ ਕਿਸਾਨ ਜਥੇਬੰਦੀਆਂ ਉਸ ਮਾਮਲੇ ਦੇ ਉੱਤੇ ਡਟ ਕੇ ਖੜੀਆਂ ਨਹੀਂ, ਇਸੇ ਲਈ ਲੋਕ ਉਹਨਾਂ ਨਾਲ ਡਟ ਕੇ ਖੜੇ। ਜੀਤ ਗਰੇਵਾਲ ਹੋਣਾ ਦੀ ਜਿਹੜੀ ਆਪਣੀ ਜ਼ਮੀਨ ਹੈ ਉਹਨਾਂ ਦੇ ਪਿੰਡ ਧਨੌਲਾ ਵਿੱਚ, ਉਹਦੇ ਵਿੱਚ ਕਿਸਾਨਾਂ ਨੇ ਜਿਹੜਾ ਉਹ ਝੋਨਾ ਨਹੀਂ ਲਾਉਣ ਦਿੱਤਾ ਤੇ ਪੁੱਟ ਕੇ ਬਾਹਰ ਸੁੱਟ ਦਿੱਤਾ। ਕਿਸ ਭੱਦੇ ਪੱਧਰ ਦੇ ਸ਼ਬਦ ਜਿਹੜੇ ਕਿਸਾਨਾਂ ਦੇ ਵਾਸਤੇ ਇੰਨੇ ਮਹੀਨਿਆਂ ਤੋਂ ਇਹ ਵਰਤ ਰਹੇ ਆ, ਇਹ ਗੁੱਸੇ ਦੇ ਰੂਪ ਦੇ ਵਿੱਚ ਆਉਣਾ ਸੀ। ਗਰੇਵਾਲ ਸਾਹਿਬ ਨੇ ਇੱਥੇ ਪੰਜਾਬ ਦੇ ਵਿੱਚ ਹੀ ਰਹਿਣਾ। ਫੱਟ ਮਿਟਦੇ ਨਾ ਫੱਟ ਮਿਟ ਜਾਂਦੇ ਤਲਵਾਰਾਂ ਦੇ। ਇਹ ਯਾਦ ਰਹਿਣਗੇ, ਵੀਡੀਓ ਦੇ ਰੂਪ ਦੇ ਵਿੱਚ ਯਾਦ ਰਹਿਣਗੇ ਕਿ ਗਰੇਵਾਲ ਸਾਹਿਬ ਨੇ ਕੀ ਕੁਝ ਬੋਲਿਆ ਸੀ, ਸੁਰਜੀਤ ਕੁਮਾਰ ਗਿਆਨੀ ਹੋਰਾਂ ਨੇ ਕੀ ਕੁਝ ਜਿਹੜਾ ਉਹ ਬੋਲਿਆ ਸੀਗਾ। ਇਹਨਾਂ ਨਾਲੋਂ ਤਾਂ ਕਿੰਨੇ ਸਿਆਣੇ ਨੇ ਬਾਕੀ ਬੀਜੇਪੀ ਦੇ ਨੇਤਾ, ਉਹ ਚੁੱਪ ਕਰਕੇ ਤਾਂ ਬੈਠੇ। ਹੁਣ ਅਨਿਲ ਜੋਸ਼ੀ ਹੋਣਾ ਨੇ ਵੀ ਇਹ ਗੱਲ ਕਹੀ ਆ ਕਿ ਪੰਜਾਬ ਦੀ ਲੀਡਰਸ਼ਿਪ ਨੇ ਕੇਂਦਰੀ ਲੀਡਰਸ਼ਿਪ ਨੂੰ ਗੁੰਮਰਾਹ ਕੀਤਾ, ਇਸ ਕਰਕੇ ਸਾਰਾ ਕੁਝ ਇਹ ਹੋ ਗਿਆ। ਆਪਾਂ ਪਹਿਲਾਂ ਮੇਘਾਲਿਆ ਦੇ ਗਵਰਨਰ ਦੀ ਵੀ ਗੱਲ ਕਰ ਚੁੱਕੇ ਹਾਂ, ਸਤਪਾਲ ਮਲਿਕ ਦੀ, ਉਹਨਾਂ ਨੇ ਵੀ ਇਸ ਗੱਲ ਦੀ ਵਿਰੋਧ ਤੇ ਕੀ ਬੀਜੇਪੀ ਵਿੱਚ ਬੈਠੇ ਲੀਡਰਾਂ ਨੂੰ ਇਹ ਨਹੀਂ ਦੱਸਦਾ ਕਿ ਜਿਹੜੇ ਲੀਡਰਾਂ ਨੇ ਆਪਣੇ ਵਿਚਾਰ ਦਿੱਤੇ ਆ, ਇਹਨਾਂ ਦੀ ਵੀ ਤੇ ਕੋਈ ਨਾ ਕੋਈ ਵੈਲਿਊ ਹੋਣੀ ਚਾਹੀਦੀ ਹੈ। ਡੀਜ਼ਲ ਤੇ ਪੈਟਰੋਲ ਦੇ ਰੇਟ ਤਾਂ ਵਧੇ। ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਸੀ ਕਿ ਜਿਹੜਾ ਸਰੋਂ ਦਾ ਤੇਲ ਹੈ ਉਹ ਕਿੰਨੇ 200 ਰੁਪਏ ਤੱਕ ਜਿਹੜਾ ਉਹ ਪਹੁੰਚ ਗਿਆ ਆ, ਤੇ ਹੁਣ ਤੇ ਪੰਜਾਬ ਸਾਰੇ ਦੇ ਹਰ ਜ਼ਿਲ੍ਹੇ ਦੇ ਵਿੱਚ ਪੈਟਰੋਲ ਤੇ 100 ਰੁਪਇਆ ਲੰਘ ਚੁੱਕਿਆ ਆ। ਇਹ ਸਥਿਤੀ ਪ੍ਰਧਾਨ ਮੰਤਰੀ ਜਿਹੜੇ ਸਾਡੇ ਨੇ, ਹੁਣ ਜਦੋਂ ਯੂਪੀਏ ਵੇਲੇ ਇਹ ਬੋਲਦੇ ਹੁੰਦੇ ਸੀ, ਉਦੋਂ ਪੈਟਰੋਲ ਵਾਧਾ ਹੁੰਦਾ ਸੀ, ਤਾਂ ਉਦੋਂ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ, ਲੋਕਾਂ ਦੇ ਉੱਤੇ ਇਹਨੇ ਬੋਝ ਪੈ ਰਿਹਾ। ਕਿ ਹੁਣ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਲੱਗ ਰਿਹਾ ਕਿ ਇੱਕ ਕਿਸ ਪੱਧਰ ਤੱਕ ਵੱਧ ਗਏ ਹੋਏ ਆ। ਅੱਜ ਪ੍ਰਧਾਨ ਮੰਤਰੀ ਹੋਰਾਂ ਦਾ ਟਵੀਟ ਸਾਹਮਣੇ ਆਇਆ ਹੈ ਵੀ ਦਿੱਲੀ 'ਚ ਬੈਠੀ ਸਰਕਾਰ ਗਰੀਬਾਂ ਦਾ ਖੂਨ ਚੂਸ ਰਹੀ ਹੈ। ਇਹ 2013 ਦਾ ਟਵੀਟ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਅੱਜ ਜਿਹੜਾ ਜੀ ਉਹ ਸਾਹਮਣੇ ਆਇਆ। ਲੋਕਾਂ ਕੋਲੇ ਕੰਮ ਨਹੀਂ ਹੈਗੇ, ਦੁਕਾਨਦਾਰਾਂ ਕੋਲੇ ਗਾਹਕ ਨਹੀਂ ਆ ਰਹੇ, ਤੇ ਦੂਸਰੇ ਪਾਸੇ ਸਭ ਤੋਂ ਵੱਡਾ ਨੁਕਸਾਨ ਕਿਸਾਨ ਦਾ ਵੀ ਹੈ, ਕਿਉਂਕਿ ਬਿਜਲੀ ਜਿਹੜੀ ਹੈ ਉਹ ਮਿਲ ਨਹੀਂ ਰਹੀ, ਤੇ ਡੀਜ਼ਲ ਦੇ ਉੱਤੇ ਜਿਹੜੇ ਆ ਉਹ ਜਨਰੇਟਰ ਚੱਲਣੇ ਆ, ਟਰੈਕਟਰ ਚੱਲਣੇ ਆ। ਇਹਦਾ ਅਸਰ ਸਿੱਧਾ ਮਾਰੂ ਰੂਪ ਫਿਰ ਹੌਲੀ ਹੌਲੀ ਕੰਜ਼ਿਊਮਰ ਤੇ ਪਊਗਾ। ਕਾਂਗਰਸ ਦਾ ਵਿਚਲਾ ਕਲੇਸ਼ ਹੈ ਜਿਹੜਾ ਸਿੱਧੂ ਸਾਹਿਬ ਵਾਲਾ ਜਿਹੜਾ ਸ਼ੁਰੂ ਹੋਇਆ, ਕਿੱਥੇ ਪਹੁੰਚਦਾ, ਕਿ ਸੀਐਮ ਬਣਦੇ ਆ, ਡਿਪਟੀ ਸੀਐਮ ਬਣਦੇ ਆ। ਲੋਕੀ ਤੇ ਕਹਿ ਰਿਹਾ ਕਿ
ਆਮ ਆਦਮੀ ਪਾਰਟੀ ਕੋਲੇ ਚਿਹਰਾ ਹੀ ਇੱਕੋ ਰਹਿ ਗਿਆ ਸੀ ਐਮ ਵਾਸਤੇ। ਹਾਂਜੀ, ਵੀ ਸਿੱਧੂ ਸਾਹਿਬ ਹੀ ਜਾਣਗੇ ਉਧਰ। ਜਿਹੜੀ ਸਿੱਧੂ ਸਾਹਿਬ ਦੀ ਜਿਹੜੀ ਸਮੱਸਿਆ ਬਣੀ ਹੋਈ ਨਾ ਹਾਈ ਕਮਾਂਡ ਦੇ ਜਿਹੜੇ ਅੰਦਰੂਨੀ ਕੁਝ ਲੋਕ ਨੇ ਉਹ ਇਹ ਦੱਸਦੇ ਨੇ ਕਿ ਉਹ ਇਹਨਾਂ ਨੂੰ ਅਹੁਦਾ ਦੇਣ ਨੂੰ ਤਿਆਰ ਨੇ, ਚੰਗਾ ਤਕੜਾ। ਇੱਕ ਜਿਹੜਾ ਵਿਸ਼ਵਾਸ ਨਹੀਂ ਉਹਨਾਂ ਦਾ ਵੱਜ ਰਿਹਾ, ਉਹਨਾਂ ਨੂੰ ਇਹ ਲੱਗਦਾ ਕਿ ਉਹ ਨਾ ਹੋਵੇ ਵੀ ਅੱਜ ਅਸੀਂ ਅਹੁਦਾ ਦੇ ਦਈਏ, 7-8 ਮਹੀਨੇ ਪਏ ਆ, ਉਦੋਂ ਤੱਕ ਇਹ ਕੈਪਟਨ ਸਾਹਿਬ ਦੇ ਨਾਲ ਜਾਂ ਕਿਸੇ ਹੋਰ ਨਾਲ ਫੇਰ ਲੜ ਜਾਣ ਤੇ ਅਖੀਰ ਤੇ ਕਹਿਣਾ ਚੁੱਕੋ ਉਹਦਾ ਮੈਂ ਨਹੀਂ ਕਰਦਾ, ਫਿਰ ਉਦੋਂ ਕਾਂਗਰਸ ਦੀ ਕੀ ਰਹੂਗੀ? ਉਹਦੀ ਕੁਝ ਨਹੀਂ ਰਹਿਣੀ। ਇਹ ਕੋਈ 7-8 ਸਾਲ ਪੁਰਾਣੀ ਜਾਂ ਇਹ ਤੋਂ ਵੱਧ ਦੀ ਗੱਲ ਹੋਈ। ਇੱਕ ਵਾਰੀ ਡਾਕਟਰਾਂ ਨੇ ਮਨਾ ਕੀਤਾ ਸੀ ਸਿੱਧੂ ਸਾਹਿਬ ਨੂੰ ਵੀ ਤੁਸੀਂ ਆਪਣਾ ਕੰਟਰੋਲ ਰੱਖੋ, ਨਹੀਂ ਤਾਂ ਇਹ ਤੁਹਾਡੇ ਲਈ ਮੁਸ਼ਕਲ ਖੜੀ ਕਰੂਗਾ, ਵੀ ਤੁਸੀਂ ਲੋੜ ਤੋਂ ਵੱਧ ਜਿਹੜਾ ਉਹ ਬੋਲਦੇ ਹੋ। ਉਦੋਂ ਡਾਕਟਰਾਂ ਨੇ ਚੁੱਪ ਕਰਾਇਆ ਸੀ ਇਹਨਾਂ ਕਰਕੇ ਸੀ ਤੋਂ ਉਹ ਕੁਝ ਸਮੇਂ ਦੇ ਵਾਸਤੇ। ਆ ਹੁਣ ਪਿੱਛੇ ਦੇ ਜਿਹੜਾ ਦੀ ਉਹ ਚੁੱਪ ਰਹੇ, ਹੁਣ ਮੈਨੂੰ ਇਹ ਲੱਗਦਾ ਕਿ ਸਾਰਾ ਗੁੱਬਗਲਾਟ ਜਿਹੜਾ ਦੀ ਉਹ ਕੱਢ ਰਹੇ ਆ। ਸਿੱਧੂ ਸਾਹਿਬ ਬਾਰੇ ਪੱਤਰਕਾਰਾਂ 'ਚ ਵੀ ਇੱਕ ਗੱਲ ਚੱਲਦੀ ਆ, ਉਹ ਕਹਿੰਦੇ ਵੀ ਉਹ ਪੱਤਰਕਾਰਾਂ ਨੂੰ ਨਾ ਪੂਰੀ ਇੱਜ਼ਤ ਨਹੀਂ ਦਿੰਦੇ ਹੈਗੇ, ਤੂੰ ਕਰਕੇ ਬੋਲਦੇ ਆ। ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਤੇ ਸਾਡੇ ਅੱਜ ਦੇ ਸਾਡੇ ਮਹਿਮਾਨ ਪੰਨੂ ਸਾਹਿਬ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ। ਪੰਨੂ ਸਾਹਿਬ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਮਿਹਰਬਾਨੀ। ਥੈਂਕ ਯੂ ਜੀ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ। ਅਸੀਂ ਹਰ ਵਾਰ ਹਫਤੇ ਦੀਆਂ ਕੁਝ ਖਾਸ ਕਹਾਣੀਆਂ ਲੈਂਦੇ ਹਾਂ ਜੋ ਵਾਪਰਨੀਆਂ ਸਮਾਜ ਦੇ ਵਿੱਚ ਹੈ, ਸਿਆਸਤ ਦੇ ਵਿੱਚ ਹੈ ਜਾਂ ਸਰਕਾਰਾਂ ਦੇ ਵਿੱਚ ਹੈ। ਲੇਕਿਨ ਇਸ ਵਾਰ ਅਸੀਂ ਇਹ ਹੁਣੇ ਗੱਲ ਕਰ ਰਹੇ ਸੀ ਕਿ ਅਸੀਂ ਗੱਲ ਕਰਨੀ ਆ ਥੋੜ੍ਹੀ ਜਿਹੀ ਰਿਸ਼ਤਿਆਂ ਦੀ, ਕਿ ਇਸ ਸਮੇਂ ਦੇ ਦੌਰਾਨ ਪਿਛਲੇ 30-40 ਸਾਲਾਂ ਦਾ ਜੋ ਇੱਕ ਟ੍ਰੈਂਡ ਬਦਲਿਆ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਕਿਸ ਕਿਸਮ ਦੀਆਂ ਤਬਦੀਲੀਆਂ ਆ ਰਹੀਆਂ ਨੇ। ਤੁਹਾਨੂੰ ਯਾਦ ਹੋਣਾ ਪੰਨੂ ਸਾਹਿਬ, ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਣੇ ਬਜ਼ੁਰਗ ਵੀ ਗੱਲਾਂ ਕਰਦੇ ਹੁੰਦੇ ਸੀ ਕਿ 1 ਰੁਪਈਆ ਹੱਥ 'ਤੇ ਰੱਖ ਕੇ ਤੇ ਰਿਸ਼ਤਾ ਹੋ ਜਾਂਦਾ ਸੀ, ਤੇ ਵਿਚੋਲਾ ਹੀ ਜਾ ਕੇ ਰੱਖ ਆਉਂਦਾ ਸੀ ਮੁੰਡੇ ਦੇ ਹੱਥ 'ਤੇ, ਜਾਂ ਛੁਹਾਰਾ ਰੱਖ ਦੇਣਾ ਤੇ ਗੁੜ ਦੀ ਇੱਕ ਡਲੀ, ਹਾਂਜੀ, ਜਿਹਨੂੰ ਪਿੰਨੀ ਰੋੜੀ ਕਹਿੰਦੇ ਸੀਗੇ, ਉਹਦੇ ਨਾਲ ਰਿਸ਼ਤੇ ਹੋ ਜਾਂਦੇ ਸੀ। ਪਰ ਅਸੀਂ ਵੇਖਿਆ ਕਿ ਹੁਣ ਪਿਛਲੇ ਲੰਮੇ ਸਮੇਂ ਤੋਂ ਅਖਬਾਰਾਂ 'ਚ ਇਸ਼ਤਿਹਾਰ ਆ ਰਹੇ ਨੇ, .com shaadi.com ਤੇ ਫਲਾਣਾ ਕੌਮ ਉੱਥੇ ਆ ਰਹੇ ਨੇ, ਤੇ ਨਵੀਂ ਕਿਸਮ ਨਾਲ ਰਿਸ਼ਤੇ ਤੈਅ ਸ਼ੁਰੂ ਹੋਏ ਆ ਜਦੋਂ ਤੋਂ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਰਹਿਣ ਸਹਿਣ ਦੇ ਵਿੱਚ ਆਰਥਿਕਤਾ ਜਿਹੜੀ ਆ ਨਾ ਉਹ ਭਰੂ ਹੋ ਗਈ ਹੋਈ ਆ। ਤੇ ਤੁਸੀਂ ਅਖਬਾਰਾਂ ਦੇ ਵਿੱਚ ਅਸੀਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਕਿਸ ਤਰ੍ਹਾਂ ਦੇ ਇਸ਼ਤਿਹਾਰ ਆਉਂਦੇ ਆ। ਲੋਕ ਕਹਿੰਦੇ ਜੀ ਕੁੜੀ ਨੇ ਮੁੰਡੇ ਦੇ 5 ਬੈਂਡ ਹੋਣੇ ਚਾਹੀਦੇ ਆ, 6 ਹੋਣੇ ਚਾਹੀਦੇ ਆ, ਤੇ ਖਰਚਾ ਮੁੰਡੇ ਵਾਲੇ ਕਰਨਗੇ, ਤੇ ਕੁੜੀ ਨੂੰ ਉੱਧਰ ਲੈ ਜਾਓ, ਤੇ ਜੇ ਕੁੜੀ ਨੂੰ ਲੈ ਕੇ ਜਾਣਾ ਤੇ ਫਿਰ ਭੂਆ ਦੇ ਮੁੰਡੇ ਨੂੰ ਲੈ ਜਾਓ ਨਾਲ। ਆ ਸ਼ਰਤਾਂ ਹੁੰਦੀਆਂ ਨੇ। ਲੇਕਿਨ ਹੁਣ ਇਹ ਵੀ ਸਾਹਮਣੇ ਆਇਆ ਕਿ ਇਸ ਤੋਂ ਅਗਾਂਹ ਵੀ ਕੰਮ ਚੱਲ ਪਿਆ ਹੋਇਆ ਕਿ ਰਿਸ਼ਤੇ ਸਾਡੇ ਕਿਵੇਂ ਖਰਾਬ ਹੋ ਰਹੇ ਨੇ। ਇਹ ਰਿਸ਼ਤਾ ਜੋ ਪਵਿੱਤਰ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ, ਇਹਦੇ ਵਿੱਚ ਤੇ ਪਿੱਛੇ ਜੇ ਪੰਨੂ ਸਾਹਿਬ ਖਬਰ ਤੁਹਾਡੇ ਵੀ ਨਿਗਾਹ 'ਚ ਹੋਣੀ, ਸਾਡੇ ਦਰਸ਼ਕਾਂ ਨੇ ਵੀ ਪੜ੍ਹੀ ਹੋਣੀ ਆ ਕਿ ਲੜਕੀ ਨੂੰ ਇੱਥੋਂ ਲਿਜਾਣ ਵਾਸਤੇ ਸਹੁਰਾ ਬਾਹਰੋਂ ਆਇਆ ਤੇ ਸਹੁਰੇ ਨੇ ਆਪਣੀ ਨੂੰਹ ਨਾਲ ਵਿਆਹ ਕਰਾਇਆ। ਵਿਆਹ ਕਰਾ ਕੇ ਕੈਨੇਡਾ ਪਹੁੰਚੇ, ਤੇ ਜਦੋਂ ਉੱਥੇ ਜਾ ਕੇ, ਕਿਉਂਕਿ ਤੈਅ ਹੋਇਆ ਸੀ ਕਿ ਉੱਥੇ ਜਾ ਕੇ ਤਲਾਕ ਹੋ ਜਾਏਗਾ ਬਾਅਦ ਦੇ ਵਿੱਚ, ਤੇ ਕੁੜੀ ਉੱਥੇ ਅੜ ਗਈ ਕਿ ਮੈਂ ਤੇ ਕਿਉਂਕਿ ਵਿਆਹ ਇਸ ਬੰਦੇ ਨਾਲ ਕਰਾ ਕੇ ਆਈ ਹਾਂ, ਇਹਦੇ ਨਾਲ ਹੀ ਰਹੂੰਗੀ ਹੁਣ। ਸੋ ਜਿਹੜਾ ਨਵਾਂ ਟ੍ਰੈਂਡ ਹੈ ਉਸ ਬਾਰੇ ਪੰਨੂ ਸਾਹਿਬ ਤੁਹਾਨੂੰ ਦੱਸਣਗੇ ਕਿ ਕਿਵੇਂ ਹੁਣ ਰਿਸ਼ਤੇ ਦਿਲਾਂ 'ਤੇ ਨਹੀਂ ਪਰ ਨੋਟਾਂ 'ਤੇ ਕੀਤੇ ਜਾਂਦੇ ਆ। ਵੀ ਬਿਲਕੁਲ ਬਰਾੜ ਸਾਹਿਬ, ਐਕਚੁਅਲੀ 2 ਚੀਜ਼ਾਂ ਨੇ। ਇੱਕ ਤੁਸੀਂ ਲਵ ਜਿਹਾਦ ਦਾ ਵੀ ਪੜ੍ਹਿਆ ਹੋਣਾ ਜਿਹੜਾ ਚੱਲ ਰਿਹਾ, ਤੁਸੀਂ ਦੇਖੋ ਉਹਦੇ ਵਿੱਚ ਵੀ ਇੱਕ ਮੈਂ ਉਹ ਲੜਕੀ ਦੀ ਵੀਡੀਓ ਦੇਖ ਰਿਹਾ ਸੀਗਾ ਜਿਹਦਾ ਪਹਿਲਾ ਨਾਮ ਵੀਰਪਾਲ ਕੌਰ ਹੈ, ਉਹਨੇ ਬਾਅਦ ਦੇ ਵਿੱਚ ਬਦਲ ਲਿਆ, ਉਹ ਮੁਸਲਿਮ ਧਰਮ ਉਹਨੇ ਅਡੋਪਟ ਕਰ ਲਿਆ ਸੀ। ਉਹਨੇ ਕੁਐਸਚਨ ਰੇਜ਼ ਕੀਤੇ ਆ ਉਹਦੇ ਵਿੱਚ। ਉਹ ਇੱਕ ਪੱਖ ਆ, ਉਹ ਬਿਲਕੁਲ ਵੱਖਰਾ ਪੱਖ ਹੈ ਜੀ, ਕਿ ਉਹ ਜਿਹੜੀ ਲੜਕੀ ਦਾ ਆਪਾਂ ਸਿਆਸਤ ਦੇਖੀ ਆ, ਉਹਨੂੰ ਲਿਆ ਕੇ, ਉਹ ਦੇਰ ਦੀ ਵਿਆਹੀ ਹੋਈ ਸੀ, ਲਿਆ ਕੇ ਬਿਨਾਂ ਤਲਾਕ ਲਏ ਤੇ ਦੂਜੀ ਜਗ੍ਹਾ ਤੇ ਉਹਨੂੰ ਵਿਆਹਤਾ ਜੀ ਸਾਡੇ ਆਗੂਆਂ ਨੇ ਜੀ, ਸਿਰਫ ਆਪਣੀਆਂ ਫੋਟੋਆਂ ਦੀ ਖਾਤਰ। ਇੱਕ ਉਹ ਹੈ। ਇੱਕ ਇਹ ਜਿਹਦੇ ਉੱਤੇ ਆਪਾਂ ਗੱਲ ਜਿਹੜੀ ਦੀ ਕਰਨੀ ਕਿ ਰਿਸ਼ਤੇ, ਜਿਵੇਂ ਤੁਸੀਂ ਉਹ ਗੁੜ ਦੀ ਰੋੜੀ ਵਾਲੀ ਜਾਂ ਜਿਹੜੀ ਛੁਹਾਰੇ ਵਾਲੀ ਗੱਲ ਕਹੀ, ਜ਼ੁਬਾਨ ਸੀ ਜੀ, ਜ਼ੁਬਾਨ ਸੀ। ਜਿਹੜੇ ਉਹ ਬਜ਼ੁਰਗ ਜਿਹੜੇ ਜ਼ੁਬਾਨ ਦੇ ਸਿਰ, ਅਗਲੇ ਕਹਿੰਦੇ ਜ਼ੁਬਾਨ ਦੇਤੀ ਹੁਣ ਜਾਨ ਚਲਦੀ ਚੱਲ ਜਾਵੇ। ਇੱਕ ਉਹ ਰਘੂਕੁਲ ਰੀਤ ਸਦਾ ਚੱਲੀ ਆਈ ਹੈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਵਚਨ ਹੁੰਦੇ ਸੀਗੇ, ਉਹਨਾਂ ਦੇ ਮਾਇਨੇ ਹੁੰਦੇ ਸੀਗੇ। ਇਹ ਐਕਚੁਅਲੀ 2010 ਦੀ ਗੱਲ ਹੈ ਬੜਾ। ਮੈਂ ਉਦੋਂ ਕੈਨੇਡਾ ਸੀਗਾ ਉਹਨਾਂ ਦਿਨਾਂ ਦੇ ਵਿੱਚ, ਕੁਝ ਸਮੇਂ ਲਈ ਮੈਂ ਚਲੇ ਗਿਆ ਸੀ ਵਿੱਚੋਂ। ਉਦੋਂ ਉੱਥੇ ਇੱਕ ਲੜਕੀ ਦਾ ਫੋਨ ਆਉਂਦਾ ਕਿ ਮੇਰੇ ਨਾਲ ਬਹੁਤ ਧੱਕਾ ਹੋਇਆ, ਤੁਸੀਂ ਮੈਨੂੰ ਮਿਲੋ। ਤਾਂ ਮੈਂ ਉਹਨੂੰ ਜਦੋਂ ਮਿਲਣ ਗਏ ਤਾਂ ਉਹ ਪੋਲੀਓ ਪੀੜਤ ਸੀ ਜੀ, ਉਹਦਾ ਹੇਠਲਾ ਹਿੱਸਾ ਨਹੀਂ ਸੀ ਕੰਮ ਕਰਦਾ। ਜਦੋਂ ਉਹ ਚੱਲ ਕੇ ਆਈ ਤੇ ਮੈਂ ਹੈਰਾਨ ਸੀ ਵੀ ਇਹਦੇ ਨਾਲ ਧੋਖਾ ਕੀ ਹੋਇਆ। ਉਹ ਇੱਥੇ ਆ ਕੇ ਵਿਆਹ ਕਰਾ ਗਈ।
ਔਰ ਵਿਆਹ ਕਰਾ ਕੇ ਉਦੋਂ ਇਮੀਗ੍ਰੇਸ਼ਨ ਜਿਹੜੀ ਸਟੈਂਪ ਹੋ ਜਾਂਦੀ ਸੀ 에ਅਰਪੋਰਟ ਤੇ। ਜਿਹੜਾ ਬੰਦਾ ਇੱਥੋਂ ਵਿਆਹ ਕਰਾ ਕੇ ਗਿਆ ਉਹਨੇ 에ਅਰਪੋਰਟ ਦੇ ਅੰਦਰੋਂ ਉਹਨੂੰ ਫੋਨ ਕਰਤਾ ਮੈਂ ਇਮੀਗ੍ਰੇਸ਼ਨ ਲੈਣੀ ਸੀ, ਉਹ ਮੈਂ ਲੈ ਲਈ, ਹੁਣ ਤੂੰ ਆਪਣੇ ਘਰ ਨੂੰ ਜਾ, ਮੈਂ ਆਪਣੇ ਘਰ ਨੂੰ ਜਾ। ਉਦੋਂ ਇਹ ਚੱਲਿਆ ਔਰ ਉਦੋਂ ਉਹ ਇੱਕ ਤਕੜੀ ਮੂਵਮੈਂਟ ਉੱਥੇ ਕੈਨੇਡਾ ਦੇ ਵਿੱਚ ਅਸੀਂ ਫਿਰ ਰਲ ਕੇ ਕੁਝ ਦੋਸਤਾਂ ਨੇ ਖੜੀ ਕੀਤੀ। ਉਹਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਇਨਵੋਲਵ ਹੋਏ। ਫਿਰ ਉਹਦੇ ਵਿੱਚ ਇਹ ਹੋਇਆ ਕਿ ਕੰਡੀਸ਼ਨਲ ਵੀਜ਼ਾ ਮਿਲਣ ਲੱਗ ਗਿਆ ਜਿਹੜੇ ਸਪਾਊਸ ਸੀ ਉਹਨਾਂ ਨੂੰ। ਉਹ ਚਲੋ ਹੁਣ ਬਾਅਦ ਦੇ ਵਿੱਚ ਉਹ ਹੁਣ ਖਤਮ ਹੋ ਗਈ ਉਹ ਜਿਹੜੀ ਇੱਕ ਵਾਰੀ ਕੰਡੀਸ਼ਨ ਲਾਈ ਸੀ। ਆਹ ਜਿਹੜਾ ਹੁਣ ਨਵਾਂ ਚੱਲਿਆ ਇਹਦਾ ਕੀ ਹੱਲ ਹੋਊਗਾ, ਇਹ ਆਪਣੇ ਆਪ 'ਚ ਬੜਾ ਵੱਡੀ ਸਮੱਸਿਆ ਹੈ ਜੀ। ਪ੍ਰਨੋਟ ਹੈ, ਪ੍ਰਨੋਟ ਦੀ ਕਾਪੀ ਮੇਰੇ ਕੋਲੇ ਆ, ਉਹਦੇ ਉੱਤੇ ਲਿਖਿਆ ਹੋਇਆ ਕਿ ਪਾਰਟੀ A ਸੋ ਐਂਡ ਸੋ ਉਹਦੀ ਬੇਟੀ ਹੈ ਜਿਹੜੀ, ਤੇ ਪਾਰਟੀ B ਜਿਹੜਾ ਸੋ ਐਂਡ ਸੋ ਉਹਦਾ ਮੁੰਡਾ, ਤੇ ਅਸੀਂ ਪਾਰਟੀ B ਜਿਹੜੀ ਆ ਪਾਰਟੀ A ਨੂੰ 25 ਲੱਖ ਰੁਪਈਆ ਜਾਂ 30 ਲੱਖ ਰੁਪਈਆ ਉਹ ਦਿੰਦੀ ਆ, ਕਿਉਂਕਿ ਪਾਰਟੀ A ਦੇ ਕੋਲੇ 7 ਬੈਂਡ ਨੇ ਜਾਂ 8 ਬੈਂਡ ਨੇ, ਉਹ ਲਿਖਿਆ ਹੈ ਨਾਮ। ਉਹ ਪਾਰਟੀ A ਜਿਹੜੀ ਆ ਉਹ ਕੈਨੇਡਾ ਜਾਊਗੀ, ਉਹ ਉੱਥੇ ਜਾ ਕੇ ਪਾਰਟੀ B ਦਾ ਜਿਹੜਾ ਉਹਨੂੰ ਉਹ ਸੱਦੂਗੀ ਸਪਾਊਸ ਵੀਜ਼ੇ ਦੇ ਤੌਰ ਦੇ ਉੱਤੇ। ਜੇ ਉਹ ਮੁੱਕਰਦੇ ਆ ਤੇ ਉਹ ਵੀ ਡਬਲ ਦੇਣ ਦੇ ਜਿਹੜੇ ਹੱਕਦਾਰ ਹੋਣਗੇ। 3600 ਕੇਸ ਪਿਛਲੇ 5 ਸਾਲਾਂ ਦੇ ਵਿੱਚ ਰਜਿਸਟਰਡ ਹੋ ਚੁੱਕਾ ਹੋਇਆ। ਔਰ ਜਿਹੜੇ ਬੜਾ ਬਹੁਤ ਸਾਰੀਆਂ ਪਰਿਵਾਰ ਇਦਾਂ ਦੇ ਹੁੰਦੇ ਜਿਹੜੇ ਅਗਲੇ ਕਹਿੰਦੇ ਛੱਡੋ ਆਪੇ ਬਦਨਾਮੀ ਹੋਊਗੀ, ਆਪਾਂ ਕਾਹਦੇ ਲਈ ਹੁਣ ਇਸ ਕੰਮ 'ਚ ਪੈਣਾ। ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਮੀਨਾਂ ਵਿਕ ਰਹੀਆਂ ਨੇ ਇਸ ਵੇਲੇ ਪੰਜਾਬ 'ਚ, ਗਹਿਣੇ ਧਰੀਆਂ ਜਾ ਰਹੀਆਂ ਨੇ ਇਸੇ ਕਰਕੇ ਪ੍ਰਨੋਟਾਂ ਦੇ ਵਾਸਤੇ। ਔਰ ਉਹ ਦੇ ਕੇ ਜਿਹੜਾ ਵੀ ਕਿਸੇ ਤਰੀਕੇ ਦੇ ਨਾਲ ਇਹ ਬਾਹਰ ਜਿਹੜਾ ਉਹ ਚਲੇ ਜਾਣ। ਮਤਲਬ ਕਿ ਇਹ ਨਗਾਰ ਹੈ, ਸਿਖਰ ਹੈ ਮੇਰਾ ਖਿਆਲ ਨਗਾਰ ਦੀ ਜਿਹੜੀ, ਕਿ ਇੱਥੋਂ ਤੱਕ ਚਲੇ ਗਿਆ ਕਿ ਜਿਹੜਾ ਰਿਸ਼ਤਾ ਉਹ ਪ੍ਰਨੋਟ ਦੇ ਉੱਤੇ ਆ ਉਹ ਕਿੰਨੀ ਦੇਰ ਨਿਭੂਗਾ। ਅੱਛਾ, ਉੱਥੇ ਕੁੜੀ ਜਾ ਕੇ ਕੇਸ ਕਿਉਂ ਹੋ ਰਿਹਾ, ਕੁੜੀ ਜਾ ਕੇ ਮੁੱਕਰ ਜਾਂਦੀ ਹੈ, ਕੁੜੀਆਂ ਨਾਲ ਰਿਲੇਟਡ ਨੇ ਜੀ ਸਾਰੇ ਕੇਸ। ਕੁੜੀ ਮੁੱਕਰ ਜਾਂਦੀ ਹੈ ਵੀ ਨਹੀਂ ਮੈਂ ਨਹੀਂ ਉਹਦੇ ਨਾਲ ਜਿਹੜਾ ਜੀ ਵਿਆਹ ਕਰਾਉਣਾ ਜਾਂ ਉਹਨੂੰ ਸੱਦਣਾ ਨਹੀਂ ਮੈਂ, ਉਹ ਉੱਥੇ ਜਾ ਕੇ ਹੋਰ ਲੱਭ ਲੈਂਦੀ ਆ ਜਾਂ PR ਹੋਣ ਤੱਕ ਕੋਈ ਇੰਤਜ਼ਾਰ ਕਰਦੀ ਆ, ਫਿਰ ਆ ਕੇ ਇੱਥੋਂ ਜੋ ਵੀ ਉਹ ਕਰਾਉਂਦੀ ਆ ਉਹ ਮੇਰਾ ਖਿਆਲ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਆ ਕਿ ਉਹ ਕੀ ਕਰਦੀ ਆ। ਪਰ ਉਹ ਮੁੱਕਰ ਰਹੀਆਂ ਨੇ ਕੁੜੀਆਂ। ਮੁੱਕਰਨ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ 'ਚ ਸੁਸਾਈਡ ਵਧੇ, ਕੁਦਰਤੀ। ਉਹਨਾਂ ਨੇ ਦੇਖੋ ਇੱਕ ਤਾਂ ਵੜਾ ਸਾਹਿਬ ਉਹਨਾਂ ਨੇ ਕੁਝ ਕੀਤਾ ਨਹੀਂ, ਮਾਂ ਪਿਓ ਨੇ ਪੈਸੇ ਲਾਤੇ। ਜਿਹੜੇ ਬੰਦੇ ਦੇ ਦਿਮਾਗ 'ਚ ਇੱਕ ਵਾਰੀ ਇਹ ਵੜ ਜਾਂਦਾ ਵੀ ਉਹਨੇ ਬਾਹਰ ਜਾਣਾ, ਉਹ ਇੱਥੋਂ ਤਾਂ ਕੰਮ ਲਈ ਉਦੋਂ ਹੀ ਨਿਕੰਮਾ ਹੋ ਜਾਂਦਾ। ਉਹ ਆਮ ਲੋਕਾਂ ਨਾਲ ਰਲ ਕੇ ਤੁਰਦਾ ਹੀ ਨਹੀਂ, ਉਹ ਸੌਣ ਵੀ ਪਹਿਲਾਂ ਹੀ ਉਸ ਹਿਸਾਬ ਨਾਲ ਲੱਗ ਜਾਂਦਾ ਵੀ ਉਧਰ ਰਾਤ ਹੈ ਤੇ ਇੱਧਰ ਮੈਂ ਟਾਈਮ ਸੈੱਟ ਕਰਕੇ ਜਾਣਾ ਹੈ। ਹਾਂਜੀ ਹਾਂ, ਉਹ ਇੰਨਾ ਜ਼ਿਆਦਾ ਉਹਦੇ 'ਚ ਖੁੱਭ ਜਾਂਦਾ। ਤੇ ਜਦੋਂ ਉਹ ਹਰਟ ਹੁੰਦਾ ਇਸ ਚੀਜ਼ ਦੇ ਉੱਤੇ ਕਿ ਆਹ ਕੀ ਹੋ ਗਿਆ, ਤੇ ਪੁਲਿਸ ਦੇ ਕੋਲੇ ਵੂਮਨ ਸੈੱਲ ਦੇ ਕੋਲੇ ਬਹੁਤ ਸਾਰੇ ਕੇਸ ਨੇ, ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਕੇਸ ਨੇ ਇਸ ਵੇਲੇ। 3600 ਦਾ ਅੰਕੜਾ ਬੜਾ ਵੱਡਾ ਅੰਕੜਾ ਜਿਹੜਾ ਹੁੰਦਾ ਪੰਜਾਬ ਦੇ ਵਿੱਚ ਜਿਹੜੇ, ਕਿਉਂਕਿ ਆਪਾਂ ਇੱਕ ਦਿਨ ਗੱਲ ਕੀਤੀ ਸੀ ਤੁਹਾਨੂੰ ਯਾਦ ਹੋਣਾ ਵੀ 55 ਲੱਖ ਘਰ ਨੇ ਤੇ 54.5 ਲੱਖ ਪਾਸਪੋਰਟ ਬਣੇ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਕਿੰਨੇ ਲੋਕ ਨੇ ਜਿਹੜੇ ਬੈਠੇ ਨੇ। ਆ ਤਾਂ ਕਰੋਨਾ ਦੇ ਕਰਕੇ ਕੰਮ ਸਲੋ ਹੋ ਗਿਆ, ਨਹੀਂ ਤਾਂ ਪਤਾ ਨਹੀਂ ਕਿੰਨਾ ਕੁ ਹੁੰਦਾ। ਆਈ ਥਿੰਕ ਇਹ ਕਿਸ ਨਿਗਾਰ ਵੱਲ ਨੂੰ ਲੈ ਜਾਊਗਾ। ਉਦੋਂ ਦੀ ਗੱਲ ਹੈ 2010 ਦੇ ਵਿੱਚ ਇਹ ਸਿਖਰ ਤੇ ਸੀਗਾ ਬੜਾ ਸਭ। ਜਿਹੜੀ ਤੁਸੀਂ ਵਿਆਹ ਦੀ ਗੱਲ ਕਰਦੇ ਸੀ, ਇੱਦਾਂ ਦੇ ਵਿਆਹ ਜਿਹੜੇ ਹੁੰਦੇ ਸੀ, ਮੋਗੇ ਕੋਲੇ ਇੱਕ ਮੈਰਿਜ ਪੈਲੇਸ ਫੜਿਆ ਇੱਦਾਂ ਗਿਆ ਵੀ ਜਿਹੜੇ ਇਮੀਗ੍ਰੇਸ਼ਨ ਦੇ ਆਫਿਸਰ ਸੀਗੇ ਉਹਨਾਂ ਨੇ ਦੇਖਿਆ ਵੀ 1 2 3 ਜਿੱਦਾਂ ਦੇਖਦੇ ਨੇ ਉਹਦੇ ਵਾਸਤੇ ਕਿ ਮੇਕ ਸ਼ੋਰ ਕਰਨ ਲਈ ਵੀ ਇਹ ਸਹੀ ਹੈ ਵੀ ਇਹ ਬਰਾਤੀ ਵੀ ਉਹੀ ਨੇ, ਰਿਸ਼ਤੇਦਾਰ ਵੀ ਉਹੀ ਨੇ। ਫਿਰ ਉਹ ਛਾਪਾ ਵੱਜਿਆ ਸੀਗਾ ਤੇ ਉਦੋਂ ਪਤਾ ਲੱਗਿਆ ਵੀ ਉੱਥੇ ਬਰਾਤ ਵੀ ਕਿਰਾਏ ਤੇ ਮਿਲਦੀ ਸੀ ਤੇ ਨਾਲ ਜਿਹੜੇ ਮਾਪਿਓ ਨੇ ਉਹ ਵੀ ਕਿਰਾਏ ਤੇ ਮਿਲਦੇ ਸੀ। ਉਹ ਸੇਮ ਹੀ ਵਿਆਹ, ਹਾਂਜੀ ਹਾਂ, ਸਿਰਫ ਨਕਲੀ ਵਿਆਹ ਜਿਹੜੇ ਉਹ ਹੁੰਦੇ ਸੀਗੇ। ਇਹ ਸਿਖਰ ਹੈ। ਔਰ ਖਾਸ ਤੌਰ ਦੇ ਉੱਤੇ ਉਦੋਂ ਵੜੈਚ ਸਾਹਿਬ ਜਦੋਂ ਤੁਸੀਂ ਕਿਸੇ ਨੂੰ ਹਾਜ਼ਰ ਨਾਜ਼ਰ ਮੰਨ ਰਹੇ ਹੋ, ਗੁਰੂ ਨੂੰ, ਉਹਦੇ ਦੁਆਲੇ ਤੁਸੀਂ ਫੇਰੇ ਵੀ ਲੈ ਰਹੇ ਹੋ ਔਰ ਝੂਠੇ ਲੈ ਰਹੇ ਹੋ। ਗੁਰੂ ਨੂੰ ਹਾਜ਼ਰ ਨਾਜ਼ਰ ਮੰਨਣ ਵਾਲੀ ਗੱਲ ਆਪਾਂ ਕਰਦੇ ਹਾਂ ਹੁਣੇ ਹੀ, ਸਾਡੀ ਸਿਆਸਤ ਵਿੱਚ ਵੀ ਬੜੀ ਚੱਲਣ ਰਹੀ ਹੈ। ਪਰ ਗੱਲ ਇਹ ਆ ਕਿ ਜਿਹੜੇ ਰਿਸ਼ਤੇ ਹੋ ਰਹੇ ਨੇ ਇਹ ਸਾਡੇ ਸਮਾਜ, ਜਿਵੇਂ ਤੁਸੀਂ ਗੱਲ ਕੀਤੀ, ਸੁਸਾਈਡ ਕੇਸ ਵੱਧ ਰਹੇ ਨੇ, ਡਿਪਰੈਸ਼ਨ 'ਚ ਜਾ ਰਹੇ ਨੇ, ਆਰਥਿਕ ਤੌਰ 'ਤੇ ਨਿਘਾਰ ਹੋ ਰਿਹਾ। ਬੜੀ ਅਜੀਬ ਗੱਲ ਹੈ ਕਿ ਪਹਿਲਾਂ 1 ਰੁਪਈਆ ਦੇ ਕੇ ਤੇ ਗੁੜ ਦੀ ਰੋੜੀ ਹੱਥ 'ਤੇ ਰੱਖ ਕੇ ਤਾਉਮਰ ਦਾ ਰਿਸ਼ਤਾ ਜੋੜ ਦਿੱਤਾ ਜਾਂਦਾ ਸੀ ਔਰ ਉਹ ਕਦੇ ਟੁੱਟਦਾ ਨਹੀਂ ਸੀ। ਆਪਾਂ ਆਪਣੇ ਦਾਦੇ ਦਾਦੀਆਂ ਪੜਦਾਦੇ ਵੱਲ ਵੇਖੇ, ਨਾਨੇ ਵਾਲੀਆਂ, ਤੇ ਕੋਈ ਰਿਸ਼ਤਾ ਨਹੀਂ ਲੱਗਦਾ ਵੀ ਉਹ ਵਿੱਚੋਂ ਛੱਡ ਕੇ ਚਲੇ ਗਏ ਹੋਣ। ਤੇ ਹੁਣ ਪ੍ਰਨੋਟ ਤੇ ਰਿਸ਼ਤਾ ਇਸ ਕਰਕੇ ਲਿਖਿਆ ਜਾਂਦਾ ਕਿ ਇਹ ਬਾਅਦ 'ਚ ਟੁੱਟ ਜਾਣਾ। ਇਹ ਗੱਲ ਤੁਹਾਡੀ ਕਨਫਰਮ ਹੁੰਦਾ। ਮਤਲਬ ਅਸੀਂ ਹੇਠਾਂ ਤੋਂ ਉੱਪਰ ਵਾਲੇ ਪਾਸੇ ਉਲਟਾ ਸਭ ਕੁਝ ਹੋ ਗਿਆ। ਸਰਕਾਰਾਂ ਕਿੱਥੇ ਕੰਮ ਕਰ ਰਹੀਆਂ ਨੇ ਪੰਨੂ ਸਾਹਿਬ? ਜਦੋਂ ਅਖਬਾਰ ਦੇ ਵਿੱਚ ਇਸ਼ਤਿਹਾਰ ਛਪ ਰਿਹਾ ਕਿ ਕੁੜੀ ਦੇ 8 ਬੈਂਡ ਹੈ ਜਾਂ ਮੁੰਡੇ ਦੇ 7 ਬੈਂਡ ਹੈ ਤੇ ਅਸੀਂ ਬਾਹਰ ਜਾਣਾ, ਖਰਚਾ ਮੁੰਡੇ ਵਾਲੇ ਕਰਨਗੇ, ਤੇ ਥੱਲੇ ਲਿਖਿਆ ਹੁੰਦਾ ਉਹ ਸਾਈਡ ਦੇ ਕਿ ਵਿਆਹ ਕੱਚਾ। ਹਾਂ ਬਿਲਕੁਲ। ਇਹ ਕਿੱਥੇ ਸਾਡੀਆਂ ਜਿਹੜੀਆਂ ਏਜੰਸੀਜ਼ ਨੇ, ਗਵਰਨਮੈਂਟ ਦੀਆਂ ਏਜੰਸੀਜ਼ ਨੇ, ਇਹ ਜੋ ਇਸ ਕਿਸਮ ਦਾ ਖੇਡ ਖੇਡੀ ਜਾ ਰਹੀ ਹੈ। ਮੀਡੀਆ ਵੀ ਮਿਲ ਕੇ, ਸਾਡੀਆਂ ਅਖਬਾਰਾਂ ਵੀ ਰਲ ਗਈਆਂ ਨਾਲ ਉਹਦੇ। ਬੜਾ ਸਾਹਿਬ, ਅਖਬਾਰਾਂ ਦੇ ਕਿੰਨਾ ਵਿਸ਼ਵਾਸ ਹੈ ਅੱਜ ਵੀ
ਜਦੋਂ ਬੇਸ਼ੱਕ ਆਪਾਂ ਬਹੁਤੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੁੜੇ ਰਹੇ, ਤੁਸੀਂ ਪੂਰੀ ਉਮਰ ਦੇ ਵਿੱਚ ਬਹੁਤ ਲੰਬਾ ਤਜਰਬਾ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੁੜੇ ਰਹੇ, ਅੱਜ ਵੀ ਜਦੋਂ ਕੋਈ ਗੱਲ ਹੁੰਦੀ ਉਹ ਕਹਿੰਦਾ ਅਖਬਾਰ 'ਚ ਪੜ੍ਹਿਆ ਸੀ, ਅਖਬਾਰ 'ਚ ਪੜ੍ਹਿਆ ਸੀ। ਵਿਸ਼ਵਾਸ ਹੈ ਨਾ ਜੀ, ਵਿਸ਼ਵਾਸ ਹੈ। ਇਹ ਅਖਬਾਰਾਂ ਵਿਸ਼ਵਾਸ ਤੋੜ ਰਹੀਆਂ, ਪ੍ਰਿੰਟ ਦਾ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਇਹ ਟੁੱਟ ਰਿਹਾ। ਇਹ ਗੱਲ ਠੀਕ ਹੈ ਜੀ। ਥੱਲੇ ਨਾਲ ਉਹ ਵੀ ਲਿਖਿਆ ਹੁੰਦਾ ਸਿਰਫ ਉਹੀ ਸੰਪਰਕ ਕਰਨ ਜਿਹੜੇ ਉਹਦੇ ਗਾਂ ਭਰਾ ਨੂੰ ਨਾਲ ਲਿਜਾ ਸਕਣ। ਲਿਜਾ ਸਕਦੇ ਆ। ਤੁਸੀਂ ਗੱਲ ਕੀਤੀ ਸੀਗੀ ਹਾਜ਼ਰ ਨਾਜ਼ਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਫੇਰੇ ਲੈਂਦੇ ਆ, ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਹੱਥ ਵਿੱਚ ਗੁਟਕਾ ਫੜ ਕੇ ਸਹੁੰ ਖਾਧੀ ਸੀ। ਤੇ ਹੁਣ ਆਪਾਂ ਉਧਰ ਤਾਂ ਨਹੀਂ ਜਾਂਦੇ ਕਿਉਂਕਿ ਉਸ ਵਿਸ਼ੇ ਦੇ ਉੱਤੇ ਬਹੁਤ ਕੁਝ ਹੋ ਗਿਆ, ਪਰ ਬਿਜਲੀ ਸੰਕਟ ਨੇ ਇੱਕ ਐਸਾ ਕਰੰਟ ਲਾਇਆ ਲੋਕਾਂ ਨੂੰ ਹੁਣ ਕਿ ਜਿਹੜੇ ਸੂਬੇ ਦੇ ਵਿੱਚ ਕਿੰਨੇ ਸਾਲ ਬਿਜਲੀ ਕੱਟ ਨਹੀਂ ਲੱਗਿਆ, ਉੱਥੇ ਅੱਜ ਸੜਕਾਂ ਦੇ ਉੱਤੇ ਕਿਸਾਨ ਬੈਠੇ ਆ, ਸੜਕਾਂ ਦੇ ਉੱਤੇ ਲੋਕ ਬੈਠੇ ਆ, ਪਾਣੀ ਲੋਕਾਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਮੋਟਰਾਂ ਬੰਦ ਹੋ ਜਾਂਦੀਆਂ ਨੇ। ਉਧਰ ਕਿਸਾਨਾਂ ਦਾ ਝੋਨਾ ਉਹਦੇ ਵਿੱਚ ਤੇੜਾਂ ਪਾਟ ਗਈਆਂ ਹੋਈਆਂ ਨੇ ਤੇ ਦੁਬਾਰੇ ਲਾਉਣਾ ਕਿੰਨਾ ਔਖਾ ਹੈ ਉਹਨਾਂ ਨੂੰ ਪਤਾ ਜਿਹੜੇ ਕਿਸਾਨ ਨੇ। ਔਰ ਦੂਸਰੇ ਪਾਸੇ ਸਿੱਧੂ ਸਾਹਿਬ ਨੇ ਬਿਜਲੀ ਸੰਕਟ ਵਾਲਾ ਕੰਮ ਜਿਹੜਾ ਉਹ ਵਾਹਵਾ ਪਿੱਛੋਂ ਪਾਵਰ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਨੂੰ ਜਿਹੜਾ ਉਹ ਚੱਲਦਾ ਰੱਖਿਆ ਜਾ ਸਕੇ, ਪਰ ਕਰੰਟ ਫੇਰ ਨਹੀਂ ਆ ਰਿਹਾ। ਜਗਸੀਰ ਜੀਦਾ ਪੂਰੀ ਲੋਕ ਬੋਲੀਆਂ ਲਿਖਦੇ ਨੇ ਬਹੁਤ ਕਮਾਲ ਦੀਆਂ। ਉਹ ਕਹਿੰਦੇ ਅਸੀਂ ਠੱਗੀਆਂ ਮਾਰਨੀਆਂ ਸਿੱਖ ਗਏ ਗੁਟਕੇ ਦੀ ਸਹੁੰ ਚੁੱਕ ਕੇ, ਠੀਕ ਹੈ ਨਾ ਜੀ। ਛੋਟੀਆਂ ਛੋਟੀਆਂ ਨੇ ਬੜੇ ਮਾਇਨੇ ਹੁੰਦੇ, ਬਹੁਤ ਵਧੀਆ ਲਿਖਦੇ ਆ, ਬਹੁਤ ਵਧੀਆ ਗੱਲ। ਇਹ ਗੱਲ ਤੁਹਾਡੀ ਠੀਕ ਹੈ। ਐਕਚੁਅਲੀ ਉਹ ਸੂਬਾ ਜਿਹਦੇ 'ਚ ਮੈਨੂੰ ਯਾਦ ਹੈ ਕਿ ਪਟਿਆਲੇ ਦੇ ਵਿੱਚ ਮੈਂ ਬੜੇ ਵੱਡੇ ਹੋਰਡਿੰਗਸ ਲੱਗੇ ਦੇਖੇ ਸੀਗੇ ਉਸ ਟਾਈਮ ਕਿ ਪੰਜਾਬ ਬਿਜਲੀ ਪੱਖੋਂ ਸਰਪਲਸ ਬਣਨ ਵਾਲਾ ਪਹਿਲਾ ਸੂਬਾ ਮੁਲਕ ਦਾ ਜੀ। ਔਰ ਉਦੋਂ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਸੀਗੇ ਕਿ ਅਸੀਂ ਛੇਤੀ ਹੁਣ ਪਾਕਿਸਤਾਨ ਨੂੰ ਜਿਹੜੀ ਬਿਜਲੀ ਆ ਉਹ ਵੇਚਣੀ ਸ਼ੁਰੂ ਕਰ ਦੇਣੀ ਹੈ। ਵੈਸੇ ਉਹ ਕੱਲ੍ਹ ਕਹਿ ਰਹੇ ਸੀਗੇ ਕਿ ਜਦੋਂ ਜੇ ਸਾਡੀ ਸਰਕਾਰ ਦੁਬਾਰਾ ਆ ਗਈ ਨਹਿਰਾਂ 'ਚ ਸਾਲ 'ਚ 24 ਮਹੀਨੇ ਬਿਜਲੀ ਪਾਣੀ ਆਇਆ ਕਰੂਗਾ। 24 ਮਹੀਨੇ ਉਹਨਾਂ ਨੇ ਕਿਹਾ ਜੀ। ਉਹ ਕੁਝ ਵੀ ਕਹਿ ਦਿੰਦੇ ਆ, ਨਿਕਲ ਜਾਂਦੇ ਮੂੰਹ 'ਚ ਨਿਕਲ ਜਾਂਦੇ। ਉਹਨਾਂ ਨੇ ਇਹ ਜਿਹੜੀ ਸਰਪਲਸ ਬਿਜਲੀ ਵਾਲਾ ਸੀਗਾ ਉਦੋਂ, ਕਿਉਂਕਿ ਇੱਕ ਨਾਰਾ ਉਹ ਇਹ ਵੀ ਦਿੰਦੇ ਹੁੰਦੇ ਸੀਗੇ ਕਿ ਰਾਜ ਕਰਾਂਗੇ 25 ਸਾਲ ਜੀ। ਤੋਂ 25 ਸਾਲ ਦੇ ਰਾਜ ਕਰਕੇ ਉਹਨਾਂ ਨੇ 25 ਸਾਲਾਂ ਦੇ ਸਮਝੌਤੇ ਸਾਈਨ ਕਰ ਲਏ। ਇਹ ਦੇਖਿਆ ਹੀ ਨਾ ਕਿ ਪਾਵਰ ਪਰਚੇਜ਼ ਐਗਰੀਮੈਂਟ ਜਿਹੜਾ ਹੈ ਇਹਦੇ ਅਗਲੇ ਜਿਹੜੇ ਪ੍ਰਭਾਵ ਨੇ ਉਹ ਕੀ ਪੈਣਗੇ। ਇਹਦੇ 'ਚ ਇੱਕ ਜਿਹੜਾ ਵੱਡਾ ਭੇਦ ਆ ਉਹ ਇਹ ਆ ਵੜੈਚ ਸਾਹਿਬ ਕਿ ਮੌਜੂਦਾ ਸਰਕਾਰ ਇਹਦੇ ਉੱਤੇ ਕੰਮ ਕਿਉਂ ਨਹੀਂ ਕਰ ਰਹੀ ਜਾਂ ਉਹਨੇ ਕਿਉਂ ਨਹੀਂ ਰਿਵਾਈਜ਼ ਕੀਤੇ, ਕਿਉਂਕਿ ਜਿਹੜੇ ਸੁਰੇਸ਼ ਕੁਮਾਰ ਇਸ ਵੇਲੇ ਕੈਪਟਨ ਸਾਹਿਬ ਦੇ ਖਾਸਮ ਖਾਸ ਉਹਨਾਂ ਦੇ ਸਾਈਨ ਨੇ ਸਮਝੌਤੇ ਜੀ। ਉਹਨਾਂ ਨੇ, ਉਹ ਉਦੋਂ ਵੀ ਆਫੀਸਰ ਸਨ, ਉਹਨਾਂ ਨੇ ਸਾਈਨ ਕੀਤੇ। ਹੁਣ ਆਪਣੇ ਸਾਈਨਾਂ ਨੂੰ ਉਹ ਕਿਵੇਂ ਜਿਹੜਾ ਉਹ ਉਲੱਘਣ ਕਰਵਾ ਸਕਦੇ, ਠੀਕ ਹੈ ਨਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਟਵੀਟ ਕੀਤੇ ਕੱਲ੍ਹ, ਮੈਂ ਉਹਨਾਂ ਦਾ ਇੱਕ ਟਵੀਟ ਰੀਟਵੀਟ ਕੀਤਾ ਸੀਗਾ। ਉਹਦੇ ਉੱਤੇ ਇਹ ਲਿਖ ਕੇ ਵੀ ਸਿੱਧੂ ਸਾਹਿਬ ਜੇ ਤੁਹਾਨੂੰ ਇਹ ਅਹੁਦਾ ਆਫਰ ਕੀਤਾ ਜਾ ਰਿਹਾ ਸੀ ਤੁਸੀਂ ਇਹ ਅਹੁਦਾ ਲੈ ਕੇ ਚੇਂਜਸ ਕਰ ਦਿੰਦੇ ਤੇ ਅੱਜ ਤੁਹਾਨੂੰ ਟਵੀਟ ਕਰਕੇ ਲੋਕਾਂ ਨੂੰ ਆਪਣੇ ਨਾਲ ਨਾ ਜੋੜਨਾ ਪੈਂਦਾ। ਉਦੋਂ ਤਾਂ ਤੁਸੀਂ ਘਰ ਬਹਿ ਗਏ ਵੀ ਮੈਂ ਨਹੀਂ, ਜਿਹੜਾ ਚੁਣ ਕੇ ਲੋਕਾਂ ਨੇ ਤੁਹਾਨੂੰ ਭੇਜਿਆ ਸੀ। ਸਥਾਨਕ ਸਰਕਾਰਾਂ ਨਹੀਂ ਤੇ ਪਾਵਰ ਮੰਤਰਾਲਾ ਲੈ ਕੇ, ਹਾਂ ਜੇ ਕਪਤਾਨ ਸਾਹਿਬ ਜਾਂ ਮੁੱਖ ਮੰਤਰੀ ਉਹਨਾਂ ਨੂੰ ਨਾ ਕੰਮ ਕਰਨ ਦਿੰਦੇ ਫਿਰ ਅਸਤੀਫਾ ਦੇ ਕੇ ਆਉਂਦੇ, ਫਿਰ ਲੋਕਾਂ ਦੇ ਵਿੱਚ ਵਿਸ਼ਵਾਸ ਬਣਦਾ ਵੀ ਕੰਮ ਕਰਨਾ ਚਾਹੁੰਦਾ ਸੀ ਬੰਦਾ, ਨਹੀਂ ਕੀਤਾ। ਜਦੋਂ ਉਹਨਾਂ ਨੇ ਵੜੈਚ ਸਾਹਿਬ ਇਹਦੇ 'ਚ ਹੋਰ ਇੱਕ ਗੱਲ ਜਿਹੜੀ ਅਹਿਮ ਹੋਈ ਕਿ ਉਹਨਾਂ ਨੇ ਤਾਂ ਇਹ ਸਾਰਾ ਕੁਝ ਲਿਖਿਆ, ਤਰਥੱਲੀ ਮਚਾਤੀ, ਸ਼ਾਮ ਤੱਕ ਇਹ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਆਪਣੀਆਂ ਦੇਣਦਾਰੀਆਂ ਖੜੀਆਂ ਹੋਈਆਂ, ਠੀਕ ਹੈ ਨਾ। ਜੇ ਤੁਸੀਂ 8000 ਵੀ ਦੇਣਾ ਹੋਵੇ ਤੇ ਵੜੈਚ ਸਾਹਿਬ ਉਹਨਾਂ ਨੇ ਕਰੈਕਸ਼ਨ ਕੱਟ ਜਾਣਾ। ਇੱਥੇ ਜਿਹੜਾ ਅਜੇ ਪੈਂਡਿੰਗ ਖੜਾ ਪੌਣੇ 9 ਲੱਖ ਖੜਾ, ਔਰ ਪਹਿਲਾਂ ਇਹਨਾਂ ਦਾ 17,64,000 ਸੀ। ਹਾਂਜੀ ਹਾਂ, ਉਹ ਇਹਨਾਂ ਚੋਂ 10 ਲੱਖ ਭਰਤਾ ਕਿਉਂਕਿ ਉਹਦੇ ਉੱਤੇ ਇਹਨਾਂ ਨੂੰ ਸਰਚਾਰਜ ਲੱਗਿਆ ਵੀ ਬਿਜਲੀ ਬੋਰਡ ਸ਼ਾਇਦ ਜ਼ਿਆਦਾ ਲਾਉਂਦਾ, ਪਰ ਇਹਨਾਂ ਨੂੰ ਇਹ ਨਹੀਂ ਲੱਗਿਆ ਵੀ ਲੋਕਾਂ ਤੇ ਵੀ ਤਾਂ ਸਰਚਾਰਜ ਲੱਗਦਾ। ਤੁਸੀਂ ਕਦੀ ਸਰਚਾਰਜ ਲਈ ਅਪਲਾਈ ਕੀਤਾ? ਕਦੇ ਨਹੀਂ ਕੀਤਾ, ਕਿਉਂਕਿ ਅਸੀਂ ਸੋਚਦੇ ਹਾਂ ਕਿ ਠੀਕ ਹੈ ਜੋ ਬਿਜਲੀ ਬੋਰਡ ਨੇ ਮੀਟਰ ਲਾਤੇ ਉਹ ਅਸੀਂ ਮੰਨ ਕੇ ਚੱਲਦੇ ਹਾਂ। ਪਰ ਕਿਉਂਕਿ ਇਹ ਵੱਡੇ ਲੋਕ ਜਿਹੜੇ ਹੁੰਦੇ ਨੇ ਨਾ, ਇਹਨਾਂ ਨੂੰ ਪਤਾ ਹੁੰਦਾ ਕਿ ਇਹ ਡਿਸਪਿਊਟਸ ਪਾ ਕੇ ਅਸੀਂ ਰਾਹਤ ਜਿਹੜੀ ਆ ਉਹ ਲੈ ਲੈਣੀ ਆ। ਵੈਸੇ ਇੱਕ ਗੱਲ ਹੈ ਪਨੂ ਸਾਹਿਬ, ਸਿੱਧੂ ਸਾਹਿਬ ਟਵੀਟਸ ਤੇ ਬਹੁਤ ਕਰਦੇ, ਚਿੜੀ ਉਡਾਉਂਦੇ ਆ, ਹਰ ਹਫ਼ਤੇ ਉਡਾ ਦਿੰਦੇ ਆ ਤੇ ਫਿਰ ਅੰਦਰ ਬਹਿ ਜਾਂਦੇ ਆ। ਇੱਕ ਇਹਨਾਂ ਨੇ ਬੜਾ ਜਿਹੜਾ ਸੁਖਬੀਰ ਬਾਦਲ ਹੋਣਾ ਉੱਤੇ ਕੀਤਾ, ਕਿਉਂਕਿ ਸੁਖਬੀਰ ਬਾਦਲ ਨੇ ਕਿਹਾ ਕਿ ਮਿਸਗਾਈਡਡ ਮਿਜ਼ਾਈਲ ਆ, ਤਾਂ ਉਹਨਾਂ ਕਿਹਾ ਨਹੀਂ ਗਾਈਡਡ ਹੀ ਆ, ਮੈਂ ਸੁਖਵੀਲਾ ਜਿਹੜਾ ਉਹਨੂੰ ਪਬਲਿਕ ਸਕੂਲ ਬਣਾਉਣਾ ਤੇ ਪਬਲਿਕ ਹਸਪੀਟਲ ਬਣਾਉਣਾ, ਤੇ ਜਿੰਨਾ ਚਿਰ ਬਰਬਾਦ ਨਹੀਂ ਤੁਹਾਡਾ ਬਿਜ਼ਨਸ ਹੁੰਦਾ ਉਹਨਾਂ ਚਿਰ ਮੈਂ ਚੁੱਪ ਕਰਕੇ ਨਹੀਂ ਬਹਿਣਾ। ਸਿੱਧੂ ਸਾਹਿਬ ਇੱਕ ਵਾਰ ਵੀ ਇਸ ਸਮੇਂ ਦੇ ਦੌਰਾਨ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਿਆ, ਬਿਜਲੀ ਦਾ ਮਸਲਾ ਆਇਆ, ਬਰਗਾੜੀ ਦਾ ਮਸਲਾ, ਬਰਗਾੜੀ ਦੇ ਮਸਲੇ ਦੇ ਉੱਤੇ ਸਿਰਫ ਇੱਕ ਵਾਰੀ ਇਹ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਉਹਨਾਂ ਨੇ ਉੱਥੋਂ ਵੀਡੀਓ ਬਣਾ ਕੇ ਪਾਈ ਆ, ਪਰ ਇਹ ਮੁੜ ਕੇ ਸੜਕਾਂ ਤੇ ਕਦੇ ਲੋਕਾਂ ਦੇ ਨਾਲ ਆ ਕੇ ਨਹੀਂ ਖੜੇ ਹੈਗੇ, ਨਹੀਂ ਇੱਕ ਵਾਰ ਵੀ। ਵੜੈਚ ਸਾਹਿਬ ਇਸ ਤਰ੍ਹਾਂ ਹੈ ਕਿ ਇੱਕ ਹੁੰਦੇ ਪੈਰਾਸ਼ੂਟਰ, ਇੱਕ ਹੁੰਦੇ ਗ੍ਰਾਸ ਰੂਟਰ। ਇਹ ਪੈਰਾਸ਼ੂਟਰ ਨੇ, ਈ ਨੇਤਾ ਨੇ, ਇਲੈਕਟ੍ਰੋਨਿਕ ਨੇਤਾ ਨੇ, ਫੇਸਬੁੱਕ ਤੇ ਦਿਸਦੇ ਆ, YouTube ਤੇ ਦਿਸਦੇ ਆ,
ਉੱਥੇ ਜਿੱਤੇਗਾ ਪੰਜਾਬ ਬਣਾ ਲਿਆ, ਫਿਰ ਜਾਂ ਟਵਿੱਟਰ ਦੇ ਉੱਤੇ ਦਿਸਦੇ ਆ। ਗਰਾਊਂਡ ਦੇ ਵਿੱਚ ਕਦੋਂ ਹੈਂਡਲ ਕੀਤਾ, ਜਦੋਂ ਇਹ ਛੱਡਿਆ ਉਦੋਂ ਬਾਅਦ ਕੰਟੀਨਿਊਸ ਮੈਂ ਨਿੱਜੀ ਤੌਰ ਤੇ ਲਿਖਦਾ ਰਿਹਾ ਵੀ ਸਿੱਧੂ ਸਾਹਿਬ ਜੇ ਤੁਸੀਂ ਡਿਸਟ੍ਰਿਕਟ ਵਾਈਜ਼ ਬਾਹਰ ਨਿਕਲ ਆਓ, ਜ਼ਿਲ੍ਹੇ ਵਿੱਚ ਜਾਣਾ ਤੁਸੀਂ ਸ਼ੁਰੂ ਕਰ ਦਿਓ, ਲੋਕ ਤੁਹਾਨੂੰ ਹੱਥਾਂ ਤੇ ਚੁੱਕ ਲੈਣਗੇ। ਇੱਕ ਵਾਰੀ ਵੀ ਨਹੀਂ ਜਿਹੜਾ ਜੀ ਇੱਕ ਵਾਰ ਨਹੀਂ ਆਏ। 126 ਲੋਕਾਂ ਦੀਆਂ ਮੌਤਾਂ ਅੰਮ੍ਰਿਤਸਰ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਹੋਈਆਂ ਜ਼ਹਿਰੀਲੀ ਸ਼ਰਾਬ ਪੀਣ ਵਾਲੀਆਂ ਨੇ। ਉਦੋਂ ਸਿੱਧੂ ਸਾਹਿਬ ਇੱਕ ਅੱਖਰ ਨਹੀਂ ਬੋਲਿਆ ਉਹਨਾਂ ਨੇ ਕਰੋਨਾ ਦੇ ਦੌਰਾਨ ਪਿਛਲੇ ਸਾਲ। ਬਿਲਕੁਲ, ਜਿਹੜੀ ਉਹ ਨਕਲੀ ਸ਼ਰਾਬ ਜਿਹੜੀ ਬਣਦੀ ਸੀ। ਇਹਦਾ ਮਤਲਬ ਇਹ ਥੋੜੀ ਹੈ ਜੀ ਕਿ ਹੁਣ ਤੁਹਾਨੂੰ ਕੁਰਸੀ ਚਾਹੀਦੀ ਆ ਇਸ ਕਰਕੇ ਤੁਸੀਂ ਬੋਲ ਰਹੇ ਹੋ। ਉੱਦਾਂ ਤਾਂ ਤੁਸੀਂ ਲੋਕਾਂ ਦੇ ਨਾਲ ਨਹੀਂ ਖੜੇ ਹੋਏ। ਲੋਕਾਂ ਨੇ ਤੁਹਾਨੂੰ ਚੁਣ ਕੇ ਜਿਹੜਾ ਉਹ ਭੇਜਿਆ ਸੀਗਾ ਔਰ ਤੁਹਾਨੂੰ ਉੱਥੇ ਡਿਊਟੀ ਨਿਭਾਉਣੀ ਚਾਹੀਦੀ ਸੀ ਠੀਕ ਉਸੇ ਤਰੀਕੇ ਨਾਲ ਜਿਵੇਂ ਰਾਹੁਲ ਗਾਂਧੀ ਹੋਰਾਂ ਨੂੰ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸੈਕੰਡ ਜਿਹੜੀ ਟਰਮ ਦੀ ਸਰਕਾਰ ਸੀ ਉਹਦੇ ਵਿੱਚ ਮੰਤਰਾਲਾ ਲੈਣਾ ਚਾਹੀਦਾ ਸੀ। ਸਾਨੂੰ ਵੀ ਪਤਾ ਲੱਗਦਾ ਨਾ, ਲੋਕਾਂ ਨੂੰ ਪਤਾ ਲੱਗਦਾ ਉਹ ਕੈਪੇਬਲ ਹੈਗੇ ਆ, ਕਿਸੇ ਮੰਤਰਾਲੇ ਨੂੰ ਉਹ ਪ੍ਰੋਪਰ ਚਲਾ ਸਕਦੇ। ਉਹ ਸਿੱਧੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਜਾਣਾ ਚਾਹੁੰਦੇ। ਇਸੇ ਤਰੀਕੇ ਨਾਲ ਸਿੱਧੂ ਸਾਹਿਬ ਇਹ ਸੋਚਦੇ ਕਿ ਸਿੱਧੀ ਵੱਡੀ ਕੁਰਸੀ ਜਿਹੜੀ ਉਹ ਦਿੱਤੀ ਜਾਵੇ। ਅੱਜ ਉਹਨਾਂ ਕੋਲੇ ਪਾਵਰ ਮੰਤਰਾਲਾ ਉਹਨਾਂ ਨੇ ਲਿਆ ਹੁੰਦਾ, ਮੌਜੂਦਾ ਸਮੇਂ ਦੇ ਵਿੱਚ ਜਵਾਬਦੇਹੀ ਜਿਹੜੀ ਉਹਨਾਂ ਦੀ ਬਣਦੀ ਕਿ ਜਾਂ ਉਹ ਕੁਝ ਕਰਦੇ ਜਾਂ ਫਿਰ ਜੇ ਨਹੀਂ ਸੀ ਕਰਨ ਦਿੱਤਾ ਜਾਂਦਾ ਫਿਰ ਛੱਡ ਕੇ ਜਾਂਦੇ। ਪੰਨੂ ਸਾਹਿਬ ਜਿਹੜਾ ਮਹਿਕਮਾ ਇਹਨਾਂ ਨੂੰ ਦਿੱਤਾ ਵੀ ਸੀਗਾ ਸਥਾਨਕ ਸਰਕਾਰਾਂ, ਉਹਦੇ ਵਿੱਚ ਇਹਨਾਂ ਨੇ ਇੱਕਦਮ ਇੰਨੀ ਉਥਲ ਫੁਥਲ ਕੀਤੀ ਕਿ ਉੱਥੇ ਵੀ ਲੋਕੀ ਡਿਸਟਰਬ ਹੋ ਗਏ ਸੀ ਉਦੋਂ, ਕਿਉਂਕਿ ਸਿਸਟਮੈਟਿਕ ਢੰਗ ਨਾਲ ਹੀ ਚੱਲਣਾ ਪੈਂਦਾ। ਇਹ ਤਾਂ ਨਹੀਂ ਕਿ ਤੁਸੀਂ ਇੰਜ ਕਰਤਾ ਤੇ ਕਰਤਾ। ਉਹਦੇ ਵਿੱਚ ਵੀ ਲੋਕਾਂ ਨੇ ਰਿਜ਼ੈਂਟਮੈਂਟ ਬਹੁਤ ਸ਼ੋਅ ਕੀਤੀ ਸੀ ਮੈਨੂੰ ਲੱਗਦਾ। ਉਸ ਤੋਂ ਬਾਅਦ ਇਸੇ ਕਰਕੇ ਹੀ ਕੈਪਟਨ ਸਾਹਿਬ ਨੂੰ ਇਹਨਾਂ ਨੂੰ ਬਦਲਣਾ ਪਿਆ ਕਿ ਠੀਕ ਹੈ ਬਿਜਲੀ ਮਹਿਕਮਾ ਦੇ ਦਿੰਦੇ ਆ। ਔਰ ਜੇ ਬਿਜਲੀ ਮਹਿਕਮੇ 'ਚ ਬਿਲਕੁਲ ਸਹੀ ਗੱਲ ਆਉਂਦੇ ਤੇ ਪਤਾ ਲੱਗ ਜਾਂਦਾ ਕਿ ਤੁਸੀਂ CM ਬਣਨ ਦੇ ਕਾਬਿਲ ਵੀ ਹੋ ਕਿ ਨਹੀਂ, ਜਿਹੜੇ ਸੁਪਨੇ ਲੈ ਰਹੇ ਹੋ। ਲੋਕਾਂ ਨੇ ਆਪੇ ਫੈਸਲਾ ਕਰ ਲੈਣਾ ਸੀਗਾ। ਨਹੀਂ ਦੇਖੋ, ਕਰਪਸ਼ਨ ਤਾਂ ਜਿਹੜੀਆਂ ਉਹ ਹੈਗੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਉਹਨਾਂ ਦੇ ਉੱਤੇ ਕੋਈ ਕਰਪਸ਼ਨ ਦਾ ਦੋਸ਼ ਨਹੀਂ ਲੱਗਦਾ। ਇੱਕ ਉਹਨਾਂ ਦੇ ਜਿਹੜਾ ਹੱਕ 'ਚ ਜਾਂਦੀ ਹੈ ਗੱਲ, ਚਾਹੇ ਉਹ ਪਿਛਲੇ ਦਿਨਾਂ 'ਚ ਵਿਜੀਲੈਂਸ ਵਗੈਰਾ ਵਾਲਾ ਮਾਮਲਾ ਚੱਲਦਾ ਸੀ, ਮੈਨੂੰ ਨਹੀਂ ਲੱਗਦਾ ਉਹਦੇ 'ਚ ਕੋਈ ਬਹੁਤੀ ਸੱਚਾਈ ਹੈ। ਉਹ ਇਮਾਨਦਾਰ ਤਾਂ ਹੈਗੇ ਨੇ, ਪਰ ਹੁਣ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਹੈ ਨਾ ਜੀ ਵੜੈਚ ਸਾਹਿਬ, ਜੇ ਮੰਨ ਲਓ ਮੈਂ ਇਮਾਨਦਾਰ ਹਾਂ, ਮੈਂ ਇਹ ਕਹਾਂ ਮੈਂ ਤਾਂ ਆਪਣੇ ਘਰ ਦੇ ਅੰਦਰ ਹਾਂ, ਮੈਂ ਨਹੀਂ ਬਾਹਰ ਨਿਕਲ ਕੇ ਕਿਸੇ ਨੂੰ ਕੁਝ ਕਹਿਣਾ। ਮੇਰੀ ਇਹ ਵੀ ਤਾਂ ਨਾਲ ਇੱਕ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਨਾ ਜੀ ਕਿ ਉਸ ਚੀਜ਼ ਨੂੰ ਮੈਂ ਅੱਗੇ ਵੀ ਪ੍ਰਚਾਰਨਾ ਹੈ ਔਰ ਕਿਸ ਹੋਰ ਜਗ੍ਹਾ ਦੇ ਉੱਤੇ ਨਹੀਂ ਹੋਣ ਦੇਣੀ ਜਿੰਨੀ ਮੇਰੀ ਵਾਹ ਚੱਲਦੀ ਹੈ। ਠੀਕ ਹੈ ਨਾ ਜੀ, ਉਹ ਪ੍ਰਚਾਰਨ ਦੇ ਵਿੱਚ ਉਹ ਫੇਲ ਰਹੇ ਨੇ। ਪੰਨੂ ਸਾਹਿਬ ਅਸੀਂ ਬ੍ਰੇਕ ਤੇ ਲੈਣੀ ਹੈ, ਪਰ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਚੱਲਦੇ ਚੱਲਦੇ ਵੀ ਕੇਜਰੀਵਾਲ ਸਾਹਿਬ ਵੀ ਆ ਕੇ ਇੱਕ ਐਲਾਨ ਕਰਕੇ ਲੋਕਾਂ ਨੂੰ ਬੁਰਕੀ ਪਾ ਗਏ ਇੱਕ ਵੀ 300 ਯੂਨਿਟ ਦਵਾਂਗੇ ਅਸੀਂ। ਉਹਦੇ ਉੱਤੇ ਬੜਾ ਵਾਵਾ ਵੇਲਾ ਹੋਇਆ, ਕੋਸ਼ਿਸ਼ ਕੀਤੀ ਸਾਰਾ ਉਹਦੇ ਵਿੱਚੋਂ ਨਿਕਲਿਆ ਹੋਇਆ ਜੀ, ਇਹ ਉਹਦੇ ਵਿੱਚੋਂ ਨਿਕਲਿਆ ਹੈ। ਉਹ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਨਹੀਂ ਇੱਥੇ ਤਾਂ ਬਿਜਲੀ ਹੈ ਨਹੀਂ ਕਿ ਤੁਸੀਂ 300 ਯੂਨਿਟ ਜਿਹੜੇ ਉਹ ਕਿੱਥੋਂ ਫ੍ਰੀ ਦੇ ਦੋਗੇ। ਅੱਛਾ, ਉਹਦੇ ਤੇ ਵੀ ਵਿਵਾਦ ਹੋ ਗਿਆ। ਉਹ ਕਹਿੰਦੇ ਜੇ 301 ਹੋ ਗਿਆ ਤੇ ਪਿਛਲੇ ਦੇ ਵੀ ਬਿੱਲ ਲੱਗ ਜਾਣਗੇ। ਫਿਰ ਉਹਨਾਂ ਨੂੰ ਜਸਟੀਫਾਈ ਕਰਨਾ ਪਿਆ ਵੀ ਨਹੀਂ, ਜੇ 301 ਹੋ ਗਿਆ ਤੇ 1 ਯੂਨਿਟ ਦਾ ਤੁਸੀਂ ਬਿੱਲ ਦਿਓਗੇ। ਉਹ ਬਾਅਦ ਜਸਟੀਫਾਈ ਤਾਂ ਕਰਨਾ ਪਿਆ ਵੀ ਉਹ ਉਹਦੇ 'ਚ ਫਸ ਗਏ। ਕਿਉਂਕਿ ਸ਼ਾਮ ਨੂੰ ਰਾਘਵ ਚੱਡਾ ਉਹਨਾਂ ਨੇ ਵੀ ਬੜਾ ਸਪਸ਼ਟ ਕੀਤਾ ਕਿ 300 ਯੂਨਿਟ ਦੇ ਉੱਤੇ ਬਿਜਲੀ ਜਿਹੜੀ ਆ ਉਹ ਯੂਨਿਟ ਫ੍ਰੀ ਨੇ, ਉੱਪਰਲਿਆਂ ਤੇ ਅਸੀਂ ਲਵਾਂਗੇ। ਪਰ ਵੇਰਕਾ ਜੀ ਕਹਿੰਦੇ ਨੇ, ਰਾਜਕੁਮਾਰ ਵੇਰਕਾ ਜੀ ਕਹਿੰਦੇ ਆ ਕਿ ਨਹੀਂ, ਕੇਜਰੀਵਾਲ ਕਹਿ ਕੇ ਗਏ ਆ ਕਿ ਜੇ 301 ਹੋ ਗਿਆ ਫਿਰ ਤੁਹਾਨੂੰ 300 ਦੇ ਵੀ ਬਿੱਲ ਦੇਣੇ ਪੈਣਗੇ। ਇਹ ਕਨਫਿਊਜ਼ਨ ਬੜਾ ਕ੍ਰੀਏਟ ਕੀਤਾ ਗਿਆ। ਇਹ ਰਾਜਨੀਤਿਕ ਕਨਫਿਊਜ਼ਨ ਹੈ ਜਾਂ ਸੱਚਮੁੱਚ ਇਹ ਸੱਚਾਈ ਹੈ? ਨਹੀਂ, ਐਕਚੁਅਲੀ ਉਹ ਕਹਿ ਪਹਿਲਾਂ ਗਏ ਇਸਲੀਅਤ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਉਲਟ ਪੈ ਗਿਆ ਇਹ ਕੰਮ, ਉਲਟ ਪੈ ਗਿਆ। ਤਾਂ ਕਰਕੇ ਉਹਨਾਂ ਨੇ ਉਹਦੇ ਤੋਂ ਜਿਹੜਾ ਜੀ ਉਹ ਡਿਨਾਈ ਕੀਤਾ। ਐਕਚੁਅਲੀ ਵੜੈਚ ਸਾਹਿਬ ਕੀ ਹੈ ਕਿ ਜਿਹੜੇ ਸਿਆਸਤਦਾਨ ਨੇ ਨਾ, ਖਾਸ ਤੌਰ ਦੇ ਉੱਤੇ ਭਾਰਤੀ ਸਿਆਸਤਦਾਨ, ਉਹ ਚਾਹੇ ਪੰਜਾਬ ਦੇ ਨੇ ਚਾਹੇ ਮੁਲਕ ਦੇ ਨੇ, ਉਹ ਜਿਹੜੀ ਇੱਕ ਗੱਲ ਕਹਿ ਦਿੰਦੇ ਆ ਉਹਦੇ ਉੱਤੇ ਅੜ ਜਾਂਦੇ ਆ। ਫਿਰ ਉਹਨੂੰ ਜਸਟੀਫਿਕੇਸ਼ਨ ਉਹਦੀ ਦੇਣੀ ਸ਼ੁਰੂ ਕਰ ਦਿੰਦੇ ਆ। ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਮਿਸਾਲਾਂ ਨੇ। ਮੰਨ ਲਓ ਪਾਵਰ ਪਰਚੇਜ਼ ਐਗਰੀਮੈਂਟ ਹੈ, ਆਈ ਥਿੰਕ ਸੁਖਬੀਰ ਸਿੰਘ ਬਾਦਲ ਹੋਰੀ ਕਿਉਂ ਨਹੀਂ ਇਹ ਗੱਲ ਮੰਨ ਲੈਂਦੇ ਵੀ ਸਾਡੇ ਤੋਂ ਗਲਤੀ ਹੋਈ ਆ ਭਾਈ, ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਹਾਂ ਵੀ ਅੱਗੋਂ ਅਸੀਂ ਇਹਨੂੰ ਸੁਧਾਰ ਲਾਂਗੇ। ਇੱਥੇ ਗੱਲ ਖਤਮ ਹੋ ਗਈ। ਉਹ ਤਾਂ ਕਹਿ ਰਹੇ ਜੀ ਸਾਨੂੰ ਸਰਕਾਰ ਦਿਓ, ਅਸੀਂ ਤੁਹਾਨੂੰ ਫਿਰ ਬਿਜਲੀ ਸਸਤੀ ਕਰਕੇ ਵਿਖਾਉਣੇ ਆ। ਉਹ ਉਲਟੇ ਪਾਸੇ ਚੱਲਣਾ ਚਾਹੁੰਦੇ ਆ। ਵੈਸੇ ਜੇ ਵੇਖਿਆ ਜਾਵੇ ਪੰਨੂ ਸਾਹਿਬ, ਇਸ ਵਕਤ ਲੋਕਾਂ ਨੂੰ ਮੁਫਤ ਖੋਰੇ ਬਣਾਉਣਾ ਬਿਲਕੁਲ ਗਲਤ ਹੈ, ਕਿਉਂਕਿ ਦੁਨੀਆ ਦੀ ਜਿਹੜੀ ਆਰਥਿਕਤਾ ਉਹ ਇਹ ਚਾਹੁੰਦੀ ਹੈ ਕਿ ਲੋਕ ਕੰਮ ਕਰਨ, ਕੰਮ ਕਰਕੇ ਟੈਕਸ ਭਰਨ, ਉਹਨਾਂ ਦੀ ਆਮਦਨ ਹੋਵੇ, ਸਰਕਾਰ ਉਹਨਾਂ ਨੂੰ ਵਧੀਆ ਸਹੂਲਤਾਂ ਦੇਵੇ। ਇਸ ਵਕਤ ਲੋੜ ਇਹ ਨਹੀਂ ਕਿ ਬਿਜਲੀ ਮੁਫਤ ਦਿੱਤੀ ਜਾਵੇ, ਕੁਝ ਚੀਜ਼ ਨਹੀਂ ਮੁਫਤ, ਕੁਝ ਚੀਜ਼ ਮੁਫਤ ਨਹੀਂ। ਹਾਂ, ਜਿਹੜੇ ਵਰਗ ਬਹੁਤ ਗਰੀਬ ਨੇ ਉਹਨਾਂ ਨੂੰ ਤੁਸੀਂ ਕੰਸੈਸ਼ਨ ਦਿਓ, ਲੇਕਿਨ ਬਿਜਲੀ ਸਸਤੀ ਕਰੋ। ਲੋਕੀ ਸਸਤੀ ਬਿਜਲੀ ਭਾਲਦੇ ਆ, ਮੁਫਤ ਨਹੀਂ ਭਾਲਦੇ ਹੈਗੇ। ਮੈਂ ਸਮਝਦਾ ਜੇ ਉਹਨਾਂ ਨੂੰ ਵੀ ਤੁਸੀਂ ਨੌਕਰੀਆਂ ਦੇ ਵਿੱਚ ਕੰਸੈਸ਼ਨ ਕਰੋ ਤੇ ਉਹ ਪੱਲਿਓਂ ਬਿੱਲ ਦੇਣਗੇ। PRTC ਦਾ ਬੇੜਾ ਗਰਕ ਅਗਲੇ ਆਉਣ ਵਾਲੇ ਮਹੀਨਿਆਂ 'ਚ ਹੋਊਗਾ। ਜਿਹੜੀ ਮੁਫਤ ਜਿਹੜੀ ਇਹਨਾਂ ਨੇ ਬੱਸ ਸੇਵਾ ਕੀਤੀ ਸੀ, ਤੁਸੀਂ ਦੇਖਣਾ ਜੀ, ਉਹ ਵਿਕੂਗੀ, ਪ੍ਰਾਈਵੇਟ ਹੱਥਾਂ ਨੂੰ ਜਾਊ। ਸੋ ਇਹ ਪੰਨੂ ਸਾਹਿਬ ਨੇ ਤੇ PRTC ਦੀ ਗੱਲ ਕੀਤੀ ਹੈ। ਬਾਕੀ ਮਹਿਕਮਿਆਂ ਦੀਆਂ ਜੇ ਫਾਈਲਾਂ ਅਸੀਂ ਫੋਲ ਕੇ ਵੇਖੀਏ ਤੇ ਹਾਲਤ ਉੱਥੇ ਵੀ ਬਹੁਤ ਮਾੜੀ ਹੈ। ਉੱਪਰੋਂ ਭਾਵੇਂ ਅਸੀਂ ਕਹੀ ਜਾਈਏ ਕਿ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਉਹ ਹਿੰਦੁਸਤਾਨ ਦੇ 1 ਨੰਬਰ ਤੇ ਪਹੁੰਚ ਗਿਆ, ਅਸਲੀਅਤ ਕੁਝ ਹੋਰ ਹੈ। ਗੱਲਾਂ ਆਪਾਂ ਹੋਰ ਵੀ ਕਰਨੀਆਂ ਨੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਹੁਣ ਤੁਸੀਂ ਦੇਖ ਸਕਦੇ ਹੋ
ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ। ਗੱਲਾਂ ਚੱਲ ਰਹੀਆਂ ਸੀ ਜੋ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ, ਉਹਨਾਂ ਦਾ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿਛੋਕੜ ਕੀ ਹੈ ਉਹਦੇ ਵਿੱਚ। ਅਸੀਂ ਪਿਛਲੇ ਲੰਮੇ ਸਮੇਂ ਤੋਂ ਕਹਿ ਲਈਏ ਕਿ ਦਿੱਲੀ ਵਾਲਾ ਜੇ ਜੋੜ ਲਈਏ ਤੇ 10 ਮਹੀਨੇ, ਨਹੀਂ ਤੇ ਦਿੱਲੀ ਵਾਲਾ ਇਕੱਲਾ ਹੀ ਜਿਹੜਾ ਉਹ 7 ਮਹੀਨਿਆਂ ਦਾ ਕਿਸਾਨਾਂ ਦਾ ਸੰਘਰਸ਼ ਚੱਲਦਾ ਪਿਆ ਪਨੂ ਸਾਹਿਬ ਜੀ। ਤੇ 26 ਜੂਨ ਨੂੰ ਜਿਹੜਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਗਵਰਨਰਸ ਨੂੰ ਮੰਗ ਪੱਤਰ ਦੇਣ ਦਾ, ਉਹਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਹਰ ਪੱਧਰ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਕਿਸਾਨ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਆ। ਔਰ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਕੀਤਾ ਜੋ ਹਰਿਆਣੇ ਨੇ ਉਦੋਂ 25 ਨਵੰਬਰ ਨੂੰ ਜਾਣ ਵੇਲੇ ਕੀਤਾ, ਜਾਂ ਦੂਸਰੇ ਪਾਸੇ ਜਦੋਂ ਉਹ ਦਿੱਲੀ ਪਹੁੰਚ ਗਏ ਉੱਥੇ ਕੀਤਾ। ਜਦੋਂ ਕਿਸਾਨ ਇਹ ਗੱਲ ਕਹਿੰਦੇ ਜੀ ਅਸੀਂ ਮੰਗ ਪੱਤਰ ਦੇਣ ਜਾਣਾ, ਅੱਜ ਤੱਕ ਜਿੰਨੀਆਂ ਵੀ ਸੰਸਥਾਵਾਂ ਜਾਂ ਕਿਸਾਨਾਂ ਨੇ ਜਿੰਨੇ ਵੀ ਮੰਗ ਪੱਤਰ ਦਿੱਤੇ ਆ, ਉਹਨਾਂ ਦਾ ਕੋਈ ਇਤਿਹਾਸ ਇਹਨਾਂ ਕੋਲ ਹੈਗਾ ਕਿ ਉਦੋਂ ਉਹਨਾਂ ਨੇ ਉੱਥੇ ਲੜਾਈ ਕੀਤੀ ਹੋਵੇ ਜਾਂ ਉੱਥੇ ਜਾ ਕੇ ਬਹਿ ਗਏ ਹੋਣ। ਉਹ ਕਹਿੰਦੇ ਜੀ ਅਸੀਂ ਜਾਣਾ ਹੈ, ਦੇ ਕੇ ਆ ਜਾਵਾਂਗੇ ਅਸੀਂ। ਪਰ ਸਰਕਾਰ ਨੇ ਜਿਹੜੇ ਪ੍ਰਬੰਧ ਕੀਤੇ ਸੀ, ਕੀ ਵਿਖਾਉਣਾ ਚਾਹੁੰਦੇ ਇਸ ਤਰ੍ਹਾਂ ਦੇ ਪ੍ਰਬੰਧ ਕਰਕੇ? ਮਤਲਬ ਕਿ ਕਿਸਾਨਾਂ ਤੋਂ ਲੋਕਾਂ ਨੂੰ ਭੈਭੀਤ ਕਰਨਾ ਚਾਹੁੰਦੇ ਆ। ਐਕਚੁਅਲੀ ਸਰਕਾਰ ਜਿਹੜੀ ਆ ਉਹ ਅੰਦਰੋਂ ਡਰੀ ਹੋਈ ਹੈ ਕੰਪਲੀਟਲੀ ਜੀ। ਤੇ ਉਹਨੂੰ ਦਿਸ ਰਹੇ ਜੀ 5 ਰਾਜਾਂ ਦੀ ਚੋਣ। ਇਹ ਬੁਖਲਾਹਟ ਹੈ ਜਿਹੜੀ ਚੱਲ ਰਹੀ ਹੈ। ਵੜੈਚ ਸਾਹਿਬ ਤੁਸੀਂ ਉੱਤਰਾਖੰਡ ਦੇ ਦੇਖ ਲਓ ਕਿ 3 ਦਿਨ ਤੋਂ ਲਿਆ ਕੇ ਬਿਠਾਇਆ ਉੱਥੇ ਮੁੱਖ ਮੰਤਰੀ ਦੇ ਰਾਤੀ 11:30 ਵਜੇ ਉੱਤੋਂ ਅਸਤੀਫਾ ਲਿਆ ਜੀ। ਠੀਕ ਹੈ ਨਾ, 10:30 ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਾਈ ਹੈ, ਫਿਰ ਉਹਨੇ ਪ੍ਰੈਸ ਕਾਨਫਰੰਸ 'ਚ ਕੁਝ ਨਹੀਂ ਦੱਸਿਆ, 11:30 ਅਸਤੀਫਾ ਲੈ ਲਿਆ ਕਿਉਂਕਿ ਉਹਨੇ ਜਿੱਥੋਂ ਉਹਦੀ ਚੋਣ ਲੜਾ ਰਹੇ ਸੀ ਬਾਈ ਇਲੈਕਸ਼ਨ, ਉਹ ਉੱਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਹਾਰ ਰਿਹਾ ਸੀ। ਇਹਨਾਂ ਨੇ 3 ਸਰਵੇ ਕਰਾਏ ਹੈ ਜੀ। ਮਤਲਬ ਕਿ ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਹਾਰ ਰਿਹਾ, ਉਹ 22 ਦੀਆਂ ਚੋਣਾਂ ਦੇ ਵਿੱਚ ਉਹਨੂੰ ਕਿਵੇਂ ਜਿਤਾਊਗਾ? ਉੱਥੋਂ ਡਰਦਿਆਂ ਇਹ ਸਾਰਾ ਕੁਝ ਡਰਦਿਆਂ ਹੋਇਆ ਰਾਜਪਾਲ ਕੋਲੇ ਜਾਣਾ ਜਿਹੜਾ ਉਹ ਹੱਕ ਹੈ ਕਿਸੇ ਵੀ ਵਿਅਕਤੀ ਦਾ, ਸਿਰਫ ਕਿਸਾਨਾਂ ਦਾ ਕਿਉਂ? ਹਾਂ, ਇਹ ਕਹਿ ਰਹੇ ਆ ਕਿ ਸ਼ਾਇਦ ਕਿਸਾਨਾਂ ਦੇ ਵਿੱਚ ਹੁਣ ਜਿੱਦਾਂ ਹਰਜੀਤ ਸਿੰਘ ਗਰੇਵਾਲ ਹੋ ਗਏ, ਸੁਜੀਤ ਕੁਮਾਰ ਜਿਆਣੀ ਹੋ ਗਏ, ਉਹ ਇਹ ਕਹਿੰਦੇ ਆ, ਮੈਂ ਗਰੇਵਾਲ ਸਾਹਿਬ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿਸਾਨ ਤਾਂ ਹੈ ਹੀ ਨਹੀਂ, ਇਹਨਾਂ ਦੀ ਤਾਂ ਖਤਮ ਹੋ ਗਈ ਸਪੋਰਟ, ਇਹ ਤਾਂ ਚੰਦ ਗੁੰਡੇ ਰਹਿ ਗਏ ਆ। ਮਤਲਬ ਇਦਾਂ ਦੇ ਲਫ਼ਜ਼ ਉਹ ਜਿਹੜੇ ਆ ਵਰਤਦੇ ਆ। ਅੱਛਾ, ਹੁਣ ਉਹ ਕਿਸਾਨ ਬਾਰ-ਬਾਰ ਦੱਸਦੇ ਆ ਕਿ ਉਹ ਇਕੱਲੇ ਨਹੀਂ ਬਲਕਿ ਮੁਲਕ ਦੇ ਬਾਕੀ ਵਰਗ ਵੀ ਉਹਨਾਂ ਦੇ ਨਾਲ ਖੜੇ ਨੇ। ਉਹ ਉਸ ਦਿਨ 26 ਤਰੀਕ ਨੂੰ ਉਹਨਾਂ ਨੇ ਫੇਰ ਦੱਸਤਾ, ਪੂਰਾ ਪੰਜਾਬ ਉੱਥੇ ਢੁੱਕਿਆ ਹੋਇਆ ਸੀ, ਪੂਰਾ ਹਰਿਆਣਾ ਉੱਥੇ ਢੁੱਕਿਆ ਹੋਇਆ ਸੀ। ਲੋਕਾਂ ਨੇ ਵੇਖੋ ਚੰਡੀਗੜ੍ਹ ਵਾਲਿਆਂ ਨੇ, ਮੁਹਾਲੀ ਵਾਲਿਆਂ ਨੇ ਉਹਨਾਂ ਦੇ ਪਾਣੀ ਛਬੀਲਾਂ ਲਾਈਆਂ, ਉੱਥੇ ਲੰਗਰ ਬਣਾਏ ਹੋਏ, ਉੱਥੇ ਰਹਿਣ ਵਾਸਤੇ ਨਹੀਂ ਤਾਂ ਚੰਡੀਗੜ੍ਹ ਦੇ ਲੋਕ ਤੁਹਾਨੂੰ ਪਤਾ ਉਹ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਉਹੀ ਪਸੰਦ ਨਹੀਂ ਕਰਦੇ। ਅੱਛਾ, ਉੱਥੇ ਬੱਚੇ, ਲੇਡੀਜ਼, ਏਜਡ ਬੰਦੇ ਜਿਹੜੇ ਜੀ, ਉਹ ਕਿੱਡੀ ਵੱਡੀ ਗਿਣਤੀ 'ਚ, ਨੌਜਵਾਨ ਕਿੱਡੀ ਵੱਡੀ ਗਿਣਤੀ ਦੇ ਵਿੱਚ ਗਿਆ। ਉਹ ਸਪੋਰਟ ਸੀ ਇੱਕ ਬਹੁਤ ਵੱਡੀ। ਇਹ ਸਪੋਰਟ ਤੋਂ ਫੇਰ ਘਬਰਾ ਗਏ। ਜਿਹੜੇ ਮਾਮਲੇ ਦਰਜ ਕੀਤੇ ਗਏ ਆ ਉਹ ਤੁਸੀਂ ਦੇਖੋ, ਕੁਝ ਸਿੰਗਰਸ ਦੇ ਉੱਤੇ ਉਹਨਾਂ ਤੇ ਦਰਜ ਕਰ ਲਏ ਜਿਹੜੇ ਐਂਟਰ ਵੀ ਨਹੀਂ ਹੋਏ ਸੀ ਚੰਡੀਗੜ੍ਹ ਦੇ ਵਿੱਚ। ਜੀ ਬਿਲਕੁਲ, ਠੀਕ ਹੈ ਨਾ। ਉਹ ਕਿਉਂਕਿ ਟਾਰਗੇਟ ਉਹਨਾਂ ਦੇ ਉੱਤੇ ਪੁਰਾਣਾ, ਕਿ ਉਹ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਗੀਤ ਵਗੈਰਾ ਗਾਉਂਦੇ ਆ ਤੇ ਲੋਕਾਂ ਨੂੰ ਲਾਮਬੰਦ ਕਰਦੇ ਆ। ਇਹ ਨਿਸ਼ਾਨਾ ਜਿਹੜਾ ਉਹ ਲਾਇਆ ਜਾ ਰਿਹਾ। ਇਸੇ ਤਰੀਕੇ ਦੇ ਹਾਲਾਤ ਉਹ ਗਾਜੀਪੁਰ ਸਰਹੱਦ ਦੇ ਉੱਤੇ ਬਣਾ ਦਿੱਤੇ। ਉੱਥੇ ਦੇਖੋ ਤੁਸੀਂ, ਜਿਹੜਾ ਵਿਧਾਇਕ ਆ ਭਾਰਤੀ ਜਨਤਾ ਪਾਰਟੀ ਦਾ, ਉਹ ਗੁੰਡੇ ਟਾਈਪ ਦੇ ਲੋਕ ਲੈ ਕੇ ਆਉਂਦਾ, ਪਹਿਲਾਂ ਪੱਥਰ ਸੁੱਟਦੇ ਆ, ਫਿਰ ਡਾਂਗਾ ਲੈ ਕੇ ਉਹਨਾਂ ਦੀ ਸਟੇਜ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ। 200 ਕਿਸਾਨਾਂ ਦੇ ਉੱਤੇ ਉੱਥੇ ਮਾਮਲਾ ਜਿਹੜਾ ਉਹ ਦਰਜ ਕਰ ਦਿੱਤਾ। ਮਾਮਲੇ ਦਰਜ ਕਰਕੇ ਇਹ ਪਿੱਛੇ ਹਟਣ ਵਾਲੇ, ਇਹ ਨਸਲ ਹੀ ਨਹੀਂ ਗੀ ਜੀ, ਉਹ ਸਿੰਪਲ ਜੀ ਗੱਲ ਆ ਜਿਹੜੀ ਕਿਸਾਨ ਜਿਹੜੇ, ਠੀਕ ਹੈ ਨਾ ਜੀ। ਜਬੇ ਬਾਣ ਲੱਗੇ ਤਵੇ ਰੋਸ ਜਾਗਿਓ ਵਾਲੀ ਗੱਲ ਹੈ। ਸਤਪਾਲ ਮਲਕ ਹੋਣਾ ਨੇ ਕਹਿ ਦਿੱਤਾ ਸੀ, ਮੇਘਾਲਿਆ ਦੇ ਗਵਰਨਰ ਹੈ, ਕਿ ਇਹ ਕਿਸਾਨ ਹੈ ਬਈ, ਇਹਨਾਂ ਦਾ 300-400 ਸਾਲਾਂ ਦਾ ਇਤਿਹਾਸ ਹੈ, ਇਹ ਵਾਪਸ ਜਾਣ ਵਾਲੇ ਨਹੀਂ ਹੈਗੇ, ਇਹਨਾਂ ਨੇ ਇੰਜ ਵਾਪਸ ਨਹੀਂ ਜਾਣਾ, ਇਹਨਾਂ ਦਾ ਹੱਲ ਨਿਬੇੜੋ। ਬਿਲਕੁਲ। ਔਰ ਦੂਜੀ ਗੱਲ ਹੈ, ਲੀਡ ਇਹਨੂੰ ਜਿਹੜਾ ਕਰ ਰਹੇ ਆ ਉਹ ਪੰਜਾਬ ਤੇ ਹਰਿਆਣਾ ਕਰ ਰਹੇ, ਦੋਨੋਂ ਖਾੜਕੂ, ਦੋਨੋਂ ਇੱਕੋ ਜਿਹੇ, ਠੀਕ ਹੈ ਨਾ ਜੀ, ਖਾੜਕੂ ਨੇ। ਤੁਸੀਂ ਦੇਖੋ ਪੰਜਾਬ ਹਰਿਆਣਾ ਹੈ ਇਕੱਠੇ ਨੇ, ਹਾਂ ਇਕੱਠੇ ਨੇ ਜੀ, ਇੱਕ ਹੀ ਸੀਗੇ ਤਾਂ ਬਾਅਦ ਦੇ ਵਿੱਚ ਬਣਾ ਲੀਆਂ ਨਾ ਜੀ। ਈਵਨ ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਆਪਣੀ ਸਰਕਾਰ ਚਲਾਉਂਦੀਆਂ ਨੇ ਪੈਰਲਲ। ਪਨੂ ਸਾਹਿਬ, ਇੱਥੇ ਮੈਂ ਤੁਹਾਡੀ ਗੱਲ ਦੇ ਨਾਲ ਹੀ ਜੋੜਦਾ ਕਿ 26 ਤਰੀਕ ਨੂੰ ਜਿੱਥੇ ਕਿਸਾਨ ਗਵਰਨਰ ਨੂੰ ਦੇਣ ਵਾਸਤੇ ਜਾ ਰਹੇ ਸੀ ਮੰਗ ਪੱਤਰ, ਉਦੋਂ ਇੱਕ ਪੰਜਾਬੀ ਦੀ ਅਖਬਾਰ ਦੇ ਵਿੱਚ ਸਿਰਫ ਇੱਕੋ ਚ ਵੇਖਿਆ, ਬਹੁਤ ਵੱਡਾ ਫਰੰਟ ਪੇਜ ਦਾ ਇਸ਼ਤਿਹਾਰ ਛਪਿਆ ਕਿੱਥੋਂ? ਛਪਿਆ ਬਾਹਰ ਤੋਂ ਕਿਤੋਂ। ਉਹ ਸੀਗੀ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਵੱਲੋਂ, ਕਿ ਜੀ ਉਹਨਾਂ ਨੇ ਸੁਝਾਅ ਦਿੱਤੇ, ਫੁੱਲ ਪੇਜ ਦਾ, ਲੇਕਿਨ ਸੁਝਾਅ ਦਿੱਤੇ ਕਿ ਜੀ
ਇਸ ਤਰ੍ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਤੇ ਪ੍ਰਧਾਨ ਮੰਤਰੀ ਨੂੰ ਤੇ ਖੇਤੀ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 2 ਕਾਨੂੰਨ ਰੱਦ ਕਰ ਦਿੱਤੇ ਜਾਣ। ਇੱਕ ਕਾਨੂੰਨ ਜਿਹੜਾ ਉਹਨੂੰ 3 ਸਾਲਾਂ ਲਈ ਅੱਗੇ ਪਾ ਦਿੱਤਾ ਜਾਵੇ ਤੇ ਇੱਕ ਕਮੇਟੀ ਬਣਾ ਕੇ ਇਹਨਾਂ ਹੀ ਕਾਨੂੰਨਾਂ ਨੂੰ ਬੈਠ ਕੇ ਦੁਬਾਰੇ ਇਹਨਾਂ 'ਚ ਅਮੈਂਡਮੈਂਟ ਕਰਾਉਣ ਵਾਲੇ ਮਤਲਬ ਨਵੀਂ ਕਿਸਮ ਦਾ ਕਾਨੂੰਨ ਬਣਾ ਕੇ ਲਿਆ ਜਾਵੇ। ਇਹ ਜਿਹੜਾ ਮਸਲਾ ਹੱਲ ਹੋ ਸਕਦਾ। ਗੱਲ ਇਹ ਨਹੀਂ ਹੈਗੀ ਕਿ ਅਖਬਾਰ ਦਾ ਇਸ਼ਤਿਹਾਰ ਇਹ ਸੀਗਾ, ਇਹਦੇ ਵਿੱਚ ਜਿਹੜੀ ਲੁਕਵੀਂ ਗੱਲ ਇਹ ਹੈ ਪੰਨੂ ਸਾਹਿਬ, ਉਸ ਇਸ਼ਤਿਹਾਰ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਹੋਰ ਉਹਨਾਂ ਨੇ ਡੱਬੀ ਲਾਈ ਹੋਈ, ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਉਹਨਾਂ ਲਿਖਿਆ ਰਾਸ਼ਟਰੀ ਪੱਧਰ ਦਾ ਆਗੂ ਲਿਖਿਆ ਉਹਨਾਂ ਨੇ, ਤੇ ਉਹਦਾ ਨਾਂ ਹੈ ਸੁਖਮਿੰਦਰ ਸਿੰਘ ਗਰੇਵਾਲ। ਤੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਕਿ ਇਹ ਲੀਡਰ ਵੀ ਸਾਡੀ ਇਸ ਗੱਲ ਨਾਲ ਸਹਿਮਤ ਹੈ ਤੇ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਹੱਲ ਹੋ ਜਾਵੇ। ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਜੋੜ ਕੇ ਵੇਖੀਏ, ਜਿਵੇਂ ਤੁਸੀਂ ਗੱਲ ਕੀਤੀ, ਸਰਕਾਰ ਅੰਦਰੋਂ ਹਿੱਲੀ ਪਈ ਹੈ। ਇਹ ਇਸ਼ਤਿਹਾਰ ਦੇਣਾ, ਇੱਕੋ ਹੀ ਅਖਬਾਰ 'ਚ ਦੇਣਾ, ਉਹਦੇ ਵਿੱਚ ਇੱਕ ਲੀਡਰ ਦਾ ਨਾਂ ਵੀ ਪਾਉਣਾ ਭਾਰਤੀ ਜਨਤਾ ਪਾਰਟੀ ਦਾ ਵੀ, ਔਰ ਦੂਸਰੀ ਗੱਲ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕੁਝ ਦੇ ਜਿਹੜੇ ਪ੍ਰਧਾਨ ਤੱਕ ਦੇ ਲੀਡਰ ਹੈ ਉਹਨਾਂ ਨੂੰ ਨਹੀਂ ਪਤਾ ਕਿ ਅਖਬਾਰ ਦੇ ਵਿੱਚ ਇਸ ਤਰ੍ਹਾਂ ਦਾ ਇਸ਼ਤਿਹਾਰ ਛਪ ਗਿਆ। ਬੜਾ ਸਾਹਿਬ ਐਕਚੁਅਲੀ ਕੀ ਹੈ ਕਿ ਇਹ ਜਿਹੜੇ ਕੁਝ ਆਗੂ ਇੱਥੇ ਗਾਲਾਂ ਖਾਣ ਲਈ ਰੱਖੇ ਆ ਭਾਰਤੀ ਜਨਤਾ ਪਾਰਟੀ ਨੇ, ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਉਹਨਾਂ ਨੂੰ ਫੰਕਸ਼ਨ ਨਹੀਂ ਕਰਨ ਦੇਣਾ ਕਿਸਾਨਾਂ ਨੇ। ਉਹ ਰੋਜ਼ ਨਿਕਲਦੇ ਆ। ਕਿਉਂ ਨਿਕਲਦੇ ਆ? ਕਿ ਉੱਤੋਂ ਪ੍ਰੈਸ਼ਰ ਆ ਜਿਹੜਾ, ਨਹੀਂ ਤੁਸੀਂ ਬਾਹਰ ਨਿਕਲੋ। ਜਿਹੜੀ ਤੁਸੀਂ ਕੌਂਸਲ ਦੀ ਗੱਲ ਕਰ ਰਹੇ ਹੋ, ਮੈਨੂੰ ਪਤਾ ਉਹ ਕਿਹਨਾਂ ਦੀ ਕੌਂਸਲ ਜਿਹੜੀ ਉਹ ਹੈਗੀ ਆ, ਮੈਂ ਉਹਨੂੰ ਜਾਣਦਾ ਚੰਗੀ ਤਰ੍ਹਾਂ। ਉਹ ਇਹ ਸੋਚਦੇ ਆ ਕਿ ਇਸ ਰੌਲੇ ਗੋਲੇ ਦੇ ਵਿੱਚ ਆਪਣਾ ਬੰਦਾ ਬੀਜੇਪੀ ਵਾਲਾ ਉਭਾਰ ਲਈਏ ਇੱਥੋਂ, ਵੀ ਹੋ ਸਕਦਾ ਇਹ ਸਮਝੌਤਾ ਹੋ ਜਾਏ ਕਿਸੇ ਪਾਸੇ ਹੋ ਜਾਏ। ਤੁਸੀਂ ਦੇਖੋ ਸ਼ਰਦ ਪਵਾਰ ਹੋਰਾਂ ਦਾ ਜਿਹੜਾ ਬਿਆਨ ਆਉਂਦਾ 2 ਦਿਨ ਪਹਿਲਾਂ ਕਿ ਇਹ ਰੱਦ ਨਹੀਂ ਹੋਣੇ ਚਾਹੀਦੇ, ਇਹਦੇ ਵਿੱਚ ਚੇਂਜਸ ਜਿਹੜੀ ਹੋ ਜਾਏ, ਉਹ ਕਿਉਂ ਹੋ ਰਿਹਾ? ਕਿ ਉਹ ਸ਼ਿਵ ਸੈਨਾ ਨੂੰ ਮੈਸੇਜ ਦੇ ਰਿਹਾ ਵੀ ਜੇ ਤੁਸੀਂ ਮੇਰੇ ਤੋਂ ਪਿੱਛੇ ਹਟਦੇ ਹੋ ਸਰਕਾਰ ਤੋਂ, ਮਹਾਰਾਸ਼ਟਰ ਵਾਲੀ ਤੋਂ, ਫਿਰ ਮੈਂ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਬਣਾ ਲੂੰਗਾ, ਮੈਂ ਉਹਨੂੰ ਸਪੋਰਟ ਕਰ ਦੂੰਗਾ ਜੀ। ਇਹ ਜਿਹੜੀ ਸਿਆਸਤ ਆ ਨਾ ਜੀ, ਇਹਦੇ ਪਿੱਛੇ ਸਿਆਸਤ ਹੋ ਰਹੀ ਹੈ। ਐਕਚੁਅਲੀ ਕਿਸਾਨਾਂ ਦੀ ਜਿਹੜੀ ਸਮੱਸਿਆ ਕੀ ਆ ਕਿ ਕਿਸਾਨਾਂ ਦੇ ਨਾਲ ਸਿਆਸਤ ਹੋਈ ਆ ਹਮੇਸ਼ਾ, ਹੁਣ ਵੀ ਹੋ ਰਹੀ ਹੈ। ਇਹ ਇਸ ਕਿਸਮ ਦੀ, ਹੁਣ ਜਿਹੜੇ ਸ਼ਰਦ ਪਵਾਰ ਹੋਰਾਂ ਦੀ ਪਾਰਟੀ ਵਾਲੇ ਆ ਉਹ ਕਹਿੰਦੇ ਨਹੀਂ ਅਸੀਂ ਤਾਂ ਉਹਨਾਂ ਨੇ ਤਾਂ ਇਹ ਗੱਲ ਕਹੀ ਆ ਵੀ ਵਿਧਾਨ ਸਭਾ ਦੇ ਵਿੱਚ ਜੇ ਸਾਡੇ ਆਉਂਦਾ ਤੇ ਅਸੀਂ ਲੋਕਲ ਲੈਵਲ ਦੇ ਉੱਤੇ ਇਹ ਕਰਾਂਗੇ, ਰੱਦ ਨਹੀਂ ਕਰਾਂਗੇ, ਉਹਦੇ ਚੇਂਜਸ ਕਰਾਂਗੇ, ਨੈਸ਼ਨਲ ਪੱਧਰ ਤੇ ਨਹੀਂ ਉਹਨਾਂ ਨੇ ਕਿਹਾ। ਜਦੋਂ ਕਿ ਉਹਨਾਂ ਨੇ ਨੈਸ਼ਨਲ ਪੱਧਰ ਤੇ ਕਿਹਾ, ਉਹਨਾਂ ਨੇ ਸ਼ਿਵ ਸੈਨਾ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਜਿਹੜੇ ਇਸ਼ਤਿਹਾਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਿਉਂਕਿ ਉਹ ਜਿਹੜੀ ਅਖਬਾਰ ਹੈ ਉਹ ਬਾਹਰ ਥੋੜ੍ਹੇ ਜਿਹੜੇ ਉਹ ਗਰਮ ਖਿਆਲੀ ਨੇ ਉਹਨਾਂ 'ਚ ਪੜ੍ਹੀ ਜਾਂਦੀ ਹੈ, ਉਹਨਾਂ ਨੇ ਤਾਂ ਕਰਕੇ ਉਹਨੂੰ ਵੀ ਖੁਸ਼ ਕਰਤਾ, ਅਖਬਾਰ ਨੂੰ ਵੀ ਇਸ਼ਤਿਹਾਰ ਲਵਾ ਕੇ ਆਪਣਾ ਬੰਦਾ ਫਿੱਟ ਕਰਤਾ ਵੀ ਜੇ ਕੱਲ੍ਹ ਨੂੰ ਸਮਝੌਤਾ ਹੁੰਦਾ। ਬਲਜੀਤ ਸਿੰਘ ਦਾਦੂਵਾਲ ਹੋਰੀ ਵਿਚੋਲਗਰੀ ਕਰਦੇ ਫਿਰਦੇ ਆ, ਤੁਹਾਨੂੰ ਪਤਾ ਲੱਗਦਾ ਵੜੈਚ ਸਾਹਿਬ ਕਿ ਉਹ ਵਿਚੋਲਗਰੀ ਕਰ ਸਕਦੇ ਆ? ਜਿਹੜੇ ਤੁਸੀਂ ਉੱਥੇ ਲੋਕਾਂ ਦੇ ਨਾਲ ਐਡਾ ਵੱਡਾ ਧੋਖਾ ਕਰ ਦਿੱਤਾ ਬਰਗਾੜੀ ਦੇ ਵਿੱਚ, ਤੁਸੀਂ ਕਿਹੜੇ ਮੂੰਹ ਦੇ ਨਾਲ ਕਹਿੰਦੇ ਹੋ ਕਿ ਅਸੀਂ ਵਿਚੋਲਗਰੀ ਜਿਹੜੀ ਕਰਦੇ? ਮੈਂ ਸਮਝਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਡਿਨਾਈ ਕਰਨਾ ਚਾਹੀਦਾ ਕਿ ਉਹਨਾਂ ਨੂੰ ਵਿਚੋਲੇ ਦੀ ਕੀ ਲੋੜ ਹੈ। 11 ਦੌਰ ਦੀ ਗੱਲਬਾਤ ਡਾਇਰੈਕਟਲੀ ਕਿਸਾਨ ਜਥੇਬੰਦੀਆਂ ਦੇ ਨਾਲ ਖੇਤੀਬਾੜੀ ਮੰਤਰੀ ਦੀ ਹੋ ਚੁੱਕੀ ਆ, ਹੁਣ ਕੀ ਉਹਨਾਂ ਨੂੰ ਭੁੱਲ ਗਏ? ਇਹਦੇ ਵਿੱਚ ਵਿਚੋਲਗਰੀ ਕਰਨ ਦੀ ਕੀ ਲੋੜ ਆ? ਪ੍ਰਧਾਨ ਮੰਤਰੀ ਕਹੀ ਜਾਂਦੇ ਮੈਂ ਫੋਨ ਕਾਲ ਵੇ ਆ, ਤੇ ਉਹ ਬਲਜੀਤ ਸਿੰਘ ਦਾਦੂਵਾਲ ਹੋਰੀ ਆਪਣੇ ਵਿੱਚ ਘੋੜੇ ਭਜਾਈ ਫਿਰਦੇ। ਪਰ ਸਾਹਿਬ ਇੰਜ ਨਹੀਂ ਲੱਗਦਾ ਇਸ ਇਸ਼ਤਿਹਾਰ ਤੋਂ ਕਿ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਸਰਕਾਰ ਅੰਦਰੋਂ ਡਰੀ ਹੋਈ ਹੈ, ਸੋ ਉਹ ਇਸ ਢੰਗ ਨਾਲ ਪਾਣੀ ਦੇ ਵਿੱਚ ਰੋੜਾ ਸੁੱਟ ਕੇ ਵੇਖਦੇ ਆ ਵੀ ਜੇ ਕਿਤੇ ਇਹਦੇ 'ਚ ਗੱਲ ਨਿਕਲ ਆਈ ਤੇ ਗੱਲ ਤੋਰ ਲਈ ਜਾਵਾਂਗੇ। ਟੈਸਟ ਤਾਂ ਨਹੀਂ ਕਰਦੇ ਵੀ ਕਿਸਾਨ ਸ਼ਾਇਦ ਮੰਨ ਜਾਣ? ਟੈਸਟ ਕਰ ਰਹੇ ਆ ਜੀ, ਇਹ 'ਚ ਕੋਈ ਸ਼ੱਕ ਨਹੀਂ ਗਾ, ਟੈਸਟ ਕਰ ਰਹੇ ਆ। ਜਿਹੜਾ ਇਹ ਬਿਆਨ ਆਪਣੇ ਸ਼ਰਦ ਪਵਾਰ ਹੋਰਾਂ ਦਾ ਉਹ ਵੀ ਟੈਸਟਿੰਗ ਹੈ ਵੀ ਭਲਾ ਆਉਂਦੇ ਆ ਉਸ ਗੱਲ ਦੇ ਉੱਤੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੁਣ ਡੋਲ ਗਏ, ਹੁਣ ਇਹ ਆ ਜਾਣ, ਹੁਣ ਇਹ ਕਹਿਣਗੇ ਕਿ ਹਾਂ ਠੀਕ ਆ ਜੀ ਤੁਸੀਂ ਰੱਦ ਕਰ ਲਓ, ਰੱਦ ਨਾ ਕਰੋ, ਤੁਸੀਂ ਉਹਦੇ ਵਿੱਚ ਚੇਂਜਸ ਕਰ ਲਓ, ਜਾਂ ਉਹਨਾਂ ਨੂੰ ਜਿਹੜਾ ਜਦੋਂ ਤੱਕ ਇਹ ਸਰਕਾਰ ਹੈਗੀ ਆ ਉਦੋਂ ਤੱਕ ਉਹਨਾਂ ਨੂੰ ਸਸਪੈਂਡ ਕਰ ਦਿਓ। ਠੀਕ ਹੈ ਨਾ? ਇਹਨਾਂ ਨੇ ਸੁਪਰੀਮ ਕੋਰਟ ਵੀ ਕਰਾ ਕੇ ਦੇਖ ਲਈ, ਸਾਰਾ ਕੁਝ ਕਰਵਾ ਕੇ ਦੇਖ ਲਿਆ। ਇਹ ਤਾਂ ਚੰਗੀ ਗੱਲ ਇਹ ਆ ਕਿ ਜਥੇਬੰਦੀਆਂ ਇਕਜੁੱਟ ਨੇ ਔਰ ਉਹਨਾਂ ਦੇ ਵਿੱਚ ਇਤਫਾਕ ਨਿਰੰਤਰ ਬਣਿਆ ਹੋਇਆ, ਜਿਹੜਾ ਕਿ ਕਦੀ ਸਿਆਸੀ ਪਾਰਟੀਆਂ 'ਚ ਨਹੀਂ ਬਣਦਾ ਹੁੰਦਾ, ਪਰ ਕਿਸਾਨ ਜਥੇਬੰਦੀਆਂ ਉਸ ਮਾਮਲੇ ਦੇ ਉੱਤੇ ਡਟ ਕੇ ਖੜੀਆਂ ਨਹੀਂ, ਇਸੇ ਲਈ ਲੋਕ ਉਹਨਾਂ ਨਾਲ ਡਟ ਕੇ ਖੜੇ। ਪੰਨੂ ਸਾਹਿਬ, ਕੱਲ੍ਹ ਘਟਨਾ ਇੱਕ ਵਾਪਰੀ ਹੈ ਜਿਹੜੀ ਉਹਦੀ ਚਰਚਾ ਕਾਫੀ ਹੈ ਕਿ ਹਰਜੀਤ ਗਰੇਵਾਲ ਹੋਣਾ ਦੀ ਜਿਹੜੀ ਆਪਣੀ ਜ਼ਮੀਨ ਹੈ ਉਹਨਾਂ ਦੇ ਪਿੰਡ ਧਨੌਲਾ ਵਿੱਚ, ਉਹਦੇ ਵਿੱਚ ਕਿਸਾਨਾਂ ਨੇ ਜਿਹੜਾ ਉਹ ਝੋਨਾ ਨਹੀਂ ਲਾਉਣ ਦਿੱਤਾ ਤੇ ਪੁੱਟ ਕੇ ਬਾਹਰ ਸੁੱਟ ਦਿੱਤਾ, ਕਿਉਂਕਿ ਉਹ ਇੱਕ ਲੀਡਰ ਨੇ, ਲੀਡਰ ਦੇ ਤੌਰ ਤੇ ਵਿਚਰਦੇ ਆ, ਵਿਚਾਰ ਜਿਹੜਾ ਉਹਨਾਂ ਦਾ ਵਿਰੋਧ ਹਰ ਥਾਂ ਤੇ ਹੋ ਰਿਹਾ ਉਹਨਾਂ ਦਾ, ਤੇ ਸਰਕਾਰ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੰਦੀ ਹੈ ਜਿਸ ਲੈ ਤੇ। ਲੇਕਿਨ ਜਿਹੜਾ ਕੱਲ੍ਹ ਵਾਲਾ ਇੱਕ ਘਟਨਾ ਵਾਪਰੀ ਹੈ, ਉਹ 1.5 ਕਿੱਲਾ ਥਾਂ ਸੀਗਾ, ਉਹਦੇ ਵਿੱਚ ਕਿਸਾਨਾਂ ਨੇ ਟਰੈਕਟਰ ਵਾੜ ਦਿੱਤੇ, ਝੋਨੇ ਦੀ ਪਨੀਰੀ ਬਾਹਰ ਸੁੱਟ ਦਿੱਤੀ, ਫਿਰ ਉਸ ਤੋਂ ਬਾਅਦ ਧਰਨਾ ਲਾ ਦਿੱਤਾ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਕੋਈ ਬੰਦਾ ਉਹਨੂੰ ਕਿਸੇ ਨੇ ਚੌਲ ਦੇ ਦਿੱਤੇ ਮੰਗਤੇ ਨੂੰ,
ਤੇ ਉਹ ਦੂਜੇ ਘਰ ਲੈ ਗਿਆ, ਉਹਨੇ ਵੇਖਿਆ ਮੱਝਾਂ ਵਾਵਾ, ਉਹ ਕਹਿੰਦਾ ਬੀਬੀ ਖੀਰ ਤਾਂ ਰਿੰਨ ਦੇ ਦੀ। ਉਹ ਕਹਿੰਦੀ ਕੋਈ ਗੱਲ ਨਹੀਂ। ਉਹਨੇ ਧਰਤੀ ਵੀ ਦੁੱਧ ਹੈਗਾ, ਹੁਣ ਅੱਧੀ ਕਜੇ ਬਣੀ ਸੀਗੀ, ਤੇ ਉਹ ਉਹਨੂੰ ਪੁੱਛਦਾ ਔਰਤ ਨੂੰ ਵੀ ਬੀਬੀ ਜੇ ਤੁਹਾਡੀ ਮੱਝ ਮਰ ਗਈ ਤੇ ਕੱਢੋਗੇ ਕਿੱਧਰ ਦੀ, ਬੂਹਾ ਤਾਂ ਛੋਟਾ ਤੁਹਾਡਾ। ਉਹਨੇ ਅੱਧ ਰਿੰਨੀ ਉਹਦੀ ਝੋਲੀ 'ਚ ਪਾਤੀ, ਉਹ ਚੁੰਦੀ ਜਾਂਦੀ ਸੀ, ਸਾਹਮਣੇ ਕੋਈ ਤੁਹਾਡੇ ਵਰਗਾ ਸਿਆਣਾ ਸੀ, ਉਹ ਕਹਿੰਦਾ ਵੀ ਇਹ ਕੀ ਚੁੰਦਾ ਜਾਂਦਾ, ਕਹਿੰਦਾ ਮੇਰੀ ਜ਼ੁਬਾਨ ਦਾ ਰਸ। ਗਰੇਵਾਲ ਸਾਹਿਬ ਦੀ ਜ਼ੁਬਾਨ ਦਾ ਰਸ ਹੀ ਚੋਰਿਆ ਇਹ, ਉਹ ਕੱਦੂ ਨਹੀਂ ਸੀਗਾ, ਇਹਨਾਂ ਦੀ ਜ਼ੁਬਾਨ ਦਾ ਰਸ ਸੀਗਾ। ਕਿਸ ਭੱਦੇ ਪੱਧਰ ਦੇ ਸ਼ਬਦ ਜਿਹੜੇ ਕਿਸਾਨਾਂ ਦੇ ਵਾਸਤੇ ਇੰਨੇ ਮਹੀਨਿਆਂ ਤੋਂ ਇਹ ਵਰਤ ਰਹੇ ਆ, ਇਹ ਗੁੱਸੇ ਦੇ ਰੂਪ ਦੇ ਵਿੱਚ ਆਉਣਾ ਸੀ। ਗਰੇਵਾਲ ਸਾਹਿਬ ਨੇ ਇੱਥੇ ਪੰਜਾਬ ਦੇ ਵਿੱਚ ਹੀ ਰਹਿਣਾ, ਇੱਥੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ, ਉਹਨਾਂ ਦੀਆਂ ਜਾਇਦਾਦਾਂ ਨੇ, ਉਹਨਾਂ ਦੇ ਘਰ-ਬਾਰ ਆ, ਸਾਰਾ ਕੁਝ ਹੈ। ਸਿਆਸਤਾਂ ਆਪਣੀ ਜਗ੍ਹਾ ਦੇ ਉੱਤੇ ਆ ਵੜਿਆ ਸਾਹਿਬ ਚੱਲਦੇ। ਅਸੀਂ ਵੀ ਜੇ ਪ੍ਰਧਾਨ ਮੰਤਰੀ ਦਾ ਨਾਮ ਵੀ ਲੈਂਦੇ ਹਾਂ ਤੇ ਅਸੀਂ ਵਿਦ ਰਿਸਪੈਕਟ ਲੈਂਦੇ ਹਾਂ, ਅਸੀਂ ਕਿਉਂਕਿ ਪ੍ਰੋਟੋਕਾਲ ਹੈ, ਅਸੀਂ ਉਸ ਅਹੁਦੇ ਦੀ ਇੱਜ਼ਤ ਕਰਦੇ ਹਾਂ। ਮੁੱਖ ਮੰਤਰੀ ਦਾ ਨਾਮ ਲੈਂਦੇ ਹਾਂ ਤਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਲੈਂਦੇ ਹਾਂ। ਜੇ ਈਵਨ ਵਿਰੋਧੀ ਪਾਰਟੀ ਸੁਖਬੀਰ ਸਿੰਘ ਬਾਦਲ ਨੇ, ਅਰਵਿੰਦ ਕੇਜਰੀਵਾਲ ਨੇ, ਜਿੰਨੇ ਵੀ ਨੇ, ਉਹ ਇੱਕ ਬਣਦਾ ਵੀ ਹੈ। ਤੁਸੀਂ ਘੱਟੋ ਘੱਟ ਉਹ ਮਰਿਆਦਾ ਤਾਂ, ਸ਼ਬਦਾਂ ਦੀ ਮਰਿਆਦਾ ਤਾਂ ਕਾਇਮ ਰੱਖੋ ਨਾ। ਜਿਹੜੀ ਤੁਹਾਨੂੰ ਲੋਕੀ ਸੁਣ ਰਹੇ ਨੇ, ਘੱਟੋ ਘੱਟ ਉੱਥੇ ਤੱਕ ਤਾਂ ਆਪਣੀ ਜਿਹੜੀ ਤੁਸੀਂ ਬਣਾ ਕੇ ਰੱਖੋ ਨਾ, ਕਿ ਤੁਸੀਂ ਇੱਕ ਦੂਜੇ ਦੀ ਇੱਜ਼ਤ ਵੀ ਕਰਦੇ ਹੋ। ਲੜਾਈ ਵੱਖਰੀ ਗੱਲ ਹੈ, ਉਹ ਸ਼ਬਦਾਂ ਦੇ ਫੱਟ ਮਿਟਦੇ ਨਾ, ਫੱਟ ਮਿਟ ਜਾਂਦੇ ਤਲਵਾਰਾਂ ਦੇ। ਇਹ ਯਾਦ ਰਹਿਣਗੇ, ਵੀਡੀਓ ਦੇ ਰੂਪ ਦੇ ਵਿੱਚ ਯਾਦ ਰਹਿਣਗੇ ਕਿ ਗਰੇਵਾਲ ਸਾਹਿਬ ਨੇ ਕੀ ਕੁਝ ਬੋਲਿਆ ਸੀ, ਸੁਰਜੀਤ ਕੁਮਾਰ ਜਾਨੀ ਹੋਰਾਂ ਨੇ ਕੀ ਕੁਝ ਜਿਹੜਾ ਉਹ ਬੋਲਿਆ ਸੀਗਾ। ਇਹਨਾਂ ਨਾਲੋਂ ਤਾਂ ਕਿੰਨੇ ਸਿਆਣੇ ਨੇ ਬਾਕੀ ਬੀਜੇਪੀ ਦੇ ਨੇਤਾ, ਉਹ ਚੁੱਪ ਕਰਕੇ ਤਾਂ ਬੈਠੇ ਆ। ਪਰ ਸਾਹਿਬ ਇੱਕ ਬੜੀ ਗੱਲ ਅਜੀਬ ਲੱਗਦੀ ਹੈ ਕਿ ਕੁਝ ਜਿਹੜੇ ਕਿਸਾਨ ਲੀਡਰ ਸੀਗੇ, ਜਦੋਂ ਸ਼ੁਰੂ ਦੇ ਵਿੱਚ ਇਹ ਰੌਲਾ ਪਿਆ ਸਾਰਾ, ਜਾਨੀ ਸਾਹਿਬ ਦੇ ਆਪਣਾ ਬਿਆਨ ਆਇਆ ਕਿ ਪੰਜਾਬ ਦੀ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਨੂੰ ਜਾ ਕੇ, ਬੀਜੇਪੀ ਵਾਲੀ ਹੈ, ਉਹਨਾਂ ਨੂੰ ਸਹੀ ਸਥਿਤੀ ਨਹੀਂ ਦੱਸ ਰਹੇ, ਤੇ ਬਾਅਦ 'ਚ ਜਾਨੀ ਸਾਹਿਬ ਪਲਟ ਗਏ। ਹੁਣ ਅਨਿਲ ਜੋਸ਼ੀ ਹੋਣਾ ਨੇ ਵੀ ਇਹ ਗੱਲ ਕਹੀ ਆ ਕਿ ਪੰਜਾਬ ਦੀ ਲੀਡਰਸ਼ਿਪ ਨੇ ਕੇਂਦਰੀ ਲੀਡਰਸ਼ਿਪ ਨੂੰ ਗੁੰਮਰਾਹ ਕੀਤਾ, ਇਸ ਕਰਕੇ ਸਾਰਾ ਕੁਝ ਇਸੇ ਹੋ ਗਿਆ। ਆਪਾਂ ਪਹਿਲਾਂ ਮੇਘਾਲਿਆ ਦੇ ਗਵਰਨਰ ਦੀ ਵੀ ਗੱਲ ਕਰ ਚੁੱਕੇ ਹਾਂ, ਸਤਪਾਲ ਮਲਿਕ ਦੀ, ਉਹਨਾਂ ਨੇ ਵੀ ਇਸ ਗੱਲ ਦੀ ਵਿਰੋਧ ਤੇ। ਕੀ ਬੀਜੇਪੀ ਵਿੱਚ ਬੈਠੇ ਲੀਡਰਾਂ ਨੂੰ ਇਹ ਨਹੀਂ ਦੱਸਦਾ ਕਿ ਜਿਹੜੇ ਲੀਡਰਾਂ ਨੇ ਇਹ ਆਪਣੇ ਵਿਚਾਰ ਦਿੱਤੇ ਆ, ਇਹਨਾਂ ਦੀ ਵੀ ਤੇ ਕੋਈ ਨਾ ਕੋਈ ਵੈਲਿਊ ਹੋਣੀ ਚਾਹੀਦੀ ਹੈ? ਉੱਥੇ ਸੁਣਵਾਈ ਨਹੀਂ ਹੋ ਰਹੀ। ਕੋਈ ਬੀਜੇਪੀ ਦੇ ਆਗੂ ਨੇ, ਤੁਹਾਨੂੰ ਪਤਾ ਸੂਤਰ ਕਦੀ ਡਿਸਕਲੋਜ਼ ਨਹੀਂ ਕੀਤੇ ਜਾਂਦੇ, ਉਹ ਇਹ ਕਹਿ ਰਹੇ ਸੀਗੇ ਕਿ ਉੱਥੇ ਇਹ ਕਿਹਾ ਜਾਂਦਾ ਕਿ ਬਿਲਕੁਲ ਵੀ ਤੁਸੀਂ ਗੱਲ ਨਹੀਂ ਜਿਹੜੀ ਉਹ ਕਰਨੀ ਜੀ, ਇਹ ਗੱਲ ਸੁਣੀਓ ਹੀ ਨਹੀਂ ਜਾਂਦੀ ਕਿ ਤੁਸੀਂ ਕੀ ਕਹਿਣਾ। ਉਹ ਕਹਿੰਦੇ ਜੋ ਅਸੀਂ ਕਹਿ ਰਹੇ ਆ ਉਹ ਸੁਣੋ। ਨਹੀਂ ਪਰ ਸਾਹਿਬ ਅਨਿਲ ਜੋਸ਼ੀ ਜੀ ਨੇ ਤਾਂ ਔਨ ਕੈਮਰਾ ਵੀ ਕਹਿ ਦਿੱਤੀ ਹੈ, ਤੁਹਾਡੇ ਕੋਲੇ ਉਹਨਾਂ ਨੇ ਕਿਹਾ ਬਿਲਕੁਲ ਦਿੱਤਾ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਉੱਥੇ ਨਹੀਂ ਬੋਲਣ ਜਿਹੜਾ ਉਹ ਦਿੱਤਾ ਜਾਂਦਾ। ਤੁਹਾਡੀ ਗੱਲ ਠੀਕ ਹੈ ਜੇ, ਪਰ ਉਦੋਂ ਗੱਲ ਇਹ ਸੀਗੀ ਜੇ ਸੁਰਜੀਤ ਕੁਮਾਰ ਜਾਨੀ ਹੋਰਾਂ ਨੇ ਕਹੀ, ਉਹਨਾਂ ਨੂੰ ਇੱਕ ਸੱਦ ਕੇ ਦਬਕਾ ਮਾਰਿਆ, ਮੁੜ ਕੇ ਜਾਨੀ ਸਾਹਿਬ ਉਹੀ ਜਿਹੜੇ ਦੂਜੇ ਪਾਸੇ ਚੱਲ ਪਏ ਜੀ, ਬਿਲਕੁਲ ਚੁੱਪ ਨਹੀਂ ਕੀਤੇ, ਉਹ ਤਾਂ ਦੂਜੇ ਪਾਸੇ ਚੱਲ ਪਏ, ਬਿਲਕੁਲ ਹੀ ਉਲਟ ਹੋ ਕੇ ਜਿਹੜਾ ਉਹਨਾਂ ਨੇ ਚੱਲਣਾ ਸ਼ੁਰੂ ਕਰ ਦਿੱਤਾ। ਗੱਲ ਉਹੀ ਆ, ਉੱਥੇ ਆ ਜਾਂਦੀ ਆ ਫਿਰ ਬੜਾ ਸਾਹਿਬ ਕਿ ਤੁਸੀਂ ਐਥਿਕਸ ਜਿਹੜੇ ਨੇ ਉਹ ਤੁਹਾਡੇ ਕਿੱਥੇ ਨੇ। ਮਤਲਬ ਕਿ ਸਿਰਫ ਤੁਸੀਂ ਪਾਰਟੀਆਂ ਦੇ ਭੌਂਪੂ ਬਣ ਕੇ ਰਹਿ ਗਏ, ਸਿਆਸੀ ਪਾਰਟੀਆਂ ਦੇ ਬੁਲਾਰੇ ਬਣ ਕੇ ਰਹਿ ਗਏ। ਜਿਹੜੇ ਅੱਜ ਹੁਣ ਆਪਾਂ ਪਹਿਲਾਂ ਜਿੱਥੋਂ ਸਟਾਰਟ ਕੀਤੀ ਸੀਗੀ ਗੱਲ, ਜਿਹੜੇ ਲੋਕ ਪੱਖੀਆਂ ਵੰਡ ਰਹੇ ਆ ਅਕਾਲੀ ਦਲ ਬਾਦਲ ਦੇ ਨਾਲ, ਉਹ ਉਹਨਾਂ ਨੂੰ ਨਹੀਂ ਪੁੱਛਦੇ ਕਿ ਤੁਸੀਂ ਸਮਝੌਤੇ ਕਿਵੇਂ ਸਾਈਨ ਕਰ ਗਏ, ਇਹ ਤੁਸੀਂ ਪੰਜਾਬੀਆਂ ਦੇ ਹੱਥ ਵੱਢ ਕੇ 25-25 ਸਾਲਾਂ ਲਈ ਕਿਵੇਂ ਦੇ ਦਿੱਤੇ ਜੀ। ਤੇ ਜਦੋਂ ਹੁਣ ਤੁਸੀਂ ਰੇਡ ਕਰਨ ਜਾਂਦੇ ਹੋ ਬਿਆਸ ਉੱਥੇ, ਤੇ ਕਿ ਤੁਹਾਡੇ ਟਾਈਮ ਜਿਹੜੀ ਆ ਉਹ ਮਾਈਨਿੰਗ ਨਹੀਂ ਸੀ ਹੁੰਦੀ, ਤੁਹਾਡੇ ਬੰਦੇ ਨਹੀਂ ਸੀ ਕਰਦੇ, ਸ਼ੁਰੂਆਤ ਤੁਸੀਂ ਕੀਤੀ ਹੈ ਇੱਥੇ ਆ ਕੇ। ਖੈਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਨਾ ਮਾਰਦੇ, ਨਹੀਂ ਮਾਰਦਾ ਕੋਈ। ਆਪਾਂ ਹੁਣ ਗੱਲ ਕਰਦੇ ਹਾਂ ਕਿ ਡੀਜ਼ਲ ਤੇ ਪੈਟਰੋਲ ਦੇ ਰੇਟ ਤਾਂ ਵਧੇ। ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਸੀ ਕਿ ਜਿਹੜਾ ਸਰੋਂ ਦਾ ਤੇਲ ਹੈ ਉਹ ਕਿੰਨੇ 200 ਰੁਪਏ ਤੱਕ ਜਿਹੜਾ ਉਹ ਪਹੁੰਚ ਗਿਆ ਆ, ਤੇ ਹੁਣ ਤੇ ਪੰਜਾਬ ਸਾਰੇ ਦੇ ਹਰ ਜ਼ਿਲ੍ਹੇ ਦੇ ਵਿੱਚ ਪੈਟਰੋਲ ਤੇ 100 ਰੁਪਇਆ ਲੰਘ ਚੁੱਕਿਆ ਆ। ਡੀਜ਼ਲ ਵੀ ਪਿੱਛੇ ਭੱਜਿਆ ਆ ਰਿਹਾ, ਮੈਨੂੰ ਲੱਗਦਾ ਅਗਲੇ ਦਿਨਾਂ ਵਿੱਚ ਹੋ ਜਾਣਾ 50 ਪੈਸੇ 60 ਪੈਸੇ ਕਰਕੇ ਜਿਵੇਂ ਵਧਾਉਂਦੇ ਆ। ਇਹ ਸਥਿਤੀ ਪ੍ਰਧਾਨ ਮੰਤਰੀ ਜਿਹੜੇ ਸਾਡੇ ਨੇ, ਹੁਣ ਜਦੋਂ ਯੂਪੀਏ ਵੇਲੇ ਇਹ ਬੋਲਦੇ ਹੁੰਦੇ ਸੀ, ਜਦੋਂ ਉਦੋਂ ਪੈਟਰੋਲ ਵਾਧਾ ਹੁੰਦਾ ਸੀ, ਤਾਂ ਉਦੋਂ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ, ਲੋਕਾਂ ਦੇ ਉੱਤੇ ਇਹਨੇ ਬੋਝ ਪੈ ਰਿਹਾ। ਕਿ ਹੁਣ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਲੱਗ ਰਿਹਾ ਕਿ ਇੱਕ ਕਿਸ ਪੱਧਰ ਤੱਕ ਵੱਧ ਗਏ ਹੋਏ ਆ? ਜਦੋਂ ਤੁਸੀਂ ਕਿਸੇ ਨੂੰ ਟਵਿੱਟਰ ਤੇ ਫੋਲੋ ਕਰਦੇ ਹੋ ਨਾ, ਤੇ ਉਹਦੇ ਟਵੀਟ ਦੇ ਉੱਤੇ ਜਦੋਂ ਵੀ ਕੋਈ ਵਿਅਕਤੀ ਕੋਈ ਕਮੈਂਟ ਕਰਦਾ, ਉਹ ਫਿਰ ਤੁਹਾਨੂੰ ਸਾਹਮਣੇ ਆ ਜਾਂਦਾ। ਅੱਜ ਪ੍ਰਧਾਨ ਮੰਤਰੀ ਹੋਰਾਂ ਦਾ ਟਵੀਟ ਸਾਹਮਣੇ ਆਇਆ ਹੈ ਵੀ ਦਿੱਲੀ 'ਚ ਬੈਠੀ ਸਰਕਾਰ ਗਰੀਬਾਂ ਦਾ ਖੂਨ ਚੂਸ ਰਹੀ ਹੈ। ਇਹ 2013 ਦਾ ਟਵੀਟ ਹੈ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਅੱਜ ਜਿਹੜਾ ਜੀ ਉਹ ਸਾਹਮਣੇ ਆਇਆ। ਜੇ ਡੀਜ਼ਲ 100 ਰੁਪਏ ਨੂੰ ਹੋ ਜਾਣਾ ਤੁਹਾਡੀ ਗੱਲ ਠੀਕ ਆ, ਪਰ ਉਦੋਂ ਉਹਨੂੰ ਪੈਟਰੋਲ 125 ਨੂੰ ਟੱਪ ਜਾਣਾ, ਪਹੁੰਚ ਜਾਣਾ। ਜਿਸ ਕਿਸਮ ਦੇ ਜਿਹੜੇ ਉਹ ਹਾਲਾਤ ਬਣੇ ਹੋਏ ਆ। ਵੈਸੇ ਮੈਂ ਇਹੀ ਸੋਚ ਰਿਹਾ ਸੀ ਸਵੇਰੇ ਜਦੋਂ ਮੈਂ ਅਰਲੀ ਮਾਰਨਿੰਗ ਸਟੂਡੀਓ ਆਇਆ, ਤੇ ਇੱਥੇ ਜਿਹੜੇ ਬਾਈਪਾਸ ਦੇ ਉੱਤੇ ਬਹੁਤ ਸਾਰੇ ਲੋਕ ਸਾਈਕਲਿੰਗ ਕਰਦੇ ਆ। ਮੈਨੂੰ ਇਹ ਲੱਗਣ ਲੱਗ ਗਿਆ ਵੀ ਇਹ ਜਿਹੜੀਆਂ ਸੜਕਾਂ ਨੇ ਇਦਾਂ ਹੀ ਖਾਲੀ ਹੋ ਜਾਣੀਆਂ, ਸਾਈਕਲਾਂ ਵਾਸਤੇ ਹੀ ਰਹਿ ਜਾਣੀਆਂ। ਨਹੀਂ, ਲੋਕ ਤਿਆਰੀ ਕਰਨੀ ਸ਼ੁਰੂ ਕਰ ਦਿੱਤੇ ਆ ਵੀ ਠੀਕ ਹੈ ਯਾਰ, ਅਸੀਂ ਦਫ਼ਤਰਾਂ 'ਚ ਵੀ ਚਲੇ ਜਾਇਆ ਕਰਾਂਗੇ, ਉਂਝ ਵੀ ਕਰਿਆ ਕਰਾਂਗੇ, ਤੇ ਗੱਡੀਆਂ ਤੇ ਐਂਟਰੀ ਕਰੇ। ਅੱਜ ਨਾ ਇੱਕ ਚੁਟਕਲਾ ਘੁੰਮ ਰਿਹਾ WhatsApp ਦੇ ਉੱਤੇ, ਉਹ ਕਹਿੰਦੇ ਲੱਗਦਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਨਾ, ਉਹ ਬੀਅਰ ਸਸਤੀ ਹੋ ਜਾਣੀ ਹੈ ਤੇ ਪੈਟਰੋਲ ਮਹਿੰਗਾ ਹੋ ਜਾਣਾ।
ਹਾਂ ਹੋ ਹੀ ਗਿਆ ਤਕਰੀਬਨ। ਹਾਂਜੀ ਨੇੜੇ ਪਹੁੰਚ ਗਏ ਜੀ। ਹਾਂਜੀ ਹਾਂ ਜਿਹੜੇ ਸਥਿਤੀ ਨਾਲ ਪਹੁੰਚ ਗਏ। ਲੇਕਿਨ ਇਹਦਾ ਸਭ ਤੋਂ ਵੱਡਾ ਅਸਰ ਦੇਖੋ ਵਪਾਰ ਤੇ ਪੈਣਾ। ਬੀਅਰ ਨਾਲ ਗੱਡੀਆਂ ਨਾ ਚੱਲਣੀਆਂ ਤੇ ਬੀਅਰ ਪੀਤੀ ਵੀ ਨਹੀਂ ਜਾਣੀ, ਆਪਣਾ ਪੈਟਰੋਲ ਪੀਤਾ ਵੀ ਨਹੀਂ ਜਾਣਾ ਸਾਡੇ ਕੋਲ। ਦੇਖੋ ਜਦੋਂ ਰੇਟ ਵਧਣੇ ਆ ਤਾਂ ਮਹਿੰਗਾਈ ਵੀ ਵਧਣੀ ਆ। ਇੱਕ ਪਾਸੇ ਕਰੋਨਾ ਨੇ ਲੱਕ ਤੋੜਿਆ, ਲੋਕਾਂ ਕੋਲੇ ਕੰਮ ਨਹੀਂ ਹੈਗੇ, ਦੁਕਾਨਦਾਰਾਂ ਕੋਲੇ ਗਾਹਕ ਨਹੀਂ ਆ ਰਹੇ, ਤੇ ਦੂਸਰੇ ਪਾਸੇ ਸਭ ਤੋਂ ਵੱਡਾ ਨੁਕਸਾਨ ਕਿਸਾਨ ਦਾ ਵੀ ਆ, ਕਿਉਂਕਿ ਬਿਜਲੀ ਜਿਹੜੀ ਆ ਉਹ ਮਿਲ ਨਹੀਂ ਰਹੀ, ਤੇ ਡੀਜ਼ਲ ਦੇ ਉੱਤੇ ਜਿਹੜੇ ਆ ਉਹ ਜਨਰੇਟਰ ਚੱਲਣੇ ਆ, ਟਰੈਕਟਰ ਚੱਲਣੇ ਆ, ਤੇ ਇਹਦਾ ਅਸਰ ਸਿੱਧਾ ਮਾਰੂ ਰੂਪ ਫਿਰ ਹੌਲੀ ਹੌਲੀ ਕੰਜ਼ਿਊਮਰ ਤੇ ਪਊਗਾ। ਬਿਲਕੁਲ ਵੜੈਚ ਸਾਹਿਬ, ਜਿਹੜੇ ਮੈਂ ਪੜ੍ਹ ਰਿਹਾ ਸੀਗਾ ਅੱਜ ਸਵੇਰੇ ਇੱਕ ਆਰਟੀਕਲ, ਉਹ ਇਹ ਦੱਸ ਰਿਹਾ ਸੀਗਾ ਕਿ ਮੌਨਸੂਨ ਉਡੀਕੀ ਜਾ ਰਹੀ ਹੈ, ਉਹ ਟੈਂਪਰੇਰੀ ਹੱਲ ਹੈ ਜੀ, ਇਹ ਕੱਟ ਨਹੀਂ ਮੁੱਕਣੇ ਸਤੰਬਰ ਤੱਕ, ਜਦੋਂ ਤੱਕ ਜੀਰੀ ਲੱਗੀ। ਇਹ ਸਰਕਾਰ ਵੀ ਬਹਾਨਾ ਲਾ ਰਹੀ ਹੈ ਜੀ, ਮੌਨਸੂਨ ਕਰਕੇ ਜਿਹੜਾ ਹੈ ਨਾ ਉਹ ਅਸੀਂ ਕੱਟ ਲਾ ਰਹੇ ਹਾਂ। ਉਹ ਕੁਦਰਤ ਹੈ ਜੀ, ਉਹ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਹੇ ਤੇ ਆਉਣੀ, ਨਾ ਮੇਰੇ ਕਹੇ ਤੇ ਰੁਕਣੀ ਹੈ। ਠੀਕ ਹੈ ਨਾ ਜੀ, ਉਹ ਤਾਂ ਆਪਣੇ ਹਿਸਾਬ ਦੇ ਨਾਲ ਆਉਣੀ ਹੈ। ਕਿਸੇ ਨੇ ਸੋਚਿਆ ਸੀ ਵੀ ਰਾਤ ਮੀਂਹ ਪਊਗਾ, ਪੈ ਗਿਆ। ਕਿਸੇ ਮੌਸਮ ਨੇ ਪੇਸ਼ਨ ਗੋਈ ਨਹੀਂ ਸੀ ਕਿ ਸਰੀ ਕੈਨੇਡਾ ਦੇ ਵਿੱਚ 46 ਡਿਗਰੀ ਟੈਂਪਰੇਚਰ ਹੋ ਜਾਊਗਾ, ਉੱਥੇ 800 ਬੰਦਾ ਮਰ ਗਿਆ ਅੱਗ ਲੱਗਣ ਦੇ ਨਾਲ ਤੇ ਹੀਟ ਦੇ ਨਾਲ। ਫੇਰ ਹੈ ਨੀ, ਹਾਂ ਤੁਸੀਂ ਸੋਚੋ, ਇਹ ਨੇਚਰ ਆ, ਇਹਦਾ ਨਹੀਂ ਕੁਝ ਵੀ ਪਤਾ। ਜੇ ਸਤੰਬਰ ਤੱਕ ਇਹ ਹਾਲਾਤ ਰਹਿਣੇ ਆ ਤੇ ਮੈਨੂੰ ਬਹੁਤ ਵੱਡਾ ਡਾਊਟ ਹੈ ਵੜੈਚ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਐਤਕੀ 50% ਵੀ ਝੋਨਾ ਨਹੀਂ ਪਲਣਾ ਜੀ, ਨਹੀਂ ਪਲਣਾ, ਉਹ ਵਾਹੁਣਾ ਪੈ ਜਾਣਾ। ਹੁਣੇ ਲੋਕਾਂ ਨੂੰ ਵਾਹੁਣੇ ਪੈ ਗਏ, ਦੁਬਾਰੇ ਉਹਨਾਂ ਨੂੰ ਕਰਨੇ ਪੈ ਗਿਆ। ਔਰ ਇਹਦਾ ਦੂਜੀ ਗੱਲ, ਜਿਹੜਾ ਪੈਟਰੋਲ ਤੇ ਡੀਜ਼ਲ ਦੇ ਰੇਟ ਦੇ ਨਾਲ ਬਾਕੀ ਜਿਹੜੀ ਗਰੋਸਰੀ ਆ, ਆਪਾਂ ਸਾਰੇ ਘਰ ਬਾਹਰ ਵਾਲੇ ਆ, ਜਿਹੜੀ ਚੀਜ਼ ਅੱਗੇ ਅਸੀਂ 4 ਤੋਂ 5000 ਰੁਪਏ ਚ ਮਹੀਨੇ ਚ ਆ ਜਾਂਦੀ ਸੀ, ਉਹ 12000 ਰੁਪਏ ਚ ਆ ਜਾਂਦੀ ਹੈ। ਮੈਂ ਤਾਂ ਹੁਣ ਗੱਡੀ ਉਹ ਕੱਢਦਾ ਨਹੀਂਗਾ, ਛੋਟੀ ਗੱਡੀ ਯੂਜ਼ ਕਰਦਾ। ਉਹ ਗੱਡੀ 3200 ਰੁਪਏ ਚ ਪਹਿਲਾਂ ਫੁੱਲ ਹੁੰਦੀ ਸੀਗੀ, ਉਹ ਹੁਣ 6000 ਰੁਪਏ ਚ ਫੁੱਲ ਹੁੰਦੀ ਹੈ ਜੀ। ਡਬਲ ਨਾਲੋਂ ਉੱਪਰ ਜਿਹੜੀ ਆ ਉਹ ਕੀਮਤ ਚਲੀ ਗਈ। ਤੁਸੀਂ ਕਿਵੇਂ ਉਹਨੂੰ ਭਰਾ ਕੇ ਚਲਾ ਸਕੋਗੇ? ਮੈਨੂੰ ਲੱਗਦਾ ਉਹ ਇੱਕ ਬੰਦੇ ਦੀ ਸਾਨੂੰ ਗੱਲ ਯਾਦ ਰੱਖਣੀ ਚਾਹੀਦੀ, ਜੇ ਮਹਿੰਗਾਈ ਤੋਂ ਬਚਣਾ, ਉਹ ਨਾ ਹਮੇਸ਼ਾ 100 ਰੁਪਏ ਦੇ ਪੈਟਰੋਲ ਪਵਾਉਂਦਾ ਸੀਗਾ। ਉਹ ਕਹਿੰਦਾ ਰੇਟ ਜਿੰਨਾ ਮਰਜ਼ੀ ਵਧਾ ਲਓ ਤੁਸੀਂ, ਯਾਰ 100 ਰੁਪਏ ਦੇ, ਮੈਂ ਤਾਂ 100 ਦਾ ਪਵਾਉਣਾ। ਖੈਰ, ਦੋ ਮਸਲੇ ਜਿਹੜੇ ਅਸੀਂ ਉਹ ਕਰਨੇ ਆ ਅਖੀਰ 'ਚ ਇਸ ਕਰਕੇ ਰੱਖਿਆ ਕਿ ਉਹ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਕਾਂਗਰਸ ਦਾ ਵਿਚਲਾ ਕਲੇਸ਼ ਹੈ, ਜਿਹੜਾ ਸਿੱਧੂ ਸਾਹਿਬ ਵਾਲਾ ਜਿਹੜਾ ਸ਼ੁਰੂ ਹੋਇਆ, ਕਿੱਥੇ ਪਹੁੰਚਦਾ, ਕਿ CM ਬਣਦੇ ਆ, ਡਿਪਟੀ CM ਬਣਦੇ ਆ। ਲੋਕੀ ਤੇ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਕੋਲੇ ਚਿਹਰਾ ਹੀ ਇੱਕੋ ਰਹਿ ਗਿਆ CM ਵਾਸਤੇ। ਹਾਂਜੀ, ਵੀ ਸਿੱਧੂ ਸਾਹਿਬ ਹੀ ਜਾਣਗੇ ਉਧਰ। ਉਹਨਾਂ ਨੂੰ ਕਿਸੇ ਨੇ ਲੈਣਾ ਨਹੀਂ ਤੇ ਉਹਨਾਂ ਨੂੰ ਕੋਈ ਮਿਲਣਾ ਨਹੀਂ, ਇੱਧਰੋਂ ਮਿਲਣਾ ਨਹੀਂ ਕੁਛ। ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਦਿੱਲੀ ਹੋਇਆ, ਉਹਦੇ ਵਿੱਚ ਜਾਖੜ ਸਾਹਿਬ ਬਿਲਕੁਲ ਸਾਇਲੈਂਟ ਹੋ ਗਏ, ਹਾਈਬਰਨੇਸ਼ਨ 'ਚ ਜਾਣ ਵਾਲੀ ਗੱਲ ਹੋ ਗਈ ਆ। ਉਸ ਤੋਂ ਬਾਅਦ ਜਿਸ ਦਿਨ ਉਹ ਤਿੰਨਾਂ ਲੀਡਰਾਂ ਨੂੰ ਮਿਲ ਕੇ ਆਏ ਆ, ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ, ਕਿਸੇ ਕਿਸਮ ਦਾ ਖਾੜਕਾ। ਸਿੱਧੂ ਸਾਹਿਬ ਉਸ ਤੋਂ ਬਾਅਦ ਜਿਹੜੇ ਆ ਹੋਰ ਤੇਜ਼ ਹੋ ਗਏ ਹੋਏ ਆ। ਬੜਾ ਸਾਹਿਬ, ਮੈਨੂੰ ਇਹ ਲੱਗਦਾ ਕਿ ਜਿਹੜੀ ਸਿਆਸਤ ਹੈ, ਮੈਂ ਗਲਤ ਹੋ ਸਕਦਾ, ਮੈਂ ਸਿਆਸੀ ਬੰਦਾ ਤਾਂ ਨਹੀਂ, ਪਰ ਸਿਆਸੀ ਲੋਕਾਂ ਦੀ ਚੀਰ ਫਾੜ ਤਾਂ ਰੋਜ਼ ਹੀ ਕਰੀਦੀ ਹੈ। ਸਿਆਸਤ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਬਹੁਤ ਉਤਾਂਹ ਲੈ ਜਾਂਦੀ ਹੈ, ਉਹ ਪੇਸ਼ੈਂਸ ਹੈ। ਜਿਹੜੀ ਪੇਸ਼ੈਂਸ ਬਹੁਤ ਜ਼ਰੂਰੀ ਹੈ। ਮੈਂ ਸਮਝਦਾ ਹਾਂ ਕਿ ਚਾਹੇ ਸਾਡਾ ਵਿਚਾਰਾਂ ਦਾ 100 ਵਖਰੇਵਾਂ ਹੋਵੇ, ਇਹ ਚੀਜ਼ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਸਿੱਖਣ ਦੀ ਲੋੜ ਹੈ। ਠੀਕ ਹੈ ਨਾ ਜੀ, ਉਹ ਖੱਬੇ ਹੱਥ ਨੂੰ 5 ਵਾਰੀ ਬਣ ਗਿਆ। ਹਾਂ, ਬਿਲਕੁਲ। ਇਹ ਜਿਹੜੀ ਇਹਨਾਂ ਦਾ ਕਾਲਾਪਨ ਹੈ ਸਿਆਸਤ ਦੇ ਵਿੱਚ, ਕਦੀ ਕਾਲਾਪਨ ਨਹੀਂ ਜਿਹੜਾ ਜੀ ਉਹ ਚੱਲਦਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਕੀ ਅਸਰ ਹੋ ਗਿਆ? ਕਾਲੇਪਨ ਨੇ ਉਹਨਾਂ ਨੂੰ ਜਿਹੜਾ ਜੀ ਉਹ ਮਾਰ ਦਿੱਤਾ। ਮੈਂ ਕਈਆਂ ਦੇ ਜਿਹੜਾ ਜੀ ਉਹ ਗਿਣਤੀ ਤੁਹਾਨੂੰ ਗਿਣ ਸਕਦਾ। ਈਵਨ ਜਿਹੜੇ ਚੰਗੇ ਕਮਾਲ ਦੇ ਬੁਲਾਰੇ, ਵੀਰ ਦਵਿੰਦਰ ਸਿੰਘ ਹੋਰਾਂ ਵਰਗਾ ਕੋਈ ਬੁਲਾਰਾ ਹੋ ਸਕਦਾ ਜੀ, ਬਹੁਤ ਵਧੀਆ। ਜਗਮੀਤ ਸਿੰਘ ਬਰਾੜ, ਲੇਕਿਨ ਉਹ ਵੀ ਕਾਲੀ ਪੰਚ ਮਾਰੇ ਗਏ। ਜਗਮੀਤ ਸਿੰਘ ਬਰਾੜ ਚੰਗੇ ਆਗੂ ਏਦਾਂ ਹੋ ਗਿਆ ਕਿ ਜਿਹੜੇ ਉਹ ਬੰਦ ਪਏ ਬੱਸ ਅੱਡਿਆਂ ਦੇ ਵਿੱਚ ਖਰਾਬ ਪਈਆਂ ਬੱਸਾਂ ਖੜੀਆਂ ਨੇ ਜੀ। ਉਹ ਕਹਿੰਦੇ ਆ ਨਾ ਕਿ ਜਿਹੜਾ ਸਿਆਣਾ ਬੰਦਾ ਨਾ ਉਹ ਚੁੱਪ ਰਹਿ ਕੇ ਤੁਹਾਨੂੰ ਹੈਰਾਨ ਕਰਦਾ ਤੇ ਮੂਰਖ ਚੀਕ ਮਾਰ ਕੇ ਕਰਦਾ। ਹਾਂ, ਜਿੰਨਾ ਲੋੜ ਹੈ ਉਸ ਜਗ੍ਹਾ ਦੇ ਉੱਤੇ ਬੋਲੋ। ਹੁਣ ਜਿਹੜੀ ਸਿੱਧੂ ਸਾਹਿਬ ਦੀ ਜਿਹੜੀ ਸਮੱਸਿਆ ਬਣੀ ਹੋਈ ਨਾ, ਹਾਈ ਕਮਾਂਡ ਦੇ ਜਿਹੜੇ ਅੰਦਰੂਨੀ ਕੁਝ ਲੋਕ ਨੇ, ਉਹ ਇਹ ਦੱਸਦੇ ਨੇ ਕਿ ਉਹ ਇਹਨਾਂ ਨੂੰ ਅਹੁਦਾ ਦੇਣ ਨੂੰ ਤਿਆਰ ਨੇ, ਚੰਗਾ ਤਕੜਾ। ਇੱਕ ਜਿਹੜਾ ਵਿਸ਼ਵਾਸ ਨਹੀਂ ਉਹਨਾਂ ਦਾ ਵੱਜ ਰਿਹਾ, ਉਹਨਾਂ ਨੂੰ ਇਹ ਲੱਗਦਾ ਕਿ ਉਹ ਨਾ ਹੋਵੇ ਵੀ ਅੱਜ ਅਸੀਂ ਉਹਦਾ ਦੇ ਦਈਏ, 7-8 ਮਹੀਨੇ ਪਏ ਆ, ਉਦੋਂ ਤੱਕ ਇਹ ਕੈਪਟਨ ਸਾਹਿਬ ਦੇ ਨਾਲ ਜਾਂ ਕਿਸੇ ਹੋਰ ਨਾਲ ਫੇਰ ਲੜ ਜਾਣ ਤੇ ਅਖੀਰ ਤੇ ਕਹਿਣਾ ਚੁੱਕੋ ਉਹਦਾ ਮੈਂ ਨਹੀਂ ਕਰਦਾ, ਫਿਰ ਉਦੋਂ ਕਾਂਗਰਸ ਦੀ ਕੀ ਰਹੂਗੀ? ਉਹਦੀ ਕੁਝ ਨਹੀਂ ਰਹਿਣੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਜਿਹੜੀ ਗੱਲ ਜਾਂਦੀ ਹੈ ਵੜੈਚ ਸਾਹਿਬ, ਉਹ ਇਹ ਜਾਂਦੀ ਆ ਕਿ ਇੱਕ ਤਾਂ ਐਕਸਪੀਰੀਅੰਸ ਗਾਂਧੀ ਪਰਿਵਾਰ ਦੇ ਨਾਲ ਉਹਨਾਂ ਦੇ ਰਿਲੇਸ਼ਨ, ਦੂਜਾ ਉਹ ਪਾਰਟੀ ਦੇ ਪ੍ਰਤੀ ਲਾਇਲ ਜਿਹੜਾ ਉਹ ਰਹੇ ਨੇ। ਜੇ ਵਿਧਾਨ ਸਭਾ ਦੀ ਜਿੱਤੀ ਪਾਰਟੀ ਨੇ ਕਹਿਤਾ ਨਹੀਂ ਹੁਣ ਅੰਮ੍ਰਿਤਸਰ ਜਾਓ, ਉਹਨਾਂ ਨੇ ਅੰਮ੍ਰਿਤਸਰ ਜਾ ਕੇ ਲੜ ਲਈ, ਉੱਥੋਂ ਉਹ ਹਰਾ ਕੇ ਜਿਹੜਾ ਜੀ ਆ ਗਏ। ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਇਸ਼ੂ ਦੇ ਉੱਤੇ ਕੁਝ ਵੀ ਨਹੀਂ ਬੋਲ ਰਹੇ, ਉਹ ਨਾ ਬੋਲ ਕੇ ਬਹੁਤ ਕੁਝ ਜਿਹੜਾ ਉਹ ਬੋਲੀ ਜਾ ਰਹੇ ਨੇ।
ਉਹਨਾਂ ਦੀ ਗੱਲ ਜਿਹੜੀ ਬਾਹਰ ਤਾਂ ਆ ਰਹੀ ਹੈ ਨਾ ਬਿਨਾਂ ਬੋਲੇ ਤੋਂ। ਨਵਜੋਤ ਸਿੰਘ ਸਿੱਧੂ ਹੋਰੀ ਸਾਰਾ ਕੁਝ ਜਿਹੜਾ ਜੀ ਉਹ ਬੋਲ ਕੇ ਸਾਰਾ ਉਹ ਖਰਾਬ ਕਰੀ ਜਾ ਰਿਹਾ। ਆਪਣਾ ਅਮਿਊਨੀਸ਼ਨ ਜਿਹੜਾ ਨਾ ਉਹ ਪਹਿਲਾਂ ਸੁੱਟੀ ਜਾ ਰਿਹਾ ਬਾਹਰ, ਹੋ ਸਕਦਾ ਉਧਰੋਂ ਕੋਈ ਕਿਸੇ ਵਕਤ ਵੱਡਾ ਹਮਲਾ ਹੋ ਜੇ। ਹਾਂ, ਮੈਨੂੰ ਯਾਦ ਹੈ ਇਹ ਕੋਈ 7-8 ਸਾਲ ਪੁਰਾਣੀ ਜਾਂ ਇਹ ਤੋਂ ਵੱਧ ਦੀ ਗੱਲ ਹੋਈ। ਇੱਕ ਵਾਰੀ ਡਾਕਟਰਾਂ ਨੇ ਮਨਾ ਕੀਤਾ ਸੀ ਸਿੱਧੂ ਸਾਹਿਬ ਨੂੰ ਵੀ ਤੁਸੀਂ ਆਪਣਾ ਕੰਟਰੋਲ ਰੱਖੋ, ਨਹੀਂ ਤਾਂ ਇਹ ਤੁਹਾਡੇ ਲਈ ਮੁਸ਼ਕਲ ਖੜੀ ਕਰੂਗਾ ਵੀ ਤੁਸੀਂ ਲੋੜ ਤੋਂ ਵੱਧ ਜਿਹੜਾ ਉਹ ਬੋਲਦੇ ਹੋ। ਉਦੋਂ ਡਾਕਟਰਾਂ ਨੇ ਚੁੱਪ ਕਰਾਇਆ ਸੀ ਚੁੱਪ ਕਰ ਗਏ ਸੀ। ਤਾਂ ਉਹ ਕੁਝ ਸਮੇਂ ਦੇ ਵਾਸਤੇ ਆ ਹੁਣ ਪਿੱਛੇ ਦੇ ਜਿਹੜਾ ਜੀ ਉਹ ਚੁੱਪ ਰਹੇ। ਹੁਣ ਮੈਨੂੰ ਇਹ ਲੱਗਦਾ ਕਿ ਸਾਰਾ ਗੁੱਬਗਲਾਟ ਜਿਹੜਾ ਜੀ ਉਹ ਕੱਢ ਰਹੇ ਆ। ਦੂਜੀ ਗੱਲ ਹੈ ਜਿਹੜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਜੇ ਆਪਾਂ ਪਹਿਲਾਂ ਵੀ ਗੱਲ ਕੀਤੀ ਪ੍ਰੋਟੋਕਾਲ ਦੀ, ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਤੁਸੀਂ ਅਟੈਕ ਕਰਨਾ, ਕੁਝ ਵੀ ਕਰਨਾ, ਜਾਂ ਸੁਖਬੀਰ ਸਿੰਘ ਬਾਦਲ ਵਾਲੀ ਤੁਸੀਂ ਗੱਲ ਕਰ ਰਹੇ ਸੀਗੇ, ਸੁਖ ਵਿਲਾਸ ਵਾਲੀ, ਉਹਦੇ ਵਿੱਚ ਜਿਹੜਾ ਨਾ ਜੀ ਉਹ ਚੀਜ਼ਾਂ ਜ਼ਰੂਰ ਕਾਇਮ ਰਹਿਣੀਆਂ ਚਾਹੀਦੀਆਂ ਨੇ ਤਾਂ ਕਿ ਕੱਲ੍ਹ ਨੂੰ ਉਹ ਨਾ ਹੋਵੇ। ਉਹ ਮਾਈ ਨਹੀਂ ਸੀ ਇੱਕ ਜਿਹੜੀ ਜਿਹਨੂੰ ਕਹਿੰਦੇ ਸੀਗੇ ਉਹ ਬੋਲਦੀ ਬਹੁਤ ਸੀਗੀ, ਤੇ ਉਹ ਕਹਿੰਦੇ ਮੁੰਡੇ ਦਾ ਵਿਆਹ ਵੀ ਇਹਨੂੰ ਅੰਦਰ ਤਾੜ ਲਓ, ਇਹਨੇ ਪਤਾ ਨਹੀਂ ਕੀ ਬੋਲ ਦੇਣਾ। ਉਹ ਬਾਰੀ ਖੁੱਲੀ ਰਹਿ ਗਈ, ਤੇ ਉਹ ਬਾਰੀ ਖੋਲ ਕੇ ਕਹਿੰਦੀ ਆ ਤੁਰਨ ਤਾਂ ਲੱਗੇ ਸਿਹਰੇ ਤਾਂ ਫੂਕ ਲਓ, ਠੀਕ ਹੈ ਨਾ। ਤਾਂ ਉਹ ਬਿਲਕੁਲ ਉਹੋ ਜਿਹੀ ਬੋਲੀ ਨਹੀਂ ਨਾ ਚਾਹੀਦੀ ਜੀ। ਪੰਨੂ ਸਾਹਿਬ, ਸਿੱਧੂ ਸਾਹਿਬ ਬਾਰੇ ਪੱਤਰਕਾਰਾਂ 'ਚ ਵੀ ਇੱਕ ਗੱਲ ਚੱਲਦੀ ਆ, ਉਹ ਕਹਿੰਦੇ ਵੀ ਉਹ ਪੱਤਰਕਾਰਾਂ ਨੂੰ ਨਾ ਪੂਰੀ ਇੱਜ਼ਤ ਨਹੀਂ ਦਿੰਦੇ ਹੈਗੇ, ਤੂੰ ਕਰਕੇ ਬੋਲਦੇ ਆ। ਇਹਨੂੰ ਕਿਵੇਂ ਤੁਸੀਂ ਸਮਝਦੇ ਹੋ? ਇਹ ਹਰੇਕ ਨੂੰ ਹੀ ਜਿਹੜਾ ਜੀ ਉਹ ਕਹਿੰਦੇ ਆ ਮੇਰੇ ਨਾਲ ਇੱਕ, ਕਿਉਂਕਿ ਵੱਡੇ ਲੀਡਰ ਨੇ ਉਹ, ਉਹਨਾਂ ਦਾ ਇੱਜ਼ਤ ਹੈ, ਇੰਟਰਨੈਸ਼ਨਲ ਪਲੇਅਰ ਰਹੇ ਆ, ਆਪ ਉਹਨਾਂ ਨੂੰ ਪਤਾ ਪ੍ਰੋਟੋਕੋਲ ਕੀ ਹੁੰਦਾ। ਇੱਕ ਬੰਦਾ ਇੰਟਰਵਿਊ ਲੈਣ ਆ ਰਿਹਾ, ਉੱਥੇ ਉਹ ਜੋ ਤੂੰ ਕਰਕੇ ਕਹਿੰਦੇ ਆ, ਤੂੰ ਯਾਰ ਤੂੰ ਚੁੱਪ ਕਰ, ਉਹ ਬੋਲਣ ਨਹੀਂ ਦਿੰਦੇ, ਸਵਾਲ ਹੀ ਨਹੀਂ ਕਰਨ ਦਿੰਦੇ। ਤਕਰੀਬਨ ਬਹੁਤ ਸਾਰੇ ਵੈਬ ਚੈਨਲਸ ਨੇ ਇੰਟਰਵਿਊ ਉਹਨਾਂ ਦੀ ਕੀਤੀ ਪਿੱਛੇ ਜੇ ਜੀ। ਤੋਂ ਇੱਕ ਕੋਈ ਸੱਜਣ ਨੇ ਆਪਾਂ ਨੂੰ ਦੇਖਦੇ ਨੇ, ਉਹ ਇੱਥੇ ਵੀ ਦੇਖਦੇ ਨੇ, ਉਹਨਾਂ ਨੇ ਮੈਨੂੰ ਬੜੇ ਮੈਸੇਜ ਕੀਤੇ ਤੁਸੀਂ ਉਹਨਾਂ ਦੀ ਇੰਟਰਵਿਊ ਕਰੋ। ਮੈਂ ਚੁੱਪ ਰਿਹਾ। ਫਿਰ ਉਹਨਾਂ ਦਾ 5ਵੇਂ-6ਵੇਂ ਦਿਨ ਮੈਨੂੰ ਮੈਸੇਜ ਪਤਾ ਕੀ ਆਇਆ ਜੀ, ਕਹਿੰਦੇ ਚੰਗਾ ਕੀਤਾ ਤੁਸੀਂ ਨਹੀਂ ਇੰਟਰਵਿਊ ਕੀਤੀ। ਮੈਂ ਕਿਹਾ ਜੀ ਹੁਣ ਗੱਲ ਇਹ ਆ, ਇਹ ਸਟੇਟਸ ਸਿੰਬਲ ਬਣ ਗਿਆ ਵੀ ਚੰਗਾ ਕੀਤਾ ਤੁਸੀਂ ਇੰਟਰਵਿਊ ਜਿਹੜੀ ਉਹ ਨਹੀਂ ਕੀਤੀ। ਹਾਂਜੀ ਹਾਂ, ਇਹ ਬਿਲਕੁਲ ਦੇਖੋ ਜਿਹੜੀ ਰਿਸਪੈਕਟ ਆ ਉਹ ਤੁਸੀਂ ਤਾਂ ਲਓਗੇ ਜੇ ਅਗਲੇ ਨੂੰ ਦਿਓਗੇ। ਪੱਤਰਕਾਰ ਉਹਨਾਂ ਨੂੰ ਤੁਸੀਂ ਕਹਿ ਰਿਹਾ ਸਿੱਧੂ ਸਾਹਿਬ, ਸਿੱਧੂ ਜੀ, ਨਵਜੋਤ ਜੀ, ਜਿਨ੍ਹਾਂ ਨੇ ਇੰਟਰਵਿਊ ਕੀਤੀ ਨਾ ਬੜਾ ਸਾਹਿਬ, ਉਹਨਾਂ ਦਾ ਮੁਕਾਬਲਾ ਇਹ ਰਿਹਾ ਵੀ 30 ਸਕਿੰਟ ਕਿਹੜਾ ਬੋਲਿਆ, 35 ਸਕਿੰਟ ਕਿਹੜਾ ਬੋਲਿਆ, ਪੱਤਰਕਾਰ 40 ਸਕਿੰਟ ਕਿਹੜਾ ਬੋਲਿਆ। ਮੈਕਸਿਮਮ 40 ਸਕਿੰਟ ਤੱਕ ਗਈ ਹੈ ਗੱਲ, ਨਹੀਂ ਤਾਂ ਇਹ ਤੋਂ ਵੱਧ ਕਿਸੇ ਨੂੰ ਬੋਲਣ ਨਹੀਂ ਦਿੱਤਾ। ਹਾਂ, ਉਹ ਪਹਿਲਾਂ ਤਾਂ ਕਹਿੰਦੇ ਅੱਛਾ ਠੀਕ ਆ ਲਿਆਓ ਕਰੋ ਸਵਾਲ, ਉਹ ਸਵਾਲ ਕਰ ਨਹੀਂ ਤੂੰ ਮੇਰੀ ਗੱਲ ਸੁਣ, ਸਵਾਲ ਇਸ ਤਰ੍ਹਾਂ ਨਹੀਂ ਹੁੰਦਾ, ਪੇਸ਼ੈਂਸ ਨਹੀਂ ਹੁੰਦੀ, ਪੇਸ਼ੈਂਸ ਚਾਹੀਦੀ ਹੈ ਜੀ। ਹੁਣ ਪੰਨੂ ਸਾਹਿਬ ਆਪਾਂ ਉਹ ਮਹੱਤਵਪੂਰਨ ਵਿਸ਼ਾ ਜਿਹੜਾ ਨਾ ਉਹ ਹੈ ਬਰਗਾੜੀ ਵਾਲਾ, ਬੇਅਦਬੀ ਵਾਲਾ, ਕਿ ਪਹਿਲਾਂ ਮੋਰਚਾ ਖਤਮ ਕਰ ਲਿਆ ਇਹਨਾਂ ਨੇ ਪਿਛਲੇ ਸਾਲ ਉਦੋਂ, ਤੇ ਉਸ ਤੋਂ ਬਾਅਦ ਹੁਣ ਜਦੋਂ ਬੇਅਦਬੀ ਦਾ ਦੁਬਾਰੇ ਫੇਰ ਮਸਲਾ ਭਖ ਗਿਆ, ਸਿੱਧੂ ਸਾਹਿਬ ਨੇ ਸ਼ੁਰੂ ਕੀਤੀ ਇਹ ਜਾ ਕੇ ਉੱਥੇ ਬੁਰਜ ਜਵਾਹਰ ਸਿੰਘ ਵਾਲਾ ਜਿਹੜੀ ਪਹਿਲੀ ਉਹਨਾਂ ਨੇ ਵੀਡੀਓ ਪਾਈ, ਤੇ ਉਸ ਤੋਂ ਬਾਅਦ ਇੰਨਾ ਭਖਿਆ ਕਿ ਹੁਣ ਲੱਗਦਾ ਜਿਹੜੇ ਦੂਸਰੇ ਸਟੇਕ ਹੋਲਡਰ ਸੀਗੇ ਜਿਨ੍ਹਾਂ ਨੂੰ ਲੱਗਿਆ ਕਿ ਇਹ ਡੋਰ ਤੇ ਸਾਡੇ ਹੱਥ ਸੀ, ਖਿੱਚ ਕੇ ਸਿੱਧੂ ਲੈ ਗਿਆ, ਉਹ ਹੁਣ ਫੇਰ ਉੱਥੇ ਦੁਬਾਰੇ ਮੋਰਚਾ ਜਿਵੇਂ ਲਾਉਣ ਦੀ ਗੱਲ ਕੀਤੀ ਹੈ। ਮਾਨ ਸਾਹਿਬ ਗਏ ਆ, ਹੁਣ ਪੁਲਿਸ ਨੇ ਬਿਲਕੁਲ ਹੀ ਤਿੱਤਰ-ਬਿੱਤ ਕਰਤਾ। ਜਿਹੜੇ ਪਹਿਲੇ ਲੋਕ ਉੱਥੇ ਆ ਕੇ ਡਟੇ ਸੀਗੇ ਉਹਨਾਂ 'ਚੋਂ ਕੋਈ ਨਹੀਂ ਆਇਆ। ਸ਼ਹੀਦ ਪਰਿਵਾਰਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ 'ਚੋਂ ਕੋਈ ਨਹੀਂ ਆਇਆ ਉੱਥੇ। ਕੀ ਲੱਗਦਾ ਕਿ ਇਹ ਕੋਈ ਚਾਲ ਚੱਲੀ ਜਾ ਰਹੀ ਹੈ ਜਾਂ ਇਹ ਇੱਕ ਡਰਾਮਾ ਬਣਾਇਆ ਗਿਆ, ਇਹਨੂੰ ਸਿਰਫ ਮਗਦਾ ਰੱਖਣ ਵਾਸਤੇ, ਤੇ ਸਰਕਾਰ ਦੇ ਨਾਲ ਜਾਂ ਦੂਸਰੀਆਂ ਏਜੰਸੀਆਂ ਮਿਲ ਗਈਆਂ ਹੋਈਆਂ ਨੇ ਕਿ ਠੀਕ ਆ ਚੱਲੀ ਜਾਣ ਦਿਓ ਜਿਵੇਂ ਚੱਲਦਾ ਹੈ? ਦੇਖੋ, ਸਿਮਰਨਜੀਤ ਸਿੰਘ ਮਾਨ ਹੋਰੀ ਵੀ ਇੱਕ ਇਸ ਤਰ੍ਹਾਂ ਦੇ ਨੇਤਾ ਨੇ ਬੜਾ ਸਾਹਿਬ ਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਇੱਜ਼ਤ, ਬਹੁਤ ਪਿਆਰ ਦਿੱਤਾ ਹੈ 89 ਦੇ ਵਿੱਚ। ਮਤਲਬ ਇੰਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ, ਉਹ ਨਹੀਂ ਸੰਭਾਲ ਸਕੇ। ਸਭ ਤੋਂ ਵੱਧ ਜਿੱਤੇ ਸੀ ਉਦੋਂ। ਹਾਂਜੀ ਹਾਂ, ਤੁਹਾਨੂੰ ਯਾਦ ਹੋਣਾ ਜਦੋਂ ਬਰਗਾੜੀ ਦਾ ਮੋਰਚਾ ਲੱਗਿਆ ਸੀਗਾ, ਉਹ ਮੋਰਚਾ ਖਤਮ ਹੋਣ ਤੋਂ ਪਹਿਲਾਂ 3 ਜਾਂ 4 ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ 2 ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਕਿ ਇਹ ਮੋਰਚੇ ਦੀ ਹੁਣ ਲੋੜ ਨਹੀਂ, ਕਿਉਂਕਿ ਉੱਥੇ ਸਿਆਸਤ ਹੀ ਹੋ ਰਹੀ ਸੀ। ਸੁਖਪਾਲ ਸਿੰਘ ਖਹਿਰਾ ਹੋਰੀ ਇੱਕ ਪਾਸੇ ਤੋਂ ਕਾਲੀਆਂ ਪੱਗਾਂ ਬੰਨ੍ਹ ਕੇ ਆ ਰਿਹਾ ਜੀ, ਮੇਰਾ ਕਾਫਲਾ ਵੱਡਾ, ਉਹ ਜਗਦੇਵ ਸਿੰਘ ਕਮਾਲੂ ਹੋਰੀ ਬਹਿ ਗਏ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਠੁੱਡਾ ਮਾਰਿਆ ਸੀ ਉਹਨਾਂ ਦੇ ਜੀ। ਇਸ ਕਰਕੇ ਵੀ ਮੇਰੇ ਸਾਹਮਣੇ ਕਿਉਂ ਬਹਿ ਗਿਆ, ਕੈਮਰੇ ਤਾਂ ਮੇਰੇ ਵੱਲ ਨੂੰ ਜਿਹੜੇ ਉਹ ਲੱਗੇ ਹੋਏ ਆ। ਐਕਚੁਅਲੀ ਕੀ ਆ ਕਿ ਅੱਜ ਵੀ ਉਹ ਸਵਾਲ ਤਾਂ ਖੜਾ ਨਾ ਵੜੈਚ ਸਾਹਿਬ, ਅੰਦਰੂਨੀ ਤੌਰ ਤੇ ਸਹੀ ਉਹ ਕੀ ਸਮਝੌਤਾ ਹੋਇਆ ਸੀਗਾ ਕਿ ਜਿਹੜਾ ਮੋਰਚਾ ਚੁੱਕਿਆ ਗਿਆ? ਇਹ ਜਾਂ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਦੱਸਣ, ਜਾਂ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਦੱਸਣ, ਜਾਂ ਇਹਨਾਂ ਦੇ ਉੱਪਰ ਜਿਹੜੇ ਬੈਠੇ ਸਿਮਰਨਜੀਤ ਸਿੰਘ ਮਾਨ ਦੱਸਣ। ਕਿਉਂਕਿ ਬਾਰ-ਬਾਰ ਧੋਖਾ ਹੋਇਆ। ਮੈਂ ਕੁਝ ਜਿਹੜੇ ਸੈਕਿੰਡ ਆ ਉਹ ਲੈਣੇ ਆ। ਪਹਿਲਾਂ ਚੱਬੇ ਦੇ ਵਿੱਚ 5 ਲੱਖ ਤੋਂ ਉੱਪਰ ਬੰਦਾ ਚਲੇ ਗਿਆ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਦੇ ਵਜੋਂ। ਉੱਥੇ ਕੀ ਪ੍ਰੋਗਰਾਮ ਦਿੱਤਾ ਗਿਆ ਜੀ? ਮਹਿਜ਼ ਜਥੇਦਾਰ ਥਾਪ ਕੇ ਮੋੜ ਦਿੱਤਾ ਗਿਆ। ਫਿਰ ਬਰਗਾੜੀ ਦੇ ਵਿੱਚ ਇਹ 5 ਲੱਖ ਤੋਂ ਉੱਪਰ ਬੰਦਾ 2-3 ਵਾਰੀ ਚ ਆਪਾਂ ਲਾ ਲਈਏ ਤੇ ਇਦੋਂ ਜ਼ਿਆਦਾ ਬੰਦਾ ਜਿਹੜਾ ਉੱਥੇ ਜਾ ਆਇਆ। ਉਹਨਾਂ ਨੂੰ ਪੁੱਛਿਆ ਗਿਆ ਜੀ? ਕਿਸੇ ਨੂੰ ਪੁੱਛਿਆ ਗਿਆ ਕਿ ਅਸੀਂ ਇਹ ਸਮਝੌਤਾ ਕਰਨ ਲੱਗੇ ਆ ਜਾਂ ਮੋਰਚਾ ਚੁੱਕਣ ਲੱਗੇ ਆ? ਨਹੀਂ ਪੁੱਛਿਆ ਗਿਆ। ਅੱਜ ਉਹ ਲੋਕ ਨਿਰਾਸ਼ ਹੋ ਗਏ। ਮੇਰੀ ਗੱਲ ਇੱਕ ਦਿਨ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਬੇਟੇ ਦੇ ਨਾਲ ਵੀ ਹੋਈ। ਉਹਦੇ
ਗੱਲ ਦੇ ਵਿੱਚ ਇੰਨੀ ਜ਼ਿਆਦੀ ਜਿਹੜੀ ਉਹ ਨਿਰਾਸ਼ਾ ਆ, ਉਹ ਕਹਿੰਦਾ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਵੀ ਸਾਡੇ ਜਿਹੜਾ ਘਰ ਦਾ ਜੀ ਗਿਆ ਉਹਦਾ ਸਾਨੂੰ ਇਨਸਾਫ ਮਿਲੂਗਾ ਜਾਂ ਨਹੀਂ। ਉਹ ਕਹਿੰਦਾ ਸਾਨੂੰ ਤਾਂ ਬਾਰ-ਬਾਰ ਵੇਚਿਆ ਗਿਆ। ਬਿਲਕੁਲ ਸਹੀ ਗੱਲ ਹੈ। ਔਰ ਸਾਡੇ ਲੀਡਰ ਇਹੋ ਜਿਹੀਆਂ ਘਟਨਾਵਾਂ ਨੂੰ ਹੁਣ ਤੱਕ ਦਾ ਇਤਿਹਾਸ ਹੈ, ਜਿੰਨੇ ਸਾਡੇ ਪਿਛਲੇ ਜਦੋਂ ਖਾੜਕੂ ਦਾ ਟਾਈਮ ਰਿਹਾ ਉਦੋਂ ਲੀਡਰਾਂ ਨੇ ਖਾੜਕੂਆਂ ਦੇ ਜਿਹੜੇ ਮੁੰਡੇ ਮਰਦੇ ਰਹੇ, ਪੁਲਿਸ ਮਾਰਦੀ ਰਹੀ, ਉਹਨਾਂ ਨੂੰ ਵੇਚਿਆ। 84 ਨੂੰ ਇਹਨਾਂ ਨੇ ਵੇਚਿਆ, ਇਹਨਾਂ ਨੇ ਬਲੂ ਸਟਾਰ ਨੂੰ ਵੇਚਿਆ। ਔਰ ਇੱਕ ਅਫਸੋਸ ਹੈ ਵੀ ਸਾਡੇ ਬਹੁਤ ਸਾਰੇ ਜਿਹੜੇ ਧਾਰਮਿਕ ਲੀਡਰ ਵੀ ਆ ਨਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਵੇਚਦੇ ਪਏ ਆ, ਕੋਈ ਸ਼ੱਕ ਨਹੀਂ, ਗੁਰਬਾਣੀ ਨੂੰ ਵੇਚਦੇ ਪਏ ਆ। ਜਿਹੜਾ ਮਕਸਦ ਸੀ ਗੁਰੂ ਸਾਹਿਬ ਦਾ, ਸਭੇ ਸਾਂਝੀ ਵਾਲਸ ਦਾਇਨ ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਲਾ ਸੰਦੇਸ਼ ਸੀ ਜਿਹੜਾ ਕਿ ਅਸੀਂ ਸਾਰੇ ਇਕੱਠੇ ਆ, ਉਹਨਾਂ ਨੇ ਜ਼ਾਤ ਪਾਤ ਕਰ ਦਿੱਤੀ। ਮੈਨੂੰ ਲੱਗਦਾ ਇਹ ਸਭ ਤੋਂ ਵੱਡੀ ਤਰਾਸਦੀ ਹੈ ਕਿ ਇਸ ਧਰਤੀ ਦੇ ਉੱਤੇ ਸਾਡੇ ਲੀਡਰਾਂ ਨੇ, ਸਿੱਖ ਲੀਡਰਾਂ ਨੇ, ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀਆਂ ਸੀ, ਉਹਨਾਂ ਨੇ ਉਹ ਰੋਲ ਕੇ ਰੱਖ ਦਿੱਤਾ। ਵੜੈਚ ਸਾਹਿਬ, ਇੱਕ ਕਨਸੈਪਟ ਮਾੜਾ ਨਹੀਂ ਸੀਗਾ, ਮੈਂ ਉਸ ਕਨਸੈਪਟ ਦਾ ਵਿਰੋਧੀ ਨਹੀਂ ਕਿ ਜਿਹੜੀ ਰਾਜਨੀਤੀ ਆ ਉਹ ਧਰਮ ਤੋਂ ਸੇਧ ਲਵੇ, ਜਿਹੜਾ ਰਾਮ ਰਾਜ ਜੀ ਨੂੰ ਕਹਿੰਦੇ, ਠੀਕ ਹੈ ਜੀ। ਅੱਛਾ, ਇਹਦੇ 'ਚ ਕੀ ਹੋਇਆ, ਅਸੀਂ ਐਸਾ ਉਹਨੂੰ ਰਲਗੱਡ ਕਰ ਲਿਆ, ਜਿਹੜਾ ਧਰਮ ਹੈ ਉਹ ਰਾਜਨੀਤੀ ਤੋਂ ਸੇਧ ਲੈਣ ਲੱਗ ਗਿਆ। ਬਿਲਕੁਲ, ਜਿਹੜੀ ਅਕਾਲ ਤਖਤ ਦੀ ਪੁਰਾਣੀ ਬਿਲਡਿੰਗ ਸੀ, ਉਹ ਪੁਰਾਣੇ ਲੋਕ ਜਾਣਦੇ ਨੇ ਕਿ ਉਹਦਾ ਨਕਸ਼ਾ ਇਸ ਤਰੀਕੇ ਦਾ ਸੀਗਾ ਕਿ ਅਕਾਲ ਤਖਤ ਦੇ ਉੱਤੇ ਬੈਠਿਆਂ ਦਰਬਾਰ ਸਾਹਿਬ ਦਿਸਦਾ ਸੀਗਾ, ਦਰਬਾਰ ਸਾਹਿਬ 'ਚ ਬਹਿ ਕੇ ਅਕਾਲ ਤਖਤ ਨਹੀਂ ਸੀ ਦਿਸਦਾ, ਸਾਹਮਣੇ ਮੱਥਾ ਨਹੀਂ ਸੀ ਲੱਗਦਾ। ਹਾਂ, ਉਹ ਇਸ ਕਰਕੇ ਨਹੀਂ ਸੀ ਲੱਗਦਾ ਕਿ ਜਿਹੜੀ ਰਾਜਨੀਤੀ ਹੈ ਉਹ ਧਰਮ ਤੋਂ ਸੇਧ ਲੈਂਦੀ ਹੈ, ਧਰਮ ਰਾਜਨੀਤੀ ਤੋਂ ਨਹੀਂ ਲੈਂਦਾ। ਅੱਜ ਅਕਾਲ ਤਖਤ ਦਾ ਜਥੇਦਾਰ ਬਿਨਾਂ ਜਿਹੜੇ ਉਹਨੂੰ ਲਾ ਰਹੇ ਨੇ ਉਹ ਤੋਂ ਬਿਨਾਂ ਇੱਕ ਅੱਖਰ ਵੀ ਨਹੀਂ ਬੋਲ ਸਕਦਾ ਜੀ। ਉਹ ਉੱਥੋਂ ਤੱਕ ਤਾਂ ਜਿਹੜੇ ਉਹ ਕਬਜ਼ੇ ਹੋ ਗਏ ਹੋਏ ਆ। ਕਦੀ ਸੋਚਿਆ ਸੀ ਕਿ ਕੜਾਹ ਪ੍ਰਸ਼ਾਦ ਸਕੈਂਡਲ, ਸਬਜ਼ੀ ਸਕੈਂਡਲ, ਡੂਨਾ ਸਕੈਂਡਲ, ਜਿਹੜਾ ਘਿਓ ਸਕੈਂਡਲ, ਹਾਂਜੀ, ਕਿੰਨੇ ਸਕੈਂਡਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨਿਕਲ ਰਹੇ ਆ ਪਿਛਲੇ ਦਿਨਾਂ ਦੇ ਵਿੱਚ। ਉਹ ਤਾਂ ਦੁਬਾਰਾ ਗੱਲ ਕਰਦੇ ਆ, ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਕਿਹੋ ਜਿਹੀਆਂ ਚੀਜ਼ਾਂ ਜੈਤੋ ਦੇ ਗੰਗਸਰ ਦੇ ਵਿੱਚੋਂ ਜਿਹੜੀਆਂ ਸੀ ਉਹ ਨਿਕਲੀਆਂ। ਉਹ ਉੱਥੋਂ ਤੱਕ ਤਾਂ ਗਿਰ ਗਿਆ ਹੋਇਆ ਇਹ ਸਾਰਾ ਕੁਝ। ਇਹ ਕਿਹਨੇ ਘੇਰਿਆ ਜੀ? ਰਾਜਨੀਤਿਕਾਂ ਨੇ। ਧਰਮ ਦੇ ਵਿੱਚ ਕੋਈ ਕਮੀ ਥੋੜ੍ਹੀ ਸੀਗੀ ਜੀ। ਰਾਜਨੀਤਿਕ ਲੋਕਾਂ ਨੇ ਉਹਨੂੰ ਐਸਾ ਮਤਲਬ ਕਿ ਉਹਦੇ ਉੱਤੇ ਆਪਣਾ ਮਲੰਮਾ ਜਿਹੜਾ ਉਹ ਚੜਾ ਲਿਆ ਕਿ ਉਹਦੇ ਵਿੱਚੋਂ ਅਸੀਂ ਲੂਜ਼ਰ ਹੀ ਲੂਜ਼ਰ ਰਹੇ ਹਾਂ। 78 ਤੋਂ ਤੁਸੀਂ ਗੱਲ ਸ਼ੁਰੂ ਕਰ ਲਓ, ਉਹਦੇ ਵਿੱਚੋਂ ਕੀ ਗੇਨ ਕੀਤਾ ਅਸੀਂ? ਕੁਝ ਵੀ ਨਹੀਂ ਗੇਨ ਕੀਤਾ। ਸੋ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਨੇ, ਮਸਲੇ ਉੱਠਦੇ ਰਹਿਣੇ ਨੇ, ਗੱਲਾਂ ਅਸੀਂ ਉਹਦੇ ਵਿੱਚੋਂ ਕੁਝ ਨਾ ਕੁਝ ਕੋਸ਼ਿਸ਼ ਕਰਾਂਗੇ ਕਿ ਸਿਰੇ ਤੱਕ ਪਹੁੰਚਣ ਦੀ। ਅੱਜ ਦੇ ਮਸਲਿਆਂ ਦੇ ਵਿੱਚੋਂ ਆਸ ਕਰਦੇ ਹਾਂ ਕਿ ਅਗਲੇ ਹਫ਼ਤੇ ਦੇ ਵਿੱਚ ਕੁਝ ਨਾ ਕੁਝ ਇਸ ਪਾਸੇ ਨਿਕਲੇ ਕਿ ਬਰਗਾੜੀ ਵਾਲਾ ਮਸਲਾ ਵੀ ਜਿਹੜਾ ਉਹਦੇ ਵਿੱਚ ਵੀ ਜਿਵੇਂ ਪੈਰਵਾਈ ਹੋ ਰਹੀ ਹੈ, ਕੁਝ ਨਾ ਕੁਝ ਇਨਸਾਫ ਵਾਲੀ ਗੱਲ ਹੋਵੇ। ਸਾਡੀ ਸਿਆਸਤ ਜਿਹੜੀ ਆ ਉਹ ਸੇਧ ਲਵੇ, ਜਿਵੇਂ ਪੰਨੂ ਸਾਹਿਬ ਨੇ ਕਿਹਾ ਕਿ ਸਿਆਸਤ ਨੂੰ ਧਰਮ ਤੋਂ ਸੇਧ ਲੈਣੀ ਚਾਹੀਦੀ ਆ। ਸੋ ਪੰਨੂ ਸਾਹਿਬ, ਬੜੀਆਂ ਅੱਛੀਆਂ ਗੱਲਾਂ ਹੋਈਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਸਾਨੂੰ ਦਿਓ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।